ਸਵਾਗਤ ਹੈ ਜੀ ਤੁਹਾਡਾ ਪੀਬੀਸੀ ਨਿਊਜ਼ ਉੱਤੇ। ਮੈਂ ਗੁਰਲਾਲ ਸਿੰਘ। ਤਾਂ ਅੱਜ ਜਿਹੜੀ ਹੈ ਖਾਸ ਚਰਚਾ ਕਰਾਂਗੇ। ਅੱਜ ਫਿਰ ਦੁਬਾਰਾ ਅਸੀਂ ਲਾਈਵ ਹੋਏ ਹਾਂ। ਲਾਈਵ ਹੋਣ ਦਾ ਮਕਸਦ ਅੰਦੋਲਨ ਦੀ ਅਸੀਂ ਗੱਲਬਾਤ ਕਰ ਰਹੇ ਹਾਂ। ਲਗਾਤਾਰ ਕਿਸ ਤਰ੍ਹਾਂ ਦਾ ਕਿਸਾਨੀ ਮੋਰਚਾ ਚੱਲ ਰਿਹਾ ਹੈ। ਅੱਜ ਉੱਥੇ ਹੀ ਜਦੋਂ ਅੱਜ ਅਸੀਂ ਗੱਲਬਾਤ ਕੀਤੀ, ਅੱਜ ਤੁਸੀਂ ਦੇਖਿਆ ਹੋਣਾ ਕੁਝ ਸਮਾਂ ਪਹਿਲਾਂ ਅਸੀਂ ਇੱਕ ਇੰਟਰਵਿਊ ਕੀਤਾ ਸੀਗਾ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਸ਼ਿਮਲਾ ਦੇ ਵਿੱਚ ਜਿੱਥੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਉੱਥੇ ਦਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ। ਹੁਣ ਸਾਡੇ ਨਾਲ ਸਾਡੇ ਸਾਥੀ ਮਨਪ੍ਰੀਤ ਸਿੰਘ ਸਾਡੇ ਨਾਲ ਜੁੜਨਗੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਨਪ੍ਰੀਤ ਨਾਲ। ਤਾਂ ਉਹਨਾਂ ਨਾਲ ਅੱਜ ਜਿਹੜੀ ਹੈ ਇਸ ਵਿਸ਼ੇ ਉੱਤੇ ਅਸੀਂ ਖਾਸ ਚਰਚਾ ਕਰਾਂਗੇ। ਮਨਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਗੁਰਲਾਲ ਜੀ, ਧੰਨਵਾਦ ਗੁਰਲਾਲ ਜੀ, ਕੀ ਹਾਲ ਚਾਲ ਜੀ? ਤਾਂ ਕਿਸੇ ਕਾਰਨ ਕਰਕੇ ਜਿਹੜੇ ਸਾਡਾ ਉਹਨਾਂ ਨਾਲ ਰਾਬਤਾ ਜਿਹੜਾ ਟੁੱਟ ਗਿਆ, ਤਾਂ ਕੋਸ਼ਿਸ਼ ਕਰਦੇ ਹਾਂ ਦੁਬਾਰਾ ਉਹਨਾਂ ਦੇ ਨਾਲ ਜੁੜਿਆ ਜਾਵੇ। ਅੱਜ ਦੀ ਜਿਹੜੀ ਹੈ ਖਾਸ ਚਰਚਾ ਰਹੇਗੀ ਕਿਸਾਨੀ ਅੰਦੋਲਨ ਉੱਤੇ, ਕਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ ਹੈ। ਤਾਂ ਅੱਜ ਉੱਥੇ ਹੀ ਜਿੱਥੇ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਕਿ ਇਸ ਮੋਰਚਿਆਂ ਦੇ ਵਿੱਚ ਹਿੱਸਾ ਪਾ ਰਹੇ ਆ, ਬਲਕਿ ਕਹਿ ਲਈਏ ਦੇਸ਼ ਦੇ ਹਰ ਸੂਬੇ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਰਹੇ ਆ, ਉਹਨਾਂ ਦੀ ਜਿਹੜੀ ਗੱਲ ਹੈ ਉੱਥੋਂ ਤੱਕ ਕਿਵੇਂ ਪਹੁੰਚ ਰਹੀ ਹੈ, ਉਹ ਕਿਸ ਤਰੀਕੇ ਨਾਲ ਇਸ ਮੋਰਚੇ ਦੇ ਵਿੱਚ ਡਟੇ ਹੈ। ਪਰ ਜਿਸੇ ਸਾਡੀ ਦੇਸ਼ ਦੀ ਸਰਕਾਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਦੇਸ਼ ਦੀ ਸਰਕਾਰ ਸਾਡੇ ਕਿਸਾਨਾਂ ਨੂੰ ਕਿਉਂ ਨਹੀਂ ਬੋਲਣ ਦਿੰਦੀ, ਸਾਡੇ ਕਿਸਾਨ ਕਿਉਂ ਨਹੀਂ ਅੱਗੇ ਆ ਪਾ ਰਹੇ, ਆਖਰਕਾਰ ਕੀ ਹੈ। ਤਾਂ ਉੱਥੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮਨਪ੍ਰੀਤ ਹੈ। ਮਨਪ੍ਰੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਗੁਰਲਾਲ ਜੀ, ਕੀ ਹਾਲ ਚਾਲ ਜੀ? ਹੈਲੋ ਮਨਪ੍ਰੀਤ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ? ਜੀ ਗੁਰਲਾਲ, ਬਿਲਕੁਲ ਮੈਂ ਤੁਹਾਨੂੰ ਸੁਣ ਪਾ ਰਿਹਾ ਗੁਰਲਾਲ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ। ਤਾਂ ਆਵਾਜ਼ ਨਹੀਂ ਆ ਰਹੀ ਹੈ ਉਹਨਾਂ ਦੀ, ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ ਜੁੜਿਆ ਜਾਵੇ, ਰਾਬਤਾ ਕਾਇਮ ਕੀਤਾ ਜਾਵੇ। ਮੈਂ ਉਹਨਾਂ ਨੂੰ ਕਹਾਂਗਾ ਜਿਹੜੀ ਤੁਹਾਨੂੰ ਫੋਨ ਕਾਲ ਕੀਤੀ ਜਾ ਰਹੀ ਹੈ, ਤੁਸੀਂ ਫੋਨ ਕਾਲ ਦੇ ਰਾਹੀਂ ਸਾਡੇ ਨਾਲ ਜੁੜੋ। ਜੀ ਗੁਰਲਾਲ ਜੀ, ਜੀ ਬਿਲਕੁਲ ਗੁਰਲਾਲ ਜੀ, ਜੁੜ ਚੁੱਕੇ ਜੀ ਜੀ। ਮਨਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਇੱਕ ਵਾਰ ਫਿਰ ਤੋਂ। ਜੀ ਗੁਰਲਾਲ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੇ ਲਈ। ਮਨਪ੍ਰੀਤ ਜੀ, ਅੱਜ ਕਿਸ ਤਰ੍ਹਾਂ ਦੇਖਦੇ ਹੋ? ਅੱਜ ਵੀ ਮੀਟਿੰਗ ਦਾ ਦੌਰ ਲਗਾਤਾਰ ਚੱਲ ਰਿਹਾ ਹੈ, ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ, ਲੱਗਦਾ ਹੈ ਕੁਝ ਸਾਰਥਕ ਨਤੀਜੇ ਜਿਹੜੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਸੋਚਿਆ ਜਾ ਰਿਹਾ ਹੈ। ਇੱਕ ਟਰੈਕਟਰ ਮਾਰਚ ਦੀ ਵੀ ਅੱਜ ਗੱਲ ਹੋਣੀ ਹੈ, ਨਾਲ ਦੀ ਨਾਲ ਜਿਹੜਾ ਮੀਟਿੰਗ ਦਾ ਸਮਾਂ ਕੱਲ 12 ਵਜੇ ਦਾ ਹੈ, ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਮਨਪ੍ਰੀਤ? ਜੀ ਗੁਰਲਾਲ, ਬਿਲਕੁਲ ਜੋ ਅੱਜ ਲੰਬੀ ਇੱਕ ਬੈਠਕ ਚੱਲੀ ਹੈ ਜਥੇਬੰਦੀਆਂ ਦੀ, ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਜਿਹੜੇ ਰਿਐਕਸ਼ਨ ਵੀ ਆਏ ਸੀ, ਜਿਹੜਾ ਪ੍ਰਸਤਾਵ ਲਿਆਂਦਾ ਗਿਆ ਸੀ ਕੱਲ ਵਾਲੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ, ਉਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਨਾਲ ਜਿਹੜਾ ਤਾਲਮੇਲ ਦੇ ਲਈ ਜਿਹੜਾ ਉਹ ਬੈਠਕਾਂ ਦਾ ਦੌਰ ਇੱਕ ਜਾਰੀ ਹੈ। ਕਿਸ ਤਰੀਕੇ ਦਾ ਜਿਹੜਾ ਤਾਲਮੇਲ ਬਣਾ ਕੇ ਰੱਖਿਆ ਜਾਵੇ ਪੁਲਿਸ ਦੇ ਨਾਲ। ਪੁਲਿਸ ਜੋ ਚਾਹੁੰਦੀ ਹੈ ਤਾਲਮੇਲ ਕਾਇਮ ਕਰਨਾ 26 ਦੇ ਟਰੈਕਟਰ ਪਰੇਡ ਨੂੰ ਲੈ ਕੇ, ਦੋ ਤਰਫ ਜਿਹੜਾ ਤਕਰੀਬਨ ਸਾਰਾ ਦਿਨ ਬੈਠਕਾਂ ਦਾ ਦੌਰ ਅੱਜ ਜਾਰੀ ਸੀ। ਇੱਕ ਤਰਫ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ, ਦੂਸਰੀ ਤਰਫ ਜਿਹੜਾ ਸੰਯੁਕਤ ਮੋਰਚਾ, ਤਾਂ तमाम ਬੈਠਕਾਂ ਦਾ ਦੌਰ ਜਾਰੀ ਰਿਹਾ। ਗੁਰਲਾਲ ਜੀ, ਵਧੇਰੀ ਜਾਣਕਾਰੀ ਲਈ ਅਸੀਂ ਅੱਜ ਦਿੱਲੀ ਦੇ ਬਾਰਡਰ ਤੇ ਮੀਟਿੰਗ ਦੇ ਵਿੱਚ ਕੀ ਵਾਪਰਿਆ ਤਾਂ ਅਸੀਂ ਕੋਸ਼ਿਸ਼ ਕਰਾਂਗੇ। ਗੁਰਮੀਤ ਮਹਿਮਾ ਸਾਡੇ ਨਾਲ ਮੌਜੂਦ ਰਹਿਣਗੇ, ਅਸੀਂ ਉਹਨਾਂ ਨੂੰ ਫੋਨ ਕਾਲ ਤੇ ਲੈਣ ਦੀ ਕੋਸ਼ਿਸ਼ ਕਰਾਂਗੇ ਅਗਰ ਹੋ ਸਕਿਆ ਤਾਂ। ਜੀ ਗੁਰਲਾਲ ਜੀ, ਫਿਲਹਾਲ ਜੋ ਮੇਰੇ ਕੋਲੇ ਜਾਣਕਾਰੀ ਪਹੁੰਚੀ ਹੈ ਉਸ ਦੇ ਵਿੱਚ ਜਥੇਬੰਦੀਆਂ ਦੇ ਵੱਲੋਂ ਕੋਈ ਵੀ ਪ੍ਰੈਸ ਕਾਨਫਰੰਸ ਕਰਕੇ ਕੋਈ ਪ੍ਰੈਸ ਨੋਟ ਜੋ ਜਾਰੀ ਨਹੀਂ ਕੀਤਾ ਗਿਆ। ਜੋ ਕੱਲ ਨੂੰ ਕੀ ਰਹੇਗੀ, ਕੀ ਕਾਰਵਾਈ ਰਹੇਗੀ, ਕੀ ਜਿਹੜਾ ਰਹੇਗਾ ਪ੍ਰਸਤਾਵ ਰਹੇਗਾ ਉਸ ਦੇ ਉੱਪਰ ਕੀ, ਤਾਂ ਉਹ ਹਜੇ ਕੋਈ ਪਬਲਿਕਲੀ ਉਸ ਨੂੰ ਨਹੀਂ ਦੱਸਿਆ ਗਿਆ। ਪਰ ਜਥੇਬੰਦੀਆਂ ਨੇ ਜਿਹੜੀ ਇੱਕ ਲੰਬੀ ਜਿਹੜੀ ਮੀਟਿੰਗ ਉਹ ਜ਼ਰੂਰ ਕੀਤੀ ਹੈ, ਖਬਰਾਂ ਨੇ, ਤੇ ਲਗਾਤਾਰ ਲੰਬੀ ਮੀਟਿੰਗ ਜਿਹੜੀ ਚੱਲੀ ਹੈ। ਸਾਡੇ ਨਾਲ ਮਹਿਮਾ ਸਾਹਿਬ ਜਿਹੜੇ ਜੁੜਨਗੇ ਕ੍ਰਾਂਤੀਕਾਰੀ। ਜੀ ਮਾਫ ਕਰਨਾ, ਕਿਸੇ ਕਾਰਨ ਕਰਕੇ ਜਿਹੜਾ ਅੱਜ ਸਾਡੇ ਨਾਲ ਜਿਹੜਾ ਡਿਸਕਨੈਕਟ ਹੋ ਜਾਂਦੇ ਆ, ਕੋਸ਼ਿਸ਼ ਕਰਦੇ ਆ ਦੁਬਾਰਾ ਉਹਨਾਂ ਨੂੰ ਕਾਲ ਤੇ ਲਿਆ ਜਾਵੇ। ਤਾਂ ਤੁਸੀਂ ਇਸੇ ਤਰ੍ਹਾਂ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ
ਹੂੰ 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 ਮਨਪ੍ਰੀਤ ਜੀ ਮਾਫ ਕਰਨਾ, ਅੱਜ ਜਿਹੜਾ ਡਿਜੀਟਲ ਇੰਡੀਆ ਹੈ ਸਾਡੇ ਦੇਸ਼ ਦਾ ਬੜਾ ਤਰੱਕੀ ਦੇ ਵਿੱਚ ਹੈ, ਵਾਰ-ਵਾਰ ਤੁਹਾਨੂੰ ਜੁੜਨਾ ਪੈ ਰਿਹਾ, ਕਾਰਨ ਕੀ ਹੈ? ਜੀ ਗਰਲਾਲ ਜੀ, ਮੈਂ ਲਗਾਤਾਰ ਤਾਲਮੇਲ ਦੇ ਵਿੱਚ ਆ। ਸਾਡੇ ਨਾਲ ਗੁਰਮੀਤ ਮਹਿਮਾ ਜੁੜ ਚੁੱਕੇ ਨੇ, ਕ੍ਰਾਂਤੀਕਾਰੀ ਜਿਹੜੀ ਕਿਸਾਨ ਯੂਨੀਅਨ ਤੋਂ ਆਗੂ ਨੇ, ਲਗਾਤਾਰ ਬੈਠਕਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ। ਕੀ ਅਹਿਮ ਰਿਹਾ ਸੀ ਉਹਨਾਂ ਤੋਂ ਜਾਣਾਂਗੇ। ਤਾਂ ਮਹਿਮਾ ਸਾਹਿਬ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਤੁਸੀਂ ਜਿਹੜਾ ਜਾਣਕਾਰੀ ਦੇ ਲਈ ਆਪਣਾ ਸਵਾਲ ਰੱਖ ਸਕਦੇ ਹੋ ਜੀ। ਮਨਪ੍ਰੀਤ ਜੀ ਮੇਰੇ ਕੋਲ ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਨੂੰ ਲੱਗਦਾ ਤੁਸੀਂ ਕਾਲ ਹੋਲਡ ਤੇ ਕਰ ਦਿੱਤੀ ਹੈ। ਜੀ ਮੈਂ ਕਾਨਫਰੰਸ ਕਾਲ ਦੇ ਵਿੱਚ ਜੀ, ਤਾਂ ਜੀ ਗਰਲਾਲ ਕਾਨਫਰੰਸ ਕਾਲ ਜਿਹੜੀ ਜੁੜ ਚੁੱਕੀ ਹੈ, ਤਾਂ ਗੁਰਮੀਤ ਮੈਮ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਜਿਹੜੇ ਨੌਜਵਾਨ ਆਗੂ ਨੇ, ਲਗਾਤਾਰ ਬੈਠਕਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ। ਆਪਣੀ ਅਹਿਮ ਭੂਮਿਕਾ, ਚਾਹੇ ਉਹ ਪਹਿਲੇ ਦਿਨ ਤੋਂ ਅੰਦੋਲਨ ਜਦੋਂ ਸ਼ੁਰੂ ਹੋਏ ਸੀ, ਇਹਨਾਂ ਨੇ ਨਿਭਾਈ ਹੈ, ਤੇ ਉਹ ਸਾਡੇ ਨਾਲ ਜਿਹੜਾ ਸ਼ਾਮਲ ਹੋ ਚੁੱਕੇ ਨੇ। ਗੁਰਮੀਤ ਮਹਿਮਾ ਸਾਡੇ ਨਾਲ ਜੁੜ ਚੁੱਕੇ ਨੇ। ਗਰਲਾਲ ਜੀ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਮਹਿਮਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੀਬੀਸੀ ਨਿਊਜ਼ ਉੱਤੇ। ਮਹਿਮਾ ਸਾਹਿਬ, ਜਿਵੇਂ ਦੇ ਅਸੀਂ ਤੁਸੀਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ, ਜਥੇਬੰਦੀਆਂ ਦੀਆਂ, ਦੇਸ਼ ਦੀ ਸਰਕਾਰ ਨਾਲ ਸਾਰਥਕ ਨਤੀਜੇ ਨਹੀਂ ਨਿਕਲ ਰਹੇ, ਪਰ ਅੱਜ ਦੀ ਜਿਹੜੀ ਹੈ ਜਥੇਬੰਦੀਆਂ ਨੇ ਮੀਟਿੰਗ ਕੀਤੀ, ਅੱਜ ਕਿਸ ਤਰ੍ਹਾਂ ਦੇ ਨਵੇਂ ਫੈਸਲੇ ਲਏ ਗਏ ਹੈ ਜੀ ਗੁਰਮੀਤ ਜੀ? ਜਥੇਬੰਦੀਆਂ ਮੀਟਿੰਗਾਂ ਹੋ ਰਹੀਆਂ ਨੇ ਜੀ, ਜੋ ਪ੍ਰਪੋਜ਼ਲ ਆਈ ਹੈ, ਜੋ 26 ਦੇ ਜੀ ਗੁਰਮੀਤ ਜੀ, ਫਿਰ ਹੁਣ ਨਵੀਂ ਰਣਨੀਤੀ ਕੀ ਹੈ ਜਥੇਬੰਦੀਆਂ ਦੀ? ਉਹਦੇ ਜਿਹੜੀ ਕੱਲ ਹੋਈ ਹੈ ਤਾਂ ਦੁਬਾਰਾ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਗੱਲਬਾਤ ਕਰਨ ਦੀ ਜੀ। ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ 2 ਨੰਬਰ ਤੇ ਆ, 1995 ਚ ਜਿਹੜਾ 55 ਚ ਜਿਹੜਾ ਪਹਿਲਾ ਐਕਟ ਸੀ, ਉਹਨੂੰ ਸੋਧਾ ਕਰਕੇ ਨਵਾਂ ਐਕਟ ਲਿਆਂਦਾ ਗਿਆ। ਉਹ ਆਪਣੀ ਮੰਗ ਸੀ ਕਿ ਉਹਦੇ ਚ ਸੋਧਾ ਕੱਢ ਕੇ ਨਵਾਂ ਐਕਟ ਰਿਪੀਲ ਕੀਤਾ ਜਾਵੇ, ਤੇ ਜਿਹੜਾ 1955 ਵਾਲਾ ਪਹਿਲਾ ਐਕਟ ਹੀ ਰਹਿਣ ਦਿੱਤਾ ਜਾਵੇ। ਸਰਕਾਰ ਉਹਦੇ ਚ ਨਹੀਂ ਮੰਨੀ ਜੀ। ਆਪਣਾ ਵੀ ਫਿਰ ਤਿੰਨੇ ਐਕਟ ਜਿਹੜਾ ਰਿਪੀਲ ਕੀਤੇ ਜਾਣ, ਤਾਂ ਜਿਹੜੀ ਕਿਸਾਨੀ ਬਚੇਗੀ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਜਾਣ ਤੋਂ ਬਚੇਗੀ ਜੀ। ਇਹ ਆਪਣੀਆਂ ਜਿਹੜੀਆਂ ਮੁੱਖ ਮੰਗਾਂ ਨੇ, ਇਹਦੇ ਤੇ ਗੱਲਬਾਤ ਜਿਹੜੀ ਲਗਾਤਾਰ ਚੱਲ ਰਹੀ ਹੈ। ਔਰ ਜਿਹੜੀ ਸਰਕਾਰ ਦਾ ਇਹ ਆ ਜੀ, ਕਿਸਾਨਾਂ ਨੂੰ ਕਦੀ ਉਹ ਕਹਿੰਦੇ ਨੇ ਖਾਲਿਸਤਾਨੀ ਨੇ, ਕਦੀ ਹੋਰ ਕਈ ਤਰ੍ਹਾਂ ਨਾ ਦਿੱਤੇ ਜਾਂਦੇ, ਤਾਂ ਕਿ ਜਿਹੜੇ ਆਮ ਜਨਤਾ ਦੇ ਵਿੱਚ ਇੱਕ ਕਿਸਾਨੀ ਦੀ ਛਵੀ ਬਣ ਗਈ ਕਿ ਜਨਤਾ ਦੀ ਜਿਵੇਂ ਇਹ ਲੱਗ ਪਏ ਨੇ ਕਿਸਾਨ ਨੇ, ਉਹਨੂੰ ਕਿਵੇਂ ਤਰ੍ਹਾਂ ਹੋਰ ਸਮਝ ਬਣਾ ਕੇ ਇਹਨਾਂ ਨੂੰ ਜਿਹੜਾ ਇਹਨਾਂ ਦੇ ਅੰਦੋਲਨ ਦੀ ਹਮਾਇਤ ਜਿਹੜੀ ਘੱਟ ਕੀਤੀ ਜਾਵੇ ਔਰ ਅੰਦੋਲਨ ਨੂੰ ਖਤਮ ਕਰਾਇਆ ਜਾਵੇ। ਸਰਕਾਰ ਨੂੰ ਇਹ ਲੱਗਦਾ ACC ਤੇ ਚੱਲ ਰਹੀ ਹੈ, ਪਰ ਅਸੀਂ ਉਦੋਂ ਤੱਕ ਡਟੇ ਰਹਾਂਗੇ ਜਦੋਂ ਤੱਕ ਇਹ ਜਿਹੜਾ ਕਿਸਾਨੀ ਨੂੰ ਬਚਾ ਨਹੀਂ ਆ ਜਾਂਦਾ, 3 ਕਰੋੜ ਰੱਦ ਨਹੀਂ ਕਰਾ ਲਏ ਜਾਂਦੇ ਨੇ, MSP ਜਿਹੜਾ ਕਾਨੂੰਨ ਬਣਾਇਆ ਜਾਵੇ। ਗੁਰਮੀਤ ਜੀ, ਲੱਗਦਾ ਸਰਕਾਰ ਝੁਕੇਗੀ? ਕੋਈ ਲੱਗਦਾ ਜਿਵੇਂ ਬੋਡੀ ਲੈਂਗੁਏਜ ਦੀ ਅਸੀਂ ਗੱਲ ਕਰਦੇ ਹਾਂ, ਸਰਕਾਰ ਦੀ ਬੋਡੀ ਲੈਂਗੁਏਜ ਤੁਸੀਂ ਦੇਖੀ ਹੈ, ਤੁਸੀਂ ਖੁਦ ਮੀਟਿੰਗਾਂ ਦੇ ਅੰਦਰ ਰਹੇ ਹੋ ਵਿਗਿਆਨ ਭਵਨ ਦੇ, ਕੀ ਲੱਗਦਾ? ਦੇਖੋ ਜੀ, ਲਗਾਤਾਰ ਉਹਦੇ ਚ ਡਿਊਲ ਸਰਕਾਰ ਦਾ ਰੋਲ ਆ ਰਿਹਾ। ਇੱਕ ਮੀਟਿੰਗ ਚ ਝੁਕ ਜਾਂਦੇ ਆ, ਦੂਜੀ ਮੀਟਿੰਗ ਚ ਫਿਰ ਉੱਥੇ ਪਹੁੰਚ ਜਾਂਦੇ ਆ, ਫਿਰ ਅਗਲੀ ਮੀਟਿੰਗ ਚ ਥੋੜਾ ਝੁਕ ਜਾਂਦੇ ਆ, ਫਿਰ ਉੱਥੇ ਮੀਟਿੰਗ ਪਹੁੰਚ ਜਾਂਦੇ ਆ। ਤੇ ਗੱਲ ਸਾਹਿਬ ਅੰਦੋਲਨ ਦਾ ਜਿਹੜਾ ਦਬਾਅ ਹੀ ਹੈ, ਜਿਹੜਾ ਲਗਾਤਾਰ ਸਰਕਾਰ ਕਿਸਾਨਾਂ ਜਥੇਬੰਦੀਆਂ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਜੀ। ਹੋਰ ਵੀ ਜਿਹੜੇ ਬਹੁਤ ਲੋਕ ਸੰਘਰਸ਼ ਕਰਦੇ ਨੇ, ਉਹ ਅੰਦੋਲਨ ਏਡੇ ਵੱਡੇ ਨਹੀਂ ਹੁੰਦੇ ਤੇ ਉਹਨਾਂ ਦੀ ਸੁਣੀ ਨਹੀਂ ਜਾਂਦੀ। ਤੁਸੀਂ ਦੇਖੋ ਜਿਹੜਾ ਪਿੱਛੇ ਲਿਆਂਦਾ ਸੀ CAA ਐਕਟ ਲਿਆਂਦੇ ਸੀ,
ਜੀ ਉਹਦੇ ਤੇ ਹੀ ਅੰਦੋਲਨ ਬਹੁਤ ਹੋਇਆ ਜੀ ਪਰ ਉਹਦੀ ਬਾਹਰ ਚਾਲ ਨੂੰ ਦੱਸ ਸਕੀ ਕਿ ਉਹਦੇ ਤੇ ਸਰਕਾਰ ਨੇ ਕਿਸੇ ਨੂੰ ਕੋਈ ਮੀਟਿੰਗ ਨਹੀਂ ਦਿੱਤੀ ਜੀ ਪਰ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹਦੇ ਤੇ ਦਬਾਅ ਕਿਸਾਨਾਂ ਦਾ ਲਗਾਤਾਰ ਸਰਕਾਰ ਮੀਟਿੰਗਾਂ ਕਰ ਰਹੀ ਹੈ ਯਾਨੀ ਇਹਦਾ ਵੀ ਅਸੀਂ ਮੰਨ ਸਕਦੇ ਹਾਂ ਕਿ ਥੋੜਾ ਸਰਕਾਰ ਝੁਕੀ ਹੈ ਔਰ ਦੋ ਜਿਹੜੇ ਬਿੱਲ ਵਾਪਸ ਲੈਣ ਦੀ ਵੀ ਗੱਲ ਕੀਤੀ ਇੱਕ ਪਰਾਲੀ ਵਾਲਾ ਤੇ ਦੂਜਾ ਜਿਹੜਾ ਹੈਗਾ ਸੀ ਬਿਜਲੀ ਬਿੱਲ ਉਹਨੂੰ ਵਾਪਸ ਲੈਣ ਦੀ ਗੱਲ ਪਿਛਲੀਆਂ ਮੀਟਿੰਗਾਂ ਕਹੀ ਉਹਦਾ ਵੀ ਮੰਨਿਆ ਕਿ ਉਹਦੇ ਚ ਝੁਕੀ ਹੈ ਔਰ ਅਗਲੀਆਂ ਮੀਟਿੰਗਾਂ ਚ ਇਹ ਵੀ ਹੋਇਆ ਕਿ ਜਿਹੜਾ ਸਰਕਾਰ ਲੈ ਕੇ ਆਈ ਕਿ ਅਸੀਂ ਰਿਪੀਲ ਜਿਹੜਾ ਰੱਦ ਕਰਨ ਤੋਂ ਜਿਹੜਾ ਕਿ ਤੁਸੀਂ ਹੋਰ ਤੁਹਾਨੂੰ ਇਹੋ ਜਿਹਾ ਸ਼ਬਦ ਦੱਸੋ ਕਿ ਜਿਹੜਾ ਸਾਡਾ ਵੀ ਥੋੜਾ ਬੜਾ ਬਚਿਆ ਰਹਿ ਜੇ ਵੀ ਸਾਨੂੰ ਰਿਪੀਲ ਕਰਨ ਦੀ ਬਜਾਏ ਕੋਈ ਹੋਰ ਸ਼ਬਦ ਵਰਤੋ ਇਹੀ ਗੱਲ ਵੀ ਮੀਡੀਆ ਦੇ ਵਿੱਚ ਆਈ ਤਾਂ ਸਰਕਾਰ ਝੁਕੀ ਹੋਈ ਹੈ ਹੁਣ ਇਹ ਵੀ ਥੋੜਾ ਬੜਾ ਕਿੰਨਾ ਜਿਹੜਾ ਬਚਿਆ ਜਾ ਸਕੇ ਅੰਦੋਲਨ ਤੋਂ ਤਾਂ ਕਿ ਜਿਹੜੇ ਹੋਰ ਲਗਾਤਾਰ ਇਹਨਾਂ ਅੰਦੋਲਨ ਦੇ ਫੈਸਲੇ ਲਿਆਂਦੇ ਨੇ ਉਹਦੇ ਤੇ ਅੰਦੋਲਨ ਕਰਨ ਤੋਂ ਲੋਕਾਂ ਨੂੰ ਰੋਕਿਆ ਜਾ ਸਕੇ ਜੀ ਨੀਤੀ ਪਾਲਿਸੀ ਤੇ ਚੱਲ ਰਹੀ ਸਰਕਾਰ ਜੀ ਤਾਂ ਮਨਪ੍ਰੀਤ ਮੈਂ ਇੱਕ ਸਵਾਲ ਲੈਣਾ ਚਾਹੂੰਗਾ ਗਰਲਾਲ ਜੀ ਮਹਿਮਾ ਸਾਹਿਬ ਹੋਰਾਂ ਤੋਂ ਜੀ ਮਨਪ੍ਰੀਤ ਮਹਿਮਾ ਸਾਹਿਬ ਜਿਹੜਾ ਪੁਲਿਸ ਨਾਲ ਬੈਠਕਾਂ ਦਾ ਦੌਰ ਜਾਰੀ ਹੈ ਤਾਂ ਉਸ ਦੇ ਵਿੱਚ ਕੀ ਨਿਕਲ ਕੇ ਆ ਰਿਹਾ ਪੁਲਿਸ ਅਨੁਸ਼ਾਸਨ ਦੇਖਣਾ ਚਾਹੁੰਦੀ ਹੈ ਜਾਂ ਪੁਲਿਸ ਜਿਹੜਾ ਚਾਹੁੰਦੀ ਹੈ ਕਿ ਜਿਹੜਾ ਇਹ ਟਰੈਕਟਰ ਮਾਰਚ ਹੈ ਕਿਸੇ ਹੋਰ ਤਰੀਕ ਦੇ ਉੱਪਰ ਜਿਹੜਾ ਟਾਲ ਦਿੱਤਾ ਜਾਵੇ ਦੇਖੋ ਜੀ ਪੁਲਿਸ ਪ੍ਰਸ਼ਾਸਨ ਦਾ ਇਹ ਆ ਕਿ ਜਿਵੇਂ ਅੱਗੇ ਹੁੰਦੀ ਹੈ ਗਣਤੰਤਰ ਦਿਵਸ ਤੇ ਪਰੇਡ ਹੁੰਦੀ ਹੈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਤਾਂ 70 ਸਾਲ 'ਚ ਉਹੀ ਹੋ ਰਹੀ ਹੈ ਤਾਂ ਹੁਣ ਉਹਨਾਂ ਦੀ ਨੱਕ ਦਾ ਸਵਾਲ ਬਣਿਆ ਕਿ ਜਿਹੜੇ ਜੈ ਕਿਸਾਨ ਜੈ ਜਵਾਨ ਦਾ ਜੋ ਨਾਅਰਾ ਲੱਗਦਾ ਹੈ ਉਹਦੇ 'ਚ ਸਾਡਾ ਕਿਸਾਨਾਂ ਦਾ ਵੀ ਰਾਈਟ ਹੈ ਕਿ ਅਸੀਂ ਵੀ ਜਿਹੜਾ ਗਣਤੰਤਰ ਦਿਵਸ ਮਨਾਈਏ ਤਾਂ ਉਹਦੇ 'ਚ ਜਿਹੜੀ ਕਿਸਾਨਾਂ ਦੀ ਪਰੇਡ ਹੋਣੀ ਹੈ ਤੁਸੀਂ ਜਿਹੜਾ ਪਿਛਲੇ ਦਿਨੀ 8 ਤਰੀਕ ਨੂੰ KMC ਰੋਡ ਤੇ ਕਿਸਾਨਾਂ ਦੇ ਮਾਰਚ ਹੋਇਆ ਟਰੈਕਟਰਾਂ ਨਾਲ ਜਿਹੜਾ ਇੱਕ ਦੁਨੀਆ ਪੱਧਰ ਤੇ ਲੋਕਾਂ ਨੇ ਵੇਖਿਆ ਗਿਆ ਕਿ ਕਿਸਾਨਾਂ ਨੇ ਅੰਦੋਲਨ ਕੀਤਾ ਉਹਦੇ ਚ ਆਹ ਵੀ ਇੱਕ ਹੋਇਆ ਜਿਹੜਾ ਟਰੈਕਟਰ ਮਾਰਚ ਵੀ ਕਿਸਾਨਾਂ ਦਾ ਹੋਇਆ ਬਹੁਤ ਵੱਡਾ ਤਾਂ ਇਹ ਤਾਂ ਜਿਹੜਾ 26 ਦਾ ਜਿਹੜੀ ਹੈ ਉਹਨਾਂ ਨੇ ਇਹ ਵੀ ਸਾਡੀ 26 ਲਈ ਪਰੇਡ ਜਿਹੜੀ ਉਹ ਜਾਵੇ ਜਨਤਾ ਦੇ ਵਿੱਚ ਕਿ ਸਰਕਾਰ ਦੀ ਆਹ ਬਹੁਤ ਸੋਹਣੀ ਪਰੇਡ ਹੋਈ ਜੀ ਜਦੋਂ ਕਿਸਾਨਾਂ ਦੀ ਪਰੇਡ ਹੋਏਗੀ ਤਾਂ ਉਹ ਇਹ ਪਰੇਡ ਨਹੀਂ ਜਾਣੀ ਕਿਸਾਨਾਂ ਦੀ ਪਰੇਡ ਜਾਏਗੀ ਮੀਡੀਆ ਦੇ ਵਿੱਚ ਹੀ ਪੂਰੇ ਦੁਨੀਆ ਦੇ ਵਿੱਚ ਕਿ ਕਿਸਾਨਾਂ ਨੇ ਅੰਦੋਲਨ ਦੇ ਜਿਹੜਾ ਵਾਅਦਾ ਕਰਦਾ ਹੈ ਆਹ ਪਰੇਡ ਕੀਤੀ ਦਿੱਲੀ ਜਨਤਾ ਪਰੇਡ ਕੀਤੀ ਜਿਸ ਤੋਂ ਬਚਣਾ ਚਾਹੁੰਦੇ ਨੇ ਕਿ ਜਿਹੜੀ ਉਹਨਾਂ ਦੀ ਪਰੇਡ ਰੁੱਝ ਜਾਣੀ ਹੈ ਸਰਕਾਰ ਦੀ ਪਰ ਲਗਾਤਾਰ ਜੀ ਇਹ ਸਵਾਲ ਬਣਿਆ ਹੋਇਆ ਉਹਨਾਂ ਵਾਸਤੇ ਕਿ ਜਿਹੜੀ ਆਪਦੀ ਪਰੇਡ ਕਿਵੇਂ ਬਚਾਈ ਜਾ ਸਕੇ ਕਿਉਂਕਿ ਕਿਸਾਨਾਂ ਦੀ ਉਸ ਤੋਂ ਕਈ ਗੁਣਾ ਵਧੀਆ ਤੇ ਕਈ ਗੁਣਾ ਸੱਚੀ ਪਰੇਡ ਹੋਣੀ ਹੈ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਲੋਕਾਂ ਦਾ ਇਹ ਬਣਨਾ ਕਿ ਕਿਸਾਨਾਂ ਦੀ ਪਰੇਡ ਕਿਤੇ ਵਧੀਆ ਸੀ ਜਿਹੜਾ ਉਹ ਇਹ ਵੀ ਬਣਾ ਰਹੇ ਨੇ ਕਿ ਕਿਸਾਨ ਅਨੁਸ਼ਾਸਨ ਦੇ ਵਿੱਚ ਨਹੀਂ ਲਗਾਤਾਰ ਕਈ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਨੇ ਉਹਦੇ ਚੱਲਦਾ ਜਿਹੜਾ ਕਿਸਾਨਾਂ ਦਾ ਅਨੁਸ਼ਾਸਨ ਜਿਹੜਾ ਉਹ 26 ਨੂੰ ਵੇਖਣ ਨੂੰ ਮਿਲਣਾ ਔਰ ਜਿਹੜੀਆਂ ਝਾਕੀਆਂ ਨੇ ਕਈ ਤਰ੍ਹਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਉਹ ਵੀ ਆਉਣੀਆਂ ਨੇ ਕਿ ਉਹ ਸਰਕਾਰ ਦੇ ਜਿਹੜੇ ਪਰੇਡ ਨਾਲ ਵੀ ਕਈ ਗੁਣਾ ਵਧੀਆ ਹੋਣੀਆਂ ਨੇ ਜੀ ਬਿਲਕੁਲ ਜੀ ਮਹਿਮਾ ਸਾਹਿਬ ਇੱਕ ਹੋਰ ਇਹਦੇ ਚ ਐਡ ਆਨ ਕਰਨਾ ਚਾਹੂੰਗਾ ਕਿ ਇੱਕ ਜਿਹੜਾ ਦਿੱਲੀ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਕਿ ਦਿੱਲੀ ਦੇ ਲੋਕ ਹੈ ਜੋ ਸੜਕਾਂ ਤੇ ਆ ਕੇ ਇਸ ਪਰੇਡ ਦਾ ਜਿਹੜਾ ਸਵਾਗਤ ਕਰਨ ਇਸ ਪਰੇਡ ਨੂੰ ਦੇਖਣ ਇਸ ਪਰੇਡ ਦਾ ਹਿੱਸਾ ਬਣਨ ਉਹ ਉਸ ਮੈਸੇਜ ਨੂੰ ਕਿਵੇਂ ਦੇਖਦੇ ਹੋ ਸਾਡੇ ਦਰਸ਼ਕਾਂ ਨਾਲ ਕਿਵੇਂ ਸਾਂਝਾ ਕਰਨਾ ਚਾਹੁੰਦੇ ਹੋ ਜੀ ਉਹ ਵੇਖੋ ਜੀ ਜਿਹੜਾ ਸਾਡਾ ਪਿੱਛੇ ਵੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਉਹਦੇ ਚ ਵੀ ਜਿਵੇਂ ਪਹਿਲਾਂ TV ਰਾਹੀਂ ਪ੍ਰਚਾਰ ਕਰਦੇ ਸੀ ਪਰ ਜਦੋਂ ਸਾਡਾ ਉੱਥੇ ਅੰਦੋਲਨ ਜੰਮ ਗਿਆ ਜੇ ਤਰੀਕੇ ਨਾਲ ਹੋ ਰਿਹਾ ਅੰਦੋਲਨ ਉਹਦੇ ਵਿੱਚ ਲਗਾਤਾਰ ਲੋਕ ਆ ਰਹੇ ਨੇ ਉੱਥੇ ਦੇਖ ਰਹੇ ਨੇ ਅੱਖੀ ਵੇਖ ਰਹੇ ਨੇ ਅੰਦੋਲਨ ਨੂੰ ਤਾਂ ਉਹ ਇਹਨਾਂ ਦਾ ਮੀਡੀਆ ਝੂਠਾ ਹੋ ਰਿਹਾ ਸਰਕਾਰ ਦੇ ਬਿਆਨ ਵਿੱਚ ਸਵਾਲ ਕਰ ਰਹੇ ਨੇ ਲੋਕ ਔਰ ਜਿਹੜੀ ਇਹ ਇੱਕ ਰੱਖ ਰਹੇ ਸੀ ਕਿ ਕਾਨੂੰਨ ਨੇ ਜਿਹੜੇ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬਣਾਏ ਨੇ ਮਹਿੰਗਾਈ ਘੱਟ ਕਰਨ ਲਈ ਬਣਾਏ ਨੇ ਸ਼ਹਿਰੀ ਜਨਤਾ ਜਿਹੜੀ ਮੱਧ ਵਰਗ ਉਹਨੂੰ ਕਿਹਾ ਜਾ ਰਿਹਾ ਸੀ ਕਿ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਨੇ ਵੀ ਤੁਹਾਨੂੰ ਜਿਹੜਾ ਫੂਡ ਸਸਤਾ ਮਿਲੇਗਾ ਤਾਂ ਉਹਦੀ ਜਿਹੜੀ ਸਮਝ ਆਈ ਉਹ ਦਿੱਲੀ ਦੇ ਲੋਕਾਂ ਨੂੰ ਵੀ ਸਮਝ ਆਈ ਤਾਂ ਦਿੱਲੀ ਦੇ ਲੋਕ ਵੀ ਵੱਡੀ ਪੱਧਰ ਤੇ ਜਿਹੜਾ ਇਸ ਅੰਦੋਲਨ ਦੀ ਸਪੋਰਟ ਕਰ ਰਹੇ ਨੇ ਪਿਛਲੇ ਤੋਂ ਨਹੀਂ ਵੇਖਿਆ ਵੀ ਨਾ ਸੱਦਾ ਦਿੱਤਾ ਸੀ ਅਸੀਂ ਟਰਾਂਸਪੋਰਟਰਾਂ ਨੇ ਸੱਦਾ ਦਿੱਤਾ ਸੀ ਟਰਾਂਸਪੋਰਟ ਬੱਸਾਂ ਬੰਦ ਰੱਖਾਂਗੇ ਆਟੋ ਰਿਕਸ਼ੇ ਬੰਦ ਰੱਖਾਂਗੇ ਓਲਾ ਉਬਰ ਟੈਕਸੀਆਂ ਜਿਹੜੀਆਂ ਉਹ ਵੀ ਬੰਦ ਰੱਖਾਂਗੇ ਉਹ ਅੰਦੋਲਨ ਜਿਹੜਾ ਹੋਇਆ ਜਿਹੜਾ ਪਿਛਲੇ ਦਿਨੀ ਕੱਲ ਦਿੱਲੀ ਦੇ ਵਿੱਚ ਵੀ ਲੋਕਾਂ ਦੀ ਬਹੁਤ ਵੱਡੀ ਸਪੋਰਟ ਹੈ ਅੰਦੋਲਨ ਨੂੰ ਔਰ ਜਿਹਦੇ ਤੋਂ ਸਰਕਾਰ ਡਰੀ ਹੋਈ ਹੈ ਕਿ ਜੇ ਇਹ 8 ਤੇ ਜਿਹੜੀ ਪਰੇਡ ਹੋਈ 26 ਤਰੀਕ ਨੂੰ ਤੇ ਉਹਦਾ ਲੋਕਾਂ ਨੇ ਉਸ ਪਰੇਡ ਦਾ ਜਿਹੜੀ ਸਰਕਾਰ ਦੀ ਪਰੇਡ ਹੋਣੀ ਹੈ ਉਹਨੂੰ ਨਹੀਂ ਵੇਖਣ ਜਾਣਗੇ ਲੋਕ ਜਿਹੜੀ ਕਿਸਾਨਾਂ ਦੀ ਪਰੇਡ ਨੂੰ ਵੇਖਣ ਜਾਣਗੇ
ਤਾਂ ਇਹ ਅਸੀਂ ਸੱਦਾ ਦਿੱਤਾ ਵੀ ਭਾਈ ਜਿਹੜੀ ਤੁਸੀਂ ਹਿੱਸਾ ਵੀ ਪਾਓ ਔਰ ਪਰੇਡ ਦੇ ਵਿੱਚ ਸ਼ਾਮਲ ਵੀ ਹੋਵੋ, ਔਰ ਜਿਹੜਾ ਇਹ ਦੇਸ਼ ਨੂੰ ਬਚਾਉਣ ਲਈ ਕੁਝ ਘਰਾਣਿਆਂ ਤੇ ਹੱਥ ਪਾਇਆ ਦਿੱਤਾ ਜਾ ਰਿਹਾ ਹੈ, ਉਹਦੇ ਲਈ ਅੰਦੋਲਨ ਦੇ ਵਿੱਚ ਸ਼ਾਮਲ ਹੋਵੋ। ਇਹ ਸੱਦਾ ਸਾਡਾ ਜੀ। ਗੁਰਮੀਤ ਜੀ, ਮੇਰਾ ਇੱਕ ਸਵਾਲ ਹੈ, ਮਨਪ੍ਰੀਤ ਜੀ ਮੈਂ ਇੱਕ ਸਵਾਲ ਕਰਨਾ ਹੈ। ਜਿਹੜਾ ਮੀਟਿੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਦਿੱਲੀ ਪੁਲਿਸ ਵੱਲੋਂ ਜਿਹੜੀ 26 ਜਨਵਰੀ ਨੂੰ ਬਾਹਰੀ ਰਿੰਗ ਰੋਡ ਉੱਤੇ ਜਿਹੜਾ ਟਰੈਕਟਰ ਪਰੇਡ ਦੀ ਇਜਾਜ਼ਤ ਨਾ ਦੇਣ ਦੀ ਗੱਲ ਕੀਤੀ ਹੈ, ਉਸ ਤੇ ਅੱਜ ਕਿਸ ਤਰ੍ਹਾਂ ਦੀ ਵਿਚਾਰ ਚਰਚਾ ਹੋਈ ਹੈ ਗੁਰਮੀਤ ਜੀ? ਉਹ ਵੇਖੋ ਜੀ, ਜਿਹੜੀ ਆਊਟਰ ਰਿੰਗ ਰੋਡ ਆ, ਜਿਹੜੀ ਦਿੱਲੀ ਦੇ ਬਾਹਰੀ ਰੋਡ ਆ ਜੀ, ਇੱਕ ਤੇ KMP ਰੋਡ ਜਿਹੜਾ ਉਹ ਤਾਂ ਹਰਿਆਣਾ ਜਿਹੜਾ ਪਾਸੇ ਰਾਜ ਲੱਗਦੇ ਨੇ, ਉਹ ਤਾਂ ਉਹਨਾਂ ਦੀ ਹੈ ਸਰਹੱਦ। ਦਿੱਲੀ ਦੀ ਜਿਹੜੀ ਆਊਟਰ ਰਿੰਗ ਰੋਡ ਹੈ ਉਹ ਅਸੀਂ ਦਿੱਲੀ ਦੇ ਬਾਹਰ ਹੀ ਲਗਭਗ ਦਿੱਲੀ ਦੇ ਅੰਦਰ ਆ, ਦਿੱਲੀ ਦੇ ਬਾਹਰ ਤੇ ਪਾਸੇ ਆ ਜਿੱਥੇ ਪਰੇਡ ਕਰਨੀ ਹੈ। ਤਾਂ ਉਹਦੇ ਤੇ ਰਣਨੀਤੀ ਇਹ ਬਣਾਈ ਹੈ ਕਿ ਉਹ ਪਰੇਡ ਸਰਕਾਰ ਰੋਕ ਰਹੀ ਹੈ, ਉਹ 44 ਲਾ ਰਹੀ, ਕਰ ਨਹੀਂ ਦੇਣੀ, ਜਿਹੜਾ ਹੋਰ ਕਈ ਤਰ੍ਹਾਂ ਦੇ ਭਰਮ ਫੈਲਾ ਰਹੀ ਹੈ। ਉਹਦੇ ਤੇ ਰਣਨੀਤੀ ਬਣਾਈ ਗਈ ਕਿ ਉਹ ਪਰੇਡ ਜਿਹੜੀ ਉਹ ਕੀਤੀ ਜਾਵੇਗੀ ਔਰ ਇੰਨੀ ਅਨੁਸ਼ਾਸਨਬੱਧ ਹੋਵੇਗੀ ਕਿ ਜਿਹੜੇ ਸਾਡੇ ਕਿਸਾਨਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਉਹ ਸਰਕਾਰ ਨੂੰ ਤੇ ਜਵਾਬ ਦੇਣੇ ਔਖੇ ਹੋਣਗੇ। ਜੀ ਬਿਲਕੁਲ, ਡਿਸਿਪਲਿਨ ਦੀ ਗੱਲ ਗਰਲਾਲ ਜੀ ਮੈਂ ਆਪਣੀ ਗੱਲ ਰੱਖਣੀ ਚਾਹੂੰਗਾ। ਮਹਿਮਾ ਸਾਹਿਬ, ਅਨੁਸ਼ਾਸਨ ਪਹਿਲੇ ਦਿਨ ਤੋਂ ਅਸੀਂ ਇਸ ਅੰਦੋਲਨ ਦੇ ਵਿੱਚ ਦੇਖਿਆ, ਪਰ ਜਦੋਂ ਵੀ ਪਹਿਲਾਂ ਵੀ ਅੰਦੋਲਨ ਹੋਏ ਨੇ, ਬਹੁਤ ਸਾਰੇ ਅੰਦੋਲਨ ਦੀਆਂ ਸਾਡੇ ਕੋਲੇ ਉਦਾਹਰਨਾਂ ਨੇ। ਸਾਡੇ ਦਰਸ਼ਕ ਵੀ ਇੱਕ ਇਹੋ ਕਮੈਂਟ ਕਰ ਰਹੇ ਨੇ, ਅਸੀਂ ਉਹਨਾਂ ਦਾ ਵੀ ਕਮੈਂਟ ਵਿੱਚ ਸ਼ਾਮਲ ਕਰਾਂਗੇ। ਬਿਲਕੁਲ, ਕੀ ਸਰਕਾਰ ਕੋਈ ਚਾਲ ਖੇਡ ਸਕਦੀ ਹੈ? ਕਿਉਂਕਿ ਸਰਕਾਰ ਕਿਸੇ ਗਲਤ ਢੰਗ ਦੇ ਨਾਲ ਸ਼ਰਾਰਤੀ ਅਨਸਰਾਂ ਨੂੰ ਵਿੱਚ ਘਸਾ ਸਕਦੀ ਹੈ, ਤਾਂ ਤੁਹਾਡਾ ਡਿਸਿਪਲਿਨ ਕਮੇਟੀ ਹੈ ਜਾਂ ਜਿਹੜੇ ਅਨੁਸ਼ਾਸਨ ਹੈਂਡਲ ਕਰਨਗੇ, ਜਿਹੜੇ ਤੁਹਾਡੇ ਯੂਥ ਵਲੰਟੀਅਰ ਜਾਂ ਜਿਹੜੀ ਤੁਹਾਡੀ ਕਮੇਟੀ ਹੈ, ਉਸ ਦੇ ਵੱਲੋਂ ਇਸ ਦਾ ਧਿਆਨ ਰੱਖਿਆ ਗਿਆ, ਜਾਂ ਤੁਸੀਂ ਜਿਹੜੇ CCTV ਫੁਟੇਜ ਵੀ ਅੱਜ ਕੱਲ ਜਿਹੜੀ ਅਵੇਲੇਬਲ ਹੋਈ ਆ ਉੱਥੇ ਜਿਹੜੀ CCTV ਫੁਟੇਜ ਲੱਗੀ ਹੋਈ ਆ ਬਾਰਡਰ ਦੇ ਉੱਪਰ, ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਕੋਈ ਡਰੋਨ ਨਿਗਰਾਨੀ ਰੱਖੀ ਜਾਵੇਗੀ ਜਿਹੜੀ ਟਰੈਕਟਰ ਪਰੇਡ ਹੈ, ਜਾਂ ਇਸ ਦੇ ਬਾਰੇ ਹਜੇ ਵਿਚਾਰ ਕੀਤਾ ਜਾ ਰਿਹਾ, ਤਾਂ ਕਿ ਜਿਹੜੇ ਸ਼ਰਾਰਤੀ ਅਨਸਰ ਹੈ, ਚਾਹੇ ਉਹ ਸਰਕਾਰ ਦੀ ਤਰਫ ਤੋਂ ਅਸੀਂ ਕਹਿ ਲਈਏ ਜਾਂ ਹੋਰ ਕਿਸੇ ਜਿਹੜੀ ਸੰਸਥਾ ਦੀ ਤਰਫ ਤੋਂ ਕਹਿ ਲਈਏ, ਸ਼ਰਾਰਤੀ ਅਨਸਰ ਵਿੱਚ ਕੋਈ ਗੜਬੜ ਨਾ ਕਰਨ? ਜੀ ਮਹਿਮਾ ਜੀ। ਲਗਾਤਾਰ ਅਸੀਂ 10-15 ਦੇ ਕਰੀਬ ਸ਼ਰਾਰਤੀ ਅਨਸਰ ਉੱਥੋਂ ਫੜ ਕੇ ਜਿਹੜਾ ਕੁੰਡਲੀ ਥਾਣਾ ਉਹਦੇ ਚ ਦਿੱਤੇ ਨੇ, ਜਿਹੜੇ ਉੱਥੇ ਲਗਾਤਾਰ ਸ਼ਰਾਰਤਾਂ ਕਿਸਮ ਦੀਆਂ ਕਰ ਰਹੇ ਸੀ, ਕੋਈ ਚੋਰੀਆਂ ਕਰ ਰਹੇ ਸੀ, ਕੋਈ ਹੋਰ ਫੈਲਾ ਰਹੇ ਸੀ, ਕਈ ਤਰ੍ਹਾਂ ਦੇ ਜਿਹੜਾ ਆਏ ਨੇ ਜਿਹੜੇ ਸਰਕਾਰ ਵੱਲੋਂ ਭੇਜੇ ਗਏ। ਇੱਥੋਂ ਤੱਕ ਕਿ ਘਰਲੈਸ ਦਾ ਪੰਫਲੇਟ ਵੰਡਦੇ ਸੀ, ਤਾਂ ਉਹਨਾਂ ਨੂੰ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਉਹਨਾਂ ਦੀ, ਤੇ ਉਹ ਨੋਇਡਾ ਦੇ ਵਿੱਚ ਇੱਕ ਦਫ਼ਤਰ ਆ ਜਿੱਥੋਂ ਕੋਈ ਏਜੰਸੀ ਹੈ ਜਿਹੜੀ ਉਹਨਾਂ ਨੂੰ ਟ੍ਰੇਨ ਕਰਦੀ ਹੈ, ਔਰ ਉੱਥੋਂ ਅੰਦੋਲਨ ਨੂੰ ਗਲਤ ਰਾਏ ਭੜਕਾਉਣ ਲਈ ਉਹਨਾਂ ਨੂੰ ਟ੍ਰੇਨ ਕਰਕੇ ਭੇਜਿਆ ਜਾ ਰਿਹਾ। ਜਿਹੜਾ ਅਸੀਂ ਪਤਾ ਕੀਤਾ, ਸਾਡੀ ਜਿਹੜੀ ਨਿਗਰਾਨੀ ਹੈ, ਸਾਰੇ ਕਿਸਾਨਾਂ ਨੂੰ ਉਹਦੀ ਜਿਹੜਾ ਅਲਰਟ ਕੀਤਾ ਹੋਇਆ, ਜਿਹੜੇ ਜਾ ਰਹੇ ਨੇ ਉਹਨਾਂ ਦੀ ਨਵੇਂ ਆ ਰਹੇ ਨੇ ਕਿਸਾਨ, ਕਿਉਂਕਿ ਅਸੀਂ ਪਿਛਲੇ 6-7 ਮਹੀਨੇ ਲਗਾਤਾਰ ਹੋ ਗਏ ਅੰਦੋਲਨ ਕਰ ਰਹੇ ਹਾਂ ਕਿਸਾਨ, ਔਰ ਸਾਰੀਆਂ ਜਿਹੜੀਆਂ ਸਰਕਾਰ ਦੀਆਂ ਚਾਲਾਂ ਨੇ ਉਹਨੂੰ ਅਸੀਂ ਸਮਝ ਰਹੇ ਹਾਂ, ਔਰ ਜਿਹੜੇ ਸਾਡੇ ਕਿਸਾਨ ਨੇ ਉਹ ਵੀ ਸਮਝ ਰਹੇ ਨੇ ਜੀ। ਔਰ ਸਰਕਾਰ ਸਾਨੂੰ ਉਮੀਦ ਹੈ ਕਿ ਇਹ ਕਿਸੇ ਤਰ੍ਹਾਂ ਦੀ ਕਿਸੇ ਵੀ ਹੱਦ ਤੱਕ ਜਾ ਸਕਦੀ ਏ। ਇਹਨਾਂ ਕਈ ਅੰਦੋਲਨਾਂ ਦੇ ਹਮਲੇ ਕੀਤੇ ਨੇ, ਅੰਦੋਲਨਾਂ ਨੂੰ ਖੰਡਾਇਆ ਹੈ, ਪਰ ਇਹ ਸਾਰੇ ਕੁਝ ਤੋਂ ਅਸੀਂ ਜਿਹੜੇ ਕਿਸਾਨ ਸਾਡੇ ਅਲਰਟ ਨੇ, ਅਸੀਂ ਅਲਰਟ ਹਾਂ। ਅਸੀਂ ਇਹ ਤੇ ਵਿਸ਼ੇਸ਼ ਮੀਟਿੰਗਾਂ ਕਰਕੇ ਲਗਾਤਾਰ ਇਹਦੇ ਤੇ ਬਾਜ਼ ਅੱਖ ਰੱਖ ਰਹੇ ਹਾਂ, ਤਿੱਖੀ ਨਜ਼ਰ ਰੱਖ ਰਹੇ ਹਾਂ। ਸਾਡੀਆਂ ਟੀਮਾਂ ਦਿਨੇ ਰਾਤ ਲਗਾਤਾਰ ਜਿਹੜੀਆਂ ਇਹਦੇ ਤੇ ਨਿਗਰਾਨੀ ਰੱਖ ਰਹੀਆਂ। ਜੀ ਜੀ ਗੁਰਮੀਤ ਜੀ, ਤੁਸੀਂ ਧੰਨਵਾਦ ਜੀ ਤੁਹਾਡਾ। ਜੀ ਮਹਿਮਾ ਸਾਹਿਬ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਤਾਂ ਮਨਪ੍ਰੀਤ, ਅੱਜ ਆਪਾਂ ਕਾਫੀ ਜਿਹੜੀ ਹੈ ਗੱਲਬਾਤ ਉਹਨਾਂ ਨਾਲ ਸਿੱਧੀ ਕੀਤੀ ਹੈ। ਹੁਣ ਕੀ ਲੱਗਦਾ ਹੈ ਕਿ ਜਿਹੜੀ ਹੈ ਫਾਜ਼ਿਲਕਾ ਦੀ ਜੇ ਅਸੀਂ ਗੱਲ ਕਰੀਏ, ਤੁਹਾਡਾ ਫਾਜ਼ਿਲਕਾ ਏਰੀਆ ਹੈ, ਕਿਸ ਤਰੀਕੇ ਨਾਲ ਕਿਸਾਨ ਤਿਆਰੀ ਕਰ ਰਹੇ ਆ? ਕੱਲ ਜਿਹੜੀ ਹੈ ਮਾਰਚ ਵਾਸਤੇ ਜਿਹੜੇ ਕੱਲ ਟਰੈਕਟਰ ਟਰਾਲੀ ਹੈ ਜਿਹੜੇ ਪਿੰਡਾਂ ਵਿੱਚੋਂ ਤੁਰ ਰਿਹਾ ਜੀ ਮਨਪ੍ਰੀਤ? ਜੀ ਗਰਲਾਲ, ਬਿਲਕੁਲ। ਅਗਰ ਸਰਹੱਦੀ ਜ਼ਿਲ੍ਹਾ ਮੇਰਾ ਫਾਜ਼ਿਲਕਾ, ਤਾਂ ਮੈਂ ਇਸੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਪਹੁੰਚਿਆ ਹੋਇਆ ਪਿਛਲੇ 2 ਦਿਨਾਂ ਤੋਂ। ਇਹ ਚੀਜ਼ ਹੈ ਜੋ ਇਸ ਨੂੰ ਮਹਿਸੂਸ ਕਰ ਰਿਹਾ, ਇਸ ਨੂੰ ਦੇਖ ਰਿਹਾ ਕਿ ਲੋਕ ਜੋ ਕਿਸ ਤਰੀਕੇ ਦੀ ਜਿਹੜੀ ਤਿਆਰੀ ਕਰ ਰਹੇ ਨੇ, ਕਿਉਂਕਿ ਵੱਡੀ ਲਾਮਬੰਦੀ, ਵੱਡੀ ਸ਼ਮੂਲੀਅਤ ਦੀ ਗੱਲ ਜਥੇਬੰਦੀਆਂ ਨੇ ਕੀਤੀ ਹੈ। ਉਹ ਸੱਚਮੁੱਚ ਜਦੋਂ ਅਸੀਂ ਗਰਾਊਂਡ ਤੇ ਦੇਖਦੇ ਹਾਂ ਤਾਂ ਲੋਕਾਂ ਦੀ ਵੱਡੀ ਤਿਆਰੀ ਆ। ਅੱਜ ਜਦੋਂ ਇੱਥੇ ਇੱਕ ਜਲਾਲਾਬਾਦ ਤੋਂ ਨਿਕਲ ਕੇ ਰੋੜਾਂ ਵਾਲੀ ਮੰਡੀ ਦੇ ਤੱਕ ਜਿਹੜਾ ਟਰੈਕਟਰ ਮਾਰਚ ਹੋਇਆ, ਤਾਂ ਉਹਦੇ ਵਿੱਚ ਲਗਭਗ 1000 ਦੇ ਤਕਰੀਬਨ 1000 ਜਿਹੜਾ ਟਰੈਕਟਰ ਸੀ ਉਸ ਕਾਫਲੇ ਦੇ ਵਿੱਚ ਜਿਹੜਾ ਸ਼ਾਮਲ ਸੀ। ਬਹੁਤ ਸਾਰੇ ਟਰੈਕਟਰ ਹਜੇ ਜਿਹੜੇ ਪਿੱਛੇ ਰਹਿ ਗਏ, ਜੋ ਪਿਛਲੇ ਪਿੰਡਾਂ ਤੋਂ
ਸਨ ਤਾਂ ਉਹਨਾਂ ਨੇ ਆਪਣਾ ਜਿਹੜਾ ਵਕਤ ਜਿਹੜਾ ਬਚਾਇਆ ਉਹ ਸ਼ਹਿਰ ਤੋਂ ਜ਼ਰੂਰ ਚੱਲੇ ਤਾਂ, ਕਿਉਂਕਿ ਦਿੱਲੀ ਦੀਆਂ ਤਿਆਰੀਆਂ ਦੇ ਲਈ ਟਰਾਲੀਆਂ ਨੂੰ ਤਿਆਰ ਕਰਵਾਇਆ ਜਾ ਰਿਹਾ। ਰਿਹਾਇਸ਼ ਦਾ ਬਹੁਤ ਜਿਹੜਾ ਵੱਡਾ ਮਸਲਾ, ਦਿੱਕਤ, ਇਸ ਕਰਕੇ ਜਿਹੜੇ ਕਿਸਾਨ ਨੇ ਉਹ ਇਕੱਲੇ ਟਰੈਕਟਰ ਤਾਂ ਜ਼ਰੂਰ ਲੈ ਕੇ ਜਾਣਗੇ ਦਿੱਲੀ ਦੀ ਪਰੇਡ ਦੇ ਵਿੱਚ, ਪਰ ਰਹਿਣ ਦੇ ਲਈ ਉਹਨਾਂ ਨੇ ਆਪਣਾ ਇੱਥੋਂ ਪ੍ਰਬੰਧ ਕੀਤਾ, ਕਿਉਂਕਿ ਪਹਿਲਾਂ ਵੀ ਉੱਥੇ ਜਿਹੜੀ ਬਹੁਤ ਵੱਡੀ ਸ਼ਮੂਲੀਅਤ ਹੈ, ਤਾਂ ਬਹੁਤ ਲੋਕਾਂ ਦੀ ਹੋਰ ਸ਼ਮੂਲੀਅਤ ਹੋਣੀ ਹੈ 26 ਨੂੰ, ਰਿਹਾਇਸ਼ ਦੀ ਕੋਈ ਦਿੱਕਤ ਨਾ ਆਵੇ। ਤਾਂ ਬਕਾਇਦਾ ਟਰਾਲੀਆਂ ਤਿਆਰ ਕਰਵਾਈਆਂ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਪਰਾਲੀ ਦਾ, ਜਿੱਥੋਂ ਤੱਕ ਹੈ ਪਰਾਲੀ ਰੱਖੀ ਜਾ ਰਹੀ ਹੈ, ਉਹਨਾਂ ਨੂੰ ਜਿਹੜਾ ਕਵਰ ਕੀਤਾ ਜਾ ਰਿਹਾ, ਮੀਂਹ ਤੋਂ ਬਚਾਇਆ ਜਾ ਰਿਹਾ, ਉਹਨਾਂ ਦੇ ਬਾਰਿਸ਼ ਦਾ ਸਾਹਮਣੇ ਕਰਨ ਦੇ ਲਈ। ਉਹਨਾਂ ਵੱਡੀ ਗੱਲ ਕਰ ਲਈ ਜਾਵੇ ਜੇ ਸਧਾਰਨ ਸ਼ਬਦਾਂ ਵਿੱਚ, ਤਾਂ ਬਹੁਤ ਸਾਰੇ ਟਰੈਕਟਰ, ਬਹੁਤ ਸਾਰੇ ਨੌਜਵਾਨ ਆ ਜਿਹੜੇ ਉਹ 26 ਦੀ ਟਰੈਕਟਰ ਪਰੇਡ ਦੇ ਲਈ ਤਿਆਰੀ ਵਿੱਢ ਚੁੱਕੇ ਨੇ ਗੁਰਲਾਲ ਜੀ। ਲੱਗਦਾ ਸਰਕਾਰ ਮਨਜ਼ੂਰੀ ਦੇਗੀ, ਲੱਗਦਾ ਕੱਲ ਵਾਲੀ ਮੀਟਿੰਗ ਦੇ ਵਿੱਚ ਮਨਜ਼ੂਰੀ ਮਿਲ ਸਕਦੀ ਹੈ ਕਿਸਾਨਾਂ ਨੂੰ ਮਨਪ੍ਰੀਤ? ਜੀ ਗੁਰਲਾਲ, ਸਾਫ਼ ਤੇ ਸਪਸ਼ਟ ਅਸੀਂ ਨਹੀਂ ਕਹਿ ਸਕਦੇ, ਪਰ ਇਸ ਦੇ ਵਿੱਚ ਜਿਹੜਾ ਦਿੱਲੀ ਪੁਲਿਸ ਦਾ ਇੱਕ ਕਹਿ ਸਕਦੇ ਹਾਂ ਅਸੀਂ ਪੋਜ਼ਿਟਿਵ ਵੀ ਜਾਏਗਾ, ਮੈਸੇਜ ਵੀ ਜਾਏਗਾ ਪੋਜ਼ਿਟਿਵ, ਔਰ ਪੋਜ਼ਿਟਿਵ ਪੱਖ ਵੀ ਜਾਏਗਾ, ਕਿਉਂਕਿ ਕਿਸਾਨ ਆਗੂ ਅਗਰ ਕਹਿ ਰਹੇ ਨੇ ਅਸੀਂ ਕਿਸੇ ਹਿਸਟੋਰੀਕਲ ਬਿਲਡਿੰਗ ਦੇ ਆਸ-ਪਾਸ ਅਸੀਂ ਟਰੈਕਟਰ ਮਾਰਚ ਨਹੀਂ ਕਰਨਾ, ਅਸੀਂ ਜਿਹੜਾ ਰਾਜਪਥ ਦੇ ਆਲੇ ਦੁਆਲੇ ਅਸੀਂ ਮਾਰਚ ਨਹੀਂ ਕਰਨਾ, ਅਸੀਂ ਸਿਰਫ ਮਾਰਚ ਕਰਨਾ ਹੈ ਤਾਂ ਜਿਹੜੇ ਆਊਟਰ ਰਿੰਗ ਰੋਡਸ ਨੇ ਦਿੱਲੀ ਦੀਆਂ, ਉਹ ਇਨਰ ਰੋਡਸ ਦੀ ਵੀ ਗੱਲ ਨਹੀਂ ਹੋ ਰਹੀ। ਇਨਰ ਰੋਡਸ ਤੇ ਵੀ ਅਗਰ ਮਾਰਚ ਕਰਦੇ ਨੇ ਤਾਂ ਵੱਡਾ ਪ੍ਰਭਾਵ ਸਿਰਜਿਆ ਜਾ ਸਕਦਾ ਸੀ ਅਗਰ ਸ਼ਕਤੀ ਪ੍ਰਦਰਸ਼ਨ ਕਰਨਾ। ਹਾਂ ਬਿਲਕੁਲ ਬਿਲਕੁਲ, ਉਹ ਕਿਸਾਨ ਇਹੀ ਕਹਿ ਰਹੇ ਕਿ ਅਸੀਂ ਆਊਟਰ ਰਿੰਗ ਤੇ ਕਰਨਾ ਚਾਹੁੰਦੇ ਹਾਂ। ਜੀ ਜੀ ਬਿਲਕੁਲ, ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਜ਼ਰੂਰ ਕਰਨਾ ਚਾਹੁੰਦੀਆਂ ਨੇ, ਗਣਤੰਤਰ ਦਿਵਸ ਨੂੰ ਇੱਕ ਮਨਾ ਰਹੀਆਂ ਨੇ, ਇੱਕ ਸੈਲੀਬ੍ਰੇਸ਼ਨ ਦੇ ਵਜੋਂ ਉਸ ਨੂੰ ਦੇਖਿਆ ਜਾ ਰਿਹਾ, ਕਿਉਂਕਿ ਮਹਿਮਾ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਗੱਲ ਦਾ ਬੜਾ ਜ਼ਿਕਰ ਕੀਤਾ ਬੜੀ ਖੂਬਸੂਰਤ ਤਰੀਕੇ ਦੇ ਨਾਲ, ਕਿ ਪਹਿਲਾਂ ਜੋ ਵੀ ਗਣਤੰਤਰ ਪਰੇਡਸ ਹੁੰਦੀਆਂ ਆਈਆਂ ਨੇ ਉਹ ਸਰਕਾਰ ਦੇ ਵੱਲੋਂ ਉਲੀਕੀਆਂ ਹੁੰਦੀਆਂ ਸਨ, ਪਰ ਇਹ ਚੱਲਦੇ ਪ੍ਰਦਰਸ਼ਨ ਦੇ ਵਿੱਚ ਇਹ ਜਿਹੜੀ ਗਣਤੰਤਰ ਪਰੇਡ ਹੈ ਕਿਸਾਨਾਂ ਦੇ ਵੱਲੋਂ ਉਲੀਕੀ ਗਈ ਹੈ, ਕਿਸਾਨ ਜਥੇਬੰਦੀਆਂ ਦੇ ਵੱਲੋਂ ਉਲੀਕੀ ਗਈ ਹੈ। ਤਾਂ ਇਹ ਗਣਤੰਤਰ ਪਰੇਡ 'ਚ ਅਹਿਮ ਇਹ ਹੈ ਕਿ ਕਿਸਾਨਾਂ ਦੀ ਪਰੇਡ ਹੈ ਤੇ ਲੋਕਾਂ ਨੂੰ ਜਿਵੇਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੈਸੇਜ ਦਿੱਤਾ ਗਿਆ ਵੀ ਤੁਸੀਂ ਆਓ, ਸੜਕਾਂ ਦੇ ਦੁਆਲੇ ਆ, ਤੁਸੀਂ ਰੁਕੋ, ਤੇ ਤੁਸੀਂ ਜਿਹੜੀ ਕਿਸਾਨਾਂ ਦੀ ਟਰੈਕਟਰ ਪਰੇਡ ਹੈ ਕਿੰਨੀ ਸ਼ਾਂਤੀ ਦੇ ਨਾਲ ਹੁੰਦੀ ਹੈ, ਕਿੰਨੇ ਡਿਸਿਪਲਿਨ ਦੇ ਵਿੱਚ ਹੁੰਦੀ ਹੈ, ਤੁਸੀਂ ਇੱਕ ਵਾਰ ਉਸ ਨੂੰ ਜ਼ਰੂਰ ਦੇਖੋ। ਇਹ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤੀ ਹੋਵੇਗੀ ਇਸ ਸੰਘਰਸ਼ ਦੀ, ਅਗਰ ਕਿਸਾਨ ਜਥੇਬੰਦੀਆਂ ਇਹ ਵੀ ਪ੍ਰੂਫ ਕਰ ਰਹੀਆਂ ਨੇ, ਕਿਉਂਕਿ ਨੈਸ਼ਨਲ ਮੀਡੀਆ ਨੇ ਬਹੁਤ ਵੱਡਾ ਪ੍ਰੋਪੋਗੈਂਡਾ ਕੀਤਾ ਕਿ ਇਹ ਅੰਦੋਲਨ ਹੈ ਜੋ ਜਿਹੜਾ ਲੈਫਟ ਦੀਆਂ ਤਾਕਤਾਂ ਦਾ, ਇਹ ਖੱਬੇ ਪੱਖੀ ਧਿਰਾਂ ਦਾ ਅੰਦੋਲਨ ਹੈ, ਇਹ ਖਾਲਿਸਤਾਨੀ ਅੰਦੋਲਨ ਹੈ, ਜਿਹੜਾ ਲਗਾਤਾਰ ਅੱਜ ਵੀ ਤੁਸੀਂ ਕੋਈ ਨੈਸ਼ਨਲ ਮੀਡੀਆ ਦਾ ਇਹੋ ਜਿਹਾ ਬੇਕਾਰ ਇੱਕ ਕੁਛ ਚੈਨਲਾਂ ਨੂੰ ਛੱਡ ਕੇ ਜਿਹੜਾ ਕੁਛ ਜਿਹੜੇ ਦੂਸਰੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਬਹੁ ਗਿਣਤੀ ਚੈਨਲਾਂ ਦੀ ਖੋਲੋਗੇ ਤਾਂ ਉੱਥੇ ਇੱਕ ਬੇਕਾਰ, ਬੇਵਜ੍ਹਾ, ਬੇਹੁਦਾ ਪ੍ਰੋਪੇਗੈਂਡਾ ਕੀਤਾ ਜਾਂਦਾ ਲਗਾਤਾਰ ਉਹਨਾਂ ਚੈਨਲਾਂ ਦੇ ਉੱਪਰ ਬੈਠ ਕੇ। ਜਿਹੜੇ ਉਹਨਾਂ ਦੇ ਐਡੀਟਰ ਨੇ, ਉਹਨਾਂ ਦੇ ਜਿਹੜੇ ਐਂਕਰ ਨੇ, ਉਹਨਾਂ ਦਾ ਕੰਮ ਸਿਰਫ ਇੱਕੋ ਹੀ ਹੈ ਕਿ ਇਸ ਅੰਦੋਲਨ ਨੂੰ ਕਿਸ ਤਰੀਕੇ ਦੇ ਨਾਲ ਬਦਨਾਮ ਕੀਤਾ ਜਾਵੇ। ਤਾਂ ਉਹ ਲਗਾਤਾਰ ਇਸ ਆਪਣੀ ਡਿਊਟੀ ਹੈ, ਸ਼ਾਇਦ ਪਤਾ ਨਹੀਂ ਉਹਨਾਂ ਨੂੰ ਕਿਹਦੇ ਵੱਲੋਂ ਇਹ ਡਿਊਟੀ ਹੈ ਜੋ ਦਿੱਤੀ ਜਾਂਦੀ ਹੈ, ਕਿਸ ਦੇ ਵੱਲੋਂ ਜਿਹੜੀ ਇੰਨੀ ਇਮਾਨਦਾਰੀ ਦੇ ਨਾਲ ਉਹ ਡਿਊਟੀ ਕਰ ਰਹੇ ਨੇ, ਕਿਉਂਕਿ ਅਸੀਂ ਗਰਾਊਂਡ ਜ਼ੀਰੋ ਤੋਂ ਦੇਖਿਆ, ਚਾਹੇ ਤੁਸੀਂ ਹੋ ਚਾਹੇ ਮੈਂ ਆ, ਅਸੀਂ ਹੁਣ ਵੀ ਗਰਾਊਂਡ ਜ਼ੀਰੋ ਤੋਂ ਜਾ ਕੇ ਬਣਨਾ। ਤਾਂ ਉੱਥੇ ਕਿਸੇ ਵੀ ਖੱਬੇ ਪੱਖੀ ਧਿਰ ਦਾ ਕੋਈ ਜਿਹੜਾ ਉੱਥੇ ਦਬਦਬਾ ਨਹੀਂ ਹੈ, ਸਿਰਫ ਉੱਥੇ ਲੋਕ ਲਹਿਰ ਹੈ, ਲੋਕਾਂ ਦਾ ਦਬਦਬਾ, ਲੋਕਾਂ ਦੀ ਗੱਲ ਹੋ ਰਹੀ ਹੈ, ਨਾ ਉੱਥੇ ਕੋਈ ਖਾਲਿਸਤਾਨ ਦੀ ਗੱਲ ਹੋ ਰਹੀ ਹੈ। ਸਿਰਫ ਕਿਸਾਨ ਮਸਲੇ ਨੇ, ਜੋ ਕਿਸਾਨ ਖੇਤੀ ਬਿੱਲ ਜੇ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨ ਉਹਨਾਂ ਦੇ ਵਿਰੁੱਧ ਬੈਠੇ ਨੇ ਤਾਂ ਸਿਰਫ ਉੱਥੇ ਬਿੱਲਾਂ ਦੀ ਗੱਲ ਹੁੰਦੀ ਹੈ, ਸਿਰਫ ਕਿਸਾਨੀ ਮਸਲਿਆਂ ਦੀ ਗੱਲ ਹੁੰਦੀ ਹੈ, ਉੱਥੇ ਕਿਸੇ ਹੋਰ ਪ੍ਰੋਪੇਗੈਂਡੇ ਦੀ ਗੱਲ ਨਹੀਂ ਹੁੰਦੀ, ਕੋਈ ਹੋਰ ਧਿਰ ਉੱਥੇ ਹਾਵੀ ਨਹੀਂ ਹੈ, ਸਿਰਫ ਉੱਥੇ ਕਿਸਾਨੀ ਮਸਲੇ ਹਾਵੀ ਨੇ। ਜੀ ਗੁਰਲਾਲ, ਤਾਂ ਇੱਕ ਸਾਡੇ ਤੁਸੀਂ ਦੇਖ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਸੋ ਗੋਲੇਵਾਲੀਆ ਜੀ ਨੇ ਕਿਹਾ ਹੈ ਕਿ ਅਸੀਂ ਜਿਹੜੇ ਟਰੈਕਟਰ ਬਰਾੜੀ ਮੈਦਾਨ 'ਚ ਮੋਰਚੇ ਦੀ ਵਾਪਸੀ 'ਚ ਲੈ ਕੇ ਗਏ ਟਿਕਰੀ ਬਾਰਡਰ ਤੇ, ਉਹ ਕੱਲ ਨੂੰ 35 ਟਰੈਕਟਰ ਸੀਗੇ, ਤੇ ਕਿਉਂਕਿ ਉੱਥੋਂ ਦੇ ਫੌਜੀ ਵੀਰਾਂ ਦਾ ਵੀ ਸਾਥ ਦਿੱਤਾ, ਉਹਨਾਂ ਦਾ ਕਹਿਣਾ ਫੌਜੀ ਵੀਰਾਂ ਤੇ ਨਾਲ ਦੀ ਨਾਲ ਮੈਂ ਵੀ ਸਾਂਝੀ ਕਰ ਦਿੰਦਾ ਇੱਕ ਅਪਡੇਟ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ਦੀ ਜਿਹੜੀ ਕਹਿ ਲਈਏ ਉਹਨਾਂ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ 23 ਤੇ 26 ਨੂੰ, ਕਿਹੜੇ ਕਿਹੜੇ ਰਸਤਿਆਂ ਤੇ ਨਾ ਜਾਓ ਉਹ ਮੈਂ ਦੱਸਣਾ ਚਾਹਾਂਗਾ। ਕਿਹੜੇ ਕਿਹੜੇ ਰਸਤੇ ਹੈ ਕਿ ਜਿੱਥੇ ਤੁਸੀਂ ਜਾਓਗੇ ਤਾਂ ਉੱਥੇ ਤੁਹਾਨੂੰ ਉੱਥੇ ਬੜੀ ਦਿੱਕਤ ਆ ਸਕਦੀ ਹੈ। 23 ਜਨਵਰੀ ਨੂੰ ਵਿਜੇ ਚੌਂਕ, ਰਫੀ ਮਾਰਗ, ਜਨਪਥ, ਮਾਨ ਸਿੰਘ ਰੋਡ ਉੱਤੇ ਟ੍ਰੈਫਿਕ ਨੂੰ ਆਗਿਆ ਨਹੀਂ ਹੋਵੇਗੀ, ਤਾਂ ਉਸ ਰੋਡ ਉੱਤੇ ਤੁਸੀਂ ਡਾਇਵਰਟ ਹੋ ਕੇ ਕਿਸੇ ਹੋਰ ਰੋਡ ਤੇ ਜਾ ਸਕਦੇ ਹੋ। ਅਗਰ ਕੋਈ ਵੀ
ਕਿ ਜੇ ਦਿੱਲੀ ਦਾ ਜਾਂ ਕੋਈ ਸਾਡਾ ਭਾਈ ਸਾਨੂੰ ਦੇਖ ਰਿਹਾ ਤਾਂ ਉਹਦੇ ਲਈ ਬੜੀ ਖਾਸ ਖਬਰ ਹੈ। ਤੇ ਨਾਲ ਦੀ ਨਾਲ ਉਹਨਾਂ ਨੇ 23 ਜਨਵਰੀ ਨੂੰ ਜਦੋਂ ਘਰ ਤੋਂ ਨਿਕਲਣ ਵੀ ਟ੍ਰੈਫਿਕ ਐਡਵਾਈਜ਼ਰੀ ਨੂੰ ਧਿਆਨ ਦੇ ਵਿੱਚ ਰੱਖਣ। ਇਹ ਬੜੀ ਵੱਡੀ ਖਾਸ ਅਪਡੇਟ ਹੈ ਕਿਉਂਕਿ 26 ਜਨਵਰੀ ਨੂੰ ਸਵੇਰੇ 4 ਵਜੇ ਤੋਂ ਹੀ ਨੇਤਾਜੀ ਸੁਭਾਸ਼ ਮਾਰਗ ਨੂੰ ਵੀ ਬੰਦ ਕਰ ਦਿੱਤਾ ਜਾਏਗਾ। ਮਨਪ੍ਰੀਤ ਜੀ, ਇਸ ਤਰੀਕੇ ਨੂੰ ਕਿਵੇਂ ਦੇਖਦੇ ਹੋ ਜਿੱਥੇ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ? ਕਿਸਾਨ ਹੁਣ ਆਊਟਰ ਰਿੰਗ ਰੋਡ ਤੇ ਮੈਨੂੰ ਲੱਗਦਾ ਮੁਸ਼ਕਲ ਹੀ ਬਣ ਗਈ ਹੈ, ਕਿਸਾਨਾਂ ਵਾਸਤੇ ਨਹੀਂ ਮਾਰਚ ਕਰਨ ਦਿੱਤਾ ਜਾਏਗਾ। ਨਹੀਂ ਜੀ ਗਰਲਾਲ, ਨਹੀਂ ਬਿਲਕੁਲ ਏਦਾਂ ਨਹੀਂ ਹੋਏਗਾ। ਅਗਰ ਇਸ ਤਰ੍ਹਾਂ ਦਾ ਹੁੰਦਾ ਤਾਂ ਦਿੱਲੀ ਪੁਲਿਸ ਹੈ ਜੋ ਸਾਫ਼ ਮਨਾ ਕਰਕੇ ਜਿਹੜਾ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਨੂੰ ਕਦੇ ਵੀ ਸੱਦਾ ਨਹੀਂ ਦਿੰਦੀ ਸੀ, ਤਾਂ ਉਹਨਾਂ ਦੇ ਵੱਲੋਂ ਇੱਕ ਨੋਟ ਜਾਰੀ ਕਰ ਦਿੱਤਾ ਜਾਂਦਾ, ਚਾਹੇ ਉਹ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਹੁੰਦਾ ਜਾਂ ਇੱਕ ਨੋਟਿਸ ਜਿਹੜਾ ਜਥੇਬੰਦੀਆਂ ਨੂੰ ਦੇ ਦਿੱਤਾ ਜਾਂਦਾ ਕਿ ਇਹ ਜਿਹੜਾ ਟਰੈਕਟਰ ਮਾਰਚ ਹੈ 26 ਨੂੰ ਨਹੀਂ ਹੋਏਗਾ। ਇਸ ਤਰ੍ਹਾਂ ਦਾ ਨਹੀਂ ਹੋਇਆ ਤੇ ਇਸ ਦਾ ਮਤਲਬ ਇਹ ਹੈ ਕਿ ਟਰੈਕਟਰ ਮਾਰਚ ਹੋਏਗਾ। ਪੁਲਿਸ ਨੂੰ ਜਿਹੜਾ ਰੋਡ ਮੈਪ ਮੁਕੰਮਲ ਜਿਹੜਾ ਦੇ ਦਿੱਤਾ ਗਿਆ। ਰਾਜੇਵਾਲ ਬਲਬੀਰ ਸਿੰਘ ਰਾਜੇਵਾਲ ਜੀ ਜਿਹੜੇ ਉਹ ਗੱਲਬਾਤ ਜਦੋਂ ਕੱਲ ਮੀਡੀਆ ਦੇ ਰੂਬਰੂ ਹੋਏ ਤਾਂ ਉਹਨਾਂ ਨੇ ਇਹ ਗੱਲ ਰੱਖੀ ਹੈ ਮੀਡੀਆ ਦੇ ਸਾਹਮਣੇ ਵੀ ਕਿ ਜਿਹੜਾ ਰੋਡ ਮੈਪ ਦਿੱਤਾ ਗਿਆ ਅਸੀਂ ਪੁਲਿਸ ਨੂੰ ਦੱਸ ਦਿੱਤਾ ਕਿ ਤੁਸੀਂ ਆਪਣੀ ਇੱਥੇ ਸਿਕਿਉਰਿਟੀ ਲਗਾ ਸਕਦੇ ਹੋ, ਇਸ ਤਰੀਕੇ ਦੇ ਨਾਲ ਤੁਸੀਂ ਪ੍ਰਬੰਧ ਕਰ ਸਕਦੇ ਹੋ, ਤੁਹਾਨੂੰ ਇਸ ਦੇ ਵਿੱਚ ਸਹੂਲੀਅਤ ਰਹੇਗੀ ਕਿਉਂਕਿ ਜੋ ਅਸੀਂ ਕਰਨਾ ਉਹ ਅਸੀਂ ਦੱਸ ਕੇ ਕਰ ਰਹੇ ਹਾਂ। ਪਹਿਲਾਂ ਕਾਲ ਦਿੱਤੀ ਹੋਈ ਆ 26 ਦੇ ਗਣਤੰਤਰ ਪਰੇਡ ਦੀ, ਤਾਂ ਉਹ ਵੀ ਦਿੱਤੀ ਹੋਈ ਹੈ ਕਿ ਹੋਏਗਾ ਵੀ ਦਿੱਲੀ ਦੇ ਅੰਦਰ ਹੋਏਗਾ, ਜੋ ਸਿੰਘੂ ਬਾਰਡਰ ਤੋਂ ਜਿਹੜਾ ਪਾਰ ਹੈ ਉਹ ਹੋਏਗਾ ਦਿੱਲੀ ਦੇ ਅੰਦਰ ਦੀਆਂ ਜੋ ਸੜਕਾਂ ਨੇ। ਤਾਂ ਜਿਹੜੀ ਸਰਕਾਰ ਦੇ ਵੱਲੋਂ ਜਿਹੜੀ ਗਰਲਾਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਉਹ ਲੋਕਾਂ ਦੀ ਸਹੂਲੀਅਤ ਦੇ ਲਈ ਜਾਰੀ ਕੀਤੀ ਗਈ ਹੈ। ਸਰਕਾਰ ਦਾ ਇਹ ਫਰਜ਼ ਵੀ ਬਣਦਾ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ, ਕੋਈ ਦਿੱਕਤ ਜਿਹੜਾ ਉਹਦਾ ਸਾਹਮਣਾ ਨਾ ਕਰਨਾ ਪਵੇ, ਤਾਂ ਪਬਲਿਕ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ, ਕਿਉਂਕਿ ਜਿਹੜੇ ਕਿਸਾਨਾਂ ਨੇ ਜਿਹੜਾ ਰੋਡ ਮੈਪ ਦਿੱਤਾ ਹੈ ਆਊਟਰ ਰਿੰਗ ਰੋਡਸ ਨੇ ਦਿੱਲੀ ਦੇ, ਕੋਈ ਦਵਾ ਪਹਿਲਾਂ ਮੈਂ ਜ਼ਿਕਰ ਕਰ ਚੁੱਕਿਆ ਜੀ, ਇਨਰ ਰੋਡਸ ਨਹੀਂ ਗੇ, ਆਊਟਰ ਰੋਡ ਨੇ ਸਾਰੇ ਰੋਡ ਜਿਹੜੇ ਆਊਟਰਸ ਨੇ। ਪਹਿਲੀ ਗੱਲ ਤਾਂ ਜੀ 26 ਜਨਵਰੀ ਨੂੰ ਗਣਤੰਤਰ ਪਰੇਡ ਹੈ, ਹਰ ਵਾਰ ਜਿਹੜਾ ਇੱਕ ਨੈਸ਼ਨਲ ਹੋਲੀਡੇ ਹੁੰਦਾ 26 ਜਨਵਰੀ ਨੂੰ ਜੀ ਗਰਲਾਲ। ਤਾਂ ਦੂਸਰੀ ਤਰਫ ਇੱਕ ਅਪਡੇਟ ਹੋਰ ਹੈ ਕਿ ਜਿਹੜੇ ਆਪ ਦੇ ਵਿਧਾਇਕ ਅਹੁਦੇਦਾਰ ਹੈ ਉਹ ਵੀ ਕਿਸਾਨ ਟਰੈਕਟਰ ਪਰੇਡ ਚ ਹੋਣਗੇ ਸ਼ਾਮਿਲ। ਭਗਵੰਤ ਮਾਨ ਜਿਹੜੇ ਹੈ ਉਹਨਾਂ ਵੱਲੋਂ ਜਿਹੜੀ ਇੱਕ ਟਰੈਕਟਰ ਮਾਰਚ ਜਿੱਥੇ ਕਿਸਾਨ ਕੱਢ ਰਹੇ ਉੱਥੇ ਉਹ ਨੌਜਵਾਨਾਂ ਨਾਲ ਮਿਲ ਕੇ ਮੋਟਰਸਾਈਕਲਾਂ ਉੱਤੇ ਜਿਹੜੀ ਹੈ ਪੰਜਾਬ ਵਿੱਚ 23 ਜਨਵਰੀ ਨੂੰ ਮੋਟਰਸਾਈਕਲ ਉੱਤੇ ਰੈਲੀਆਂ ਜਿਹੜੀਆਂ ਕੱਢੀਆਂ ਜਾਣਗੀਆਂ। ਕਿਵੇਂ ਦੇਖਦੇ ਹੋ ਮਨਪ੍ਰੀਤ? ਇੱਕ ਪਾਸੇ ਸਿਆਸਤ ਵੀ ਆਪਣਾ ਕਹਿ ਲਈਏ ਪੂਰਾ ਰੰਗ ਵਿਖਾ ਰਹੀ ਹੈ, ਕਿਸਾਨਾਂ ਦੇ ਨਾਲ ਖੜੀ ਹੈ ਜਿੱਥੇ ਸਿਆਸਤ ਦੀ ਅਸੀਂ ਗੱਲ ਕਰਦੇ ਹਾਂ। ਮਨਪ੍ਰੀਤ ਜੀ ਗਰਲਾਲ, ਅਗਰ ਗੱਲ ਕਰ ਲਈ ਜਾਵੇ ਸਿਆਸਤ ਕਿਸਾਨਾਂ ਦੇ ਨਾਲ ਖੜੀ ਨਹੀਂ, ਜੇ ਤੁਹਾਡੇ ਸ਼ਬਦਾਂ ਦੇ ਵਿੱਚ ਮੈਂ ਚਾਹੂੰਗਾ ਕਿ ਉਹਨਾਂ ਨੂੰ ਦਰੁਸਤੀ ਕਰਨਾ ਚਾਹੂੰਗਾ, ਸਿਆਸਤ ਨੂੰ ਕਿਸਾਨਾਂ ਦੇ ਨਾਲ ਹੈ ਜਿਹੜਾ ਖੜਨਾ ਪੈ ਰਿਹਾ, ਚਾਹੇ ਉਹ ਕੋਈ ਵੀ ਸਿਆਸੀ ਪਾਰਟੀ ਹੋ, ਮਜਬੂਰੀ ਹੈ ਉਹਨਾਂ ਦੀ। ਸ਼੍ਰੋਮਣੀ ਅਕਾਲੀ ਦਲ ਦੀ ਅਗਰ ਤੁਸੀਂ ਗੱਲ ਕਰ ਲਈ ਜਾਵੇ ਤਾਂ ਮੈਂ ਖੁਦ ਦੇਖੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਨੇ ਫੇਸਬੁੱਕ ਤੇ ਲਾਈਵ ਆ ਕੇ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਨੇ ਪਹਿਲੇ ਦਿਨਾਂ ਦੇ ਵਿੱਚ। ਤੇ ਉਸ ਤੋਂ ਬਾਅਦ ਅਗਰ ਕੈਪਟਨ ਸਾਹਿਬ ਦਾ ਵੀ ਵਿੱਚ ਇੱਕ ਜ਼ਿਕਰ ਆਉਂਦਾ ਹੈ, ਉਸ ਤੋਂ ਬਾਅਦ ਚਾਹੇ ਜਿਹੜਾ ਸਰਬਸੰਮਤੀ ਦੇ ਨਾਲ ਮਤਾ ਵੀ ਪਾਸ ਕੀਤਾ ਗਿਆ, ਸਰਬਸੰਮਤੀ ਦੇ ਨਾਲ ਇੱਕ ਜਿਹੜਾ ਮੈਮੋਰੈਂਡਮ ਵੀ ਤਿਆਰ ਕੀਤਾ ਗਿਆ, ਇੱਕ ਬਿੱਲ ਵੀ ਜਿਹੜੇ 3 ਨੇ ਪਾਸ ਕੀਤੇ ਗਏ। ਉਹ ਜਿਹੜੇ ਹਜੇ ਰਾਜਪਾਲ ਜਿਹੜੇ ਨੇ ਪੰਜਾਬ ਦੇ VP ਸਿੰਘ ਬਦਨੌਰ, ਉਹਨਾਂ ਦੇ ਦਫ਼ਤਰ ਦੇ ਵਿੱਚ ਪਏ ਨੇ, ਉਹਨਾਂ ਦਾ ਹਜੇ ਕੀ ਬਣਿਆ, ਕਿੱਥੇ ਪਏ ਨੇ, ਕਿਸ ਕੋਨੇ ਦੇ ਵਿੱਚ ਪਏ ਨੇ, ਉਹਨਾਂ ਨੂੰ ਪਤਾ ਹੋਣਾ ਚੰਗੇ ਤਰੀਕੇ ਦੇ ਨਾਲ। ਬਾਕੀ ਆਪਾਂ ਇਸ ਮਸਲੇ ਦੇ ਵੱਲ ਆਵਾਂਗੇ। ਤਾਂ ਸਿਆਸੀ ਪਾਰਟੀਆਂ ਦੀ ਮਜਬੂਰੀ ਹੈ ਕਿਉਂਕਿ ਜਿਹੜਾ ਵੋਟ ਬੈਂਕ ਹੈ, ਵੱਡੀ ਜਿਹੜੀ ਵੋਟ ਬੈਂਕ ਹੈ ਉਹ ਵੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਬਹੁਤ ਵੱਡਾ ਸੈਕਸ਼ਨ ਹੈ ਜਿਹੜਾ ਪੰਜਾਬ ਦਾ 70% ਆਬਾਦੀ ਹੈ ਜੋ ਖੇਤੀ ਤੇ ਨਿਰਭਰ ਕਰਦੀ ਹੈ, 70 ਤੋਂ ਵੀ ਜ਼ਿਆਦਾ ਜੇ ਕਹਿ ਲਈਏ ਤਾਂ। ਤੇ ਮਜ਼ਦੂਰ ਵਰਗ ਜਿਸ ਤਰ੍ਹਾਂ ਨਾਲ ਚੱਲਿਆ, ਮਜ਼ਦੂਰ ਵਰਗ ਵੀ ਅਹਿਮ ਹੈ। ਮਜ਼ਦੂਰ ਵਰਗ ਵੀ ਜਿਹੜਾ ਕਿਸਾਨਾਂ ਦੇ ਨਾਲ ਉਸ ਦਾ ਚੱਲਣਾ ਜ਼ਰੂਰੀ ਸੀ ਤੇ ਉਹ ਚੱਲਿਆ ਵੀ ਹੈ। ਮਜ਼ਦੂਰ ਵਰਗ ਵੀ ਪਹਿਲੇ ਦਿਨ ਤੋਂ ਖੜਿਆ ਤੇ ਮਜ਼ਦੂਰ ਵੋਟ ਬੈਂਕ ਅਗਰ ਗੱਲ ਕਰ ਲਈ ਜਾਵੇ ਤਾਂ ਕਿਸਾਨੀ ਵੋਟ ਬੈਂਕ ਤਾਂ ਉਹ ਸਾਰਾ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ। ਪਾਰਟੀਆਂ ਨੂੰ ਵੋਟਾਂ ਦੀ ਲੋੜ ਹੈ ਤੇ ਹਮਦਰਦੀ ਜ਼ਾਹਿਰ ਕਰ ਰਹੀਆਂ ਨੇ, ਤਾਂ ਇਸ ਦਾ ਸਵਾਗਤ ਵੀ ਕਰਾਂਗੇ ਸਿਆਸੀ ਪਾਰਟੀਆਂ ਦਾ। ਜੋ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਆਈ ਹੈ, ਉਸ ਤੋਂ ਕਿਸਾਨੀ ਅੰਦੋਲਨ ਤੋਂ ਬਾਅਦ ਹੀ ਅਸੀਂ ਦੇਖਿਆ ਜਿਹੜਾ 9 ਮਾਸ ਦੇ ਰਿਸ਼ਤੇ ਵੀ ਟੁੱਟੇ ਨੇ। ਉਸ ਤੋਂ ਬਾਅਦ ਜਿਹੜੇ ਹੁਣ ਮੈਂ ਜ਼ਿਕਰ ਕਰਕੇ ਹਟਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪ੍ਰਸਤਾਵ ਲਿਆਂਦੇ ਗਏ, ਉਹ ਪਾਸ ਕੀਤੇ ਗਏ ਇਹਨਾਂ ਨਿਰਸਤ ਕਰਨ ਦੇ ਲਈ, ਇਹਨਾਂ ਖੇਤੀ ਬਿੱਲਾਂ ਨੂੰ ਕੇਂਦਰ ਦੀ ਸਰਕਾਰ ਦੇ ਵੱਲੋਂ। ਆਮ ਆਦਮੀ ਪਾਰਟੀ, ਕੇਜਰੀਵਾਲ ਜਿਹੜੇ ਮੁੱਖ ਮੰਤਰੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਤਾਂ ਉਹ ਲਗਾਤਾਰ 2 ਵਾਰ ਆ ਕੇ ਗਏ ਨੇ ਗੁਰੂ ਤੇਗ ਬਹਾਦਰ ਹਾਲ,
ਉੱਥੇ ਉਹਨਾਂ ਨੇ ਵਾਈਫਾਈ ਦੀ ਸਹੂਲੀਅਤ ਦਿੱਤੀ ਹੋਈ ਹੈ। ਦਿੱਲੀ ਜਲ ਬੋਰਡ ਦੇ ਟੈਂਕ ਸਾਨੂੰ ਦਿਖਦੇ ਨੇ ਉੱਥੇ ਬਹੁਤ ਸਾਰੀਆਂ ਜਿਹੜੀਆਂ ਫਲਸ਼ਾਂ ਨੇ ਉਹਨਾਂ ਨੇ ਉਹ ਮੁਹੱਈਆ ਕਰਵਾਈਆਂ ਨੇ ਦਿੱਲੀ ਸਰਕਾਰ ਦੀ ਤਰਫ ਤੋਂ। ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਹਮਦਰਦੀ ਪ੍ਰਗਟਾਈ ਜਾ ਸਕੇ ਕਿਸਾਨਾਂ ਦੇ ਨਾਲ। ਕਿਸਾਨ ਦੇਸ਼ ਦਾ ਅੰਦਾ ਤਾਂ ਢਿੱਡ ਵੀ ਭਰਦਾ, ਜ਼ਰੂਰੀ ਵੀ ਸੀ, ਪਰ ਸਿਆਸੀ ਪਾਰਟੀਆਂ ਜਿਵੇਂ ਵੀ ਆਈਆਂ, ਜਿਸ ਮਨਸ਼ਾ ਨਾਲ ਵੀ ਆਈਆਂ, ਅਸੀਂ ਵੀ ਉਹਨਾਂ ਦਾ ਸਵਾਗਤ ਕਰਦੇ ਹਾਂ। ਤਾਂ ਇਹ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ, ਇਸ ਦਾ ਵੀ ਸਵਾਗਤ ਕਰਨਾ ਬਣਦਾ ਹੈ, ਕਿਉਂਕਿ ਕਿਸਾਨ ਯੂਨੀਅਨਸ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਲੈ ਰਹੀਆਂ ਤੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ਤੇ ਬੋਲਣ ਦੀ ਮਨਾਹੀ ਹੈ। ਇਹ ਪਹਿਲੇ ਦਿਨ ਤੋਂ ਅਸੀਂ ਦੇਖਦੇ ਆਏ ਹਾਂ। ਪਰ ਜਿਹੜਾ ਉਹਨਾਂ ਨੇ ਕਿਹਾ ਕਿ ਆਪ ਮੁਹਾਰੇ ਅਗਰ ਕੋਈ ਵੀ ਸਿਆਸੀ ਪਾਰਟੀ ਸਾਨੂੰ ਸਮਰਥਨ ਦੇਣਾ ਚਾਹੁੰਦੀ ਹੈ ਆਪਣੀ ਨਿੱਜੀ ਤੌਰ ਤੇ, ਆਪਣੇ ਸਾਧਨਾਂ ਦੇ ਰਾਹੀਂ, ਆਪਣੇ ਤਰੀਕਿਆਂ ਦੇ ਨਾਲ, ਤਾਂ ਉਹ ਦੇ ਸਕਦੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਵੀ ਅਗਰ ਆਪਣੀ ਨਿੱਜੀ ਸਮਰੱਥਾ ਦੇ ਮੁਤਾਬਕ, ਨਿੱਜੀ ਸੋਚ ਦੇ ਮੁਤਾਬਕ ਅਗਰ ਕਿਸਾਨਾਂ ਦਾ ਸਮਰਥਨ ਕਰਨਾ ਚਾਹੁੰਦੀ ਹੈ ਇਸ ਪਰੇਡ ਦੇ ਵਿੱਚ, ਤਾਂ ਉਹ ਕਰ ਸਕਦੀ। ਉਸ ਨੂੰ ਮਨਾਹੀ ਨਹੀਂ ਹੋਏਗੀ, ਤਾਂ ਉਹ ਵੀ ਆਮ ਕਿਸਾਨਾਂ ਦੀ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਗੇ। ਜੀ ਗੁਰਲਾਲ। ਪਰ ਮਨਪ੍ਰੀਤ, ਜਿੱਥੇ ਕਿ ਕਿਸਾਨਾਂ ਨੇ ਇੰਨਾ ਪੈਸਾ ਲਾ ਕੇ ਜਿਹੜੇ ਟਰੈਕਟਰ ਤਿਆਰ ਕੀਤੇ ਹੈ, ਉਹਨਾਂ ਨੂੰ ਵੱਲੋਂ ਇਹ ਸੀਗਾ ਕਿ ਬੈਰੀਕੇਟਿੰਗ ਹਟਾਈ ਜਾਏਗੀ, ਕਿ ਜਥੇਬੰਦੀਆਂ ਵੱਲੋਂ ਜਿਹੜਾ ਹੈ 26 ਤਰੀਕ ਦਾ ਜਿਹੜਾ ਮਾਰਚ ਹੈ ਜਾਂ ਉਸ ਤੋਂ ਪਹਿਲਾਂ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਵੀ ਟਰੈਕਟਰ ਉਥੋਂ ਬੈਰੀਕੇਡ ਹਟਾਈ ਜਾਣਗੇ। ਪਰ ਜਿਹੜੇ ਇੰਨੇ ਟਰੈਕਟਰ ਉਹਨਾਂ ਨੇ ਪੈਸੇ ਲਾ ਕੇ ਤਿਆਰ ਕੀਤੇ ਹੈ, ਪਰ ਉੱਥੇ ਜਥੇਬੰਦੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਜਿਹੜੇ ਇਹ ਟਰੈਕਟਰ ਨਹੀਂ ਲਿਆਉਣ ਦਿੱਤੇ ਜਾਣਗੇ। ਨਹੀਂ ਗੁਰਲਾਲ ਜੀ, ਇਹ ਤੁਹਾਡੇ ਕੋਲ ਜਿਹੜੀ ਜਾਣਕਾਰੀ ਸਹੀ ਨਹੀਂ, ਦਰੁਸਤ ਨਹੀਂ ਜਾਣਕਾਰੀ ਜਿਹੜੀ ਤੁਹਾਡੇ ਕੋਲ ਪਹੁੰਚੀ ਹੈ। ਜਥੇਬੰਦੀਆਂ ਨੇ ਕਦੇ ਵੀ ਜਿਹੜਾ ਇਹ ਮਨਾ ਨਹੀਂ ਕੀਤਾ। ਜਿਹੜੇ ਪੀਸਫੁਲ ਤਰੀਕੇ ਦੇ ਨਾਲ ਜਿਹੜੀਆਂ ਸੁਰੱਖਿਆ ਛਤਰੀਆਂ ਨੇ, ਮੇਰਾ ਸਵਾਲ ਨਹੀਂ ਤੁਸੀਂ ਸਮਝੇ, ਮੈਂ ਇਹ ਕਹਿ ਰਿਹਾ ਕਿ ਜਿਹੜੇ ਟਰੈਕਟਰ ਤਿਆਰ ਕੀਤੇ ਜਾ ਰਹੇ ਹੈ ਕਿਸਾਨਾਂ ਵੱਲੋਂ, ਜਿਹੜੇ ਜਿਨ੍ਹਾਂ ਉੱਤੇ ਬੈਰੀਕੇਟਿੰਗ ਨੂੰ ਤੋੜਨ ਵਾਸਤੇ ਜਿਹੜੇ ਟਰੈਕਟਰ ਤਿਆਰ ਕੀਤੇ ਆ, ਜੰਗਲੇ ਲਗਾਏ ਗਏ ਨੇ ਜਾਂ ਤੁਸੀਂ ਲੋਹੇ ਦੇ ਜਿਹੜੇ ਐਂਗਲ ਲੱਗੇ, ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਕਰਨਾ। ਬਲਬੀਰ ਸਿੰਘ ਰਾਜੇਵਾਲ ਦਾ ਤੁਸੀਂ ਬਿਆਨ ਸੁਣਿਆ ਹੋਣਾ, ਜਿੱਥੇ ਉਹਨਾਂ ਸਾਫ਼ ਕਿਹਾ ਹੈ ਕਿ ਬਿਲਕੁਲ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਮਾਰਚ ਕਰਨਾ, ਕਿਸੇ ਤਰੀਕੇ ਦੀ ਕੋਈ ਜੇ ਲੋੜ ਪੈਂਦੀ ਹੈ, ਪਹਿਲੀ ਗੱਲ ਉਹਨਾਂ ਨੇ ਇਹ ਕਿਹਾ ਕਿ ਅਸੀਂ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਕਰਨਾ। ਮੈਂ ਉਹ ਕਹਿ ਰਿਹਾ ਕਿ ਉਹ ਕਿਸਾਨਾਂ ਨੇ ਜਿਹੜੇ ਟਰੈਕਟਰ ਤਿਆਰ ਕੀਤੇ, ਮੇਰਾ ਸਵਾਲ ਉਹ ਸੀਗਾ। ਜੀ ਮਨਪ੍ਰੀਤ ਜੀ, ਉਹਨਾਂ ਦੇ ਬਿਆਨ ਤੋਂ ਬਾਅਦ ਲਗਾਤਾਰ ਜਿਹੜੇ ਰਿਐਕਸ਼ਨ ਆਏ ਨੇ ਜਥੇਬੰਦੀਆਂ ਦੇ, ਦੂਸਰੀਆਂ ਦੇ ਵੀ। ਰਾਜੇਵਾਲ ਸਾਹਿਬ ਹਰਾਂ ਦਾ ਜਿਹੜਾ ਬਿਆਨ ਉਹ ਵੀ ਇੱਕ ਦਰੁਸਤ ਸੀ। ਉਹਨਾਂ ਨੇ ਸਹੀ ਕਿਹਾ ਸੀ ਕਿ ਅਸੀਂ ਜਦੋਂ ਅੰਦੋਲਨ ਨੂੰ ਇੱਕ ਸਾਦਾ ਅੰਦੋਲਨ ਰੱਖਿਆ ਹੋਇਆ, ਇੱਕ ਸ਼ਾਂਤੀਪੂਰਵਕ ਰੱਖਿਆ ਹੋਇਆ ਇਹ ਅੰਦੋਲਨ, ਤਾਂ ਸਾਨੂੰ ਇਹ ਸ਼ੋਅ ਨਹੀਂ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਕੋਈ ਅਟੈਕ ਕਰਨ ਜਾ ਰਹੇ ਹਾਂ ਕੇਂਦਰ ਦੀ ਸਰਕਾਰ ਦੇ ਉੱਪਰ, ਅਸੀਂ ਕੋਈ ਜਿਹੜਾ ਹਮਲਾ ਕਰਨ ਜਾ ਰਹੇ ਹਾਂ, ਇਹ ਨਹੀਂ ਹੈ। ਅਸੀਂ ਸਿਰਫ ਜਿਹੜਾ ਇੱਕ ਆਪਣੀ ਆਵਾਜ਼ ਪਹੁੰਚਾਉਣੀ ਹੈ, ਸਿਰਫ ਅਸੀਂ ਇੱਕ ਗਣਤੰਤਰ ਪਰੇਡ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ, ਤੇ ਉਹ ਬੜੇ ਸਾਦੇ ਤੇ ਜਿਹੜੇ ਸਿੰਪਲ ਤਰੀਕਾ ਜਿਹੜਾ ਹੋਊਗਾ। ਮਤਲਬ ਇਹੀ ਹੈ ਵੀ ਸ਼ਾਂਤੀਪੂਰਵਕ ਤਰੀਕਾ ਜਿਹੜਾ ਉਹਨਾਂ ਕਿਹਾ ਕਿ ਜਿੰਨੇ ਵੀ ਅੰਦੋਲਨ ਹੈ, ਪਹਿਲਾ ਅੰਦੋਲਨ ਹੈ ਜਿਹੜਾ ਕਿ ਇੰਨੇ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ, ਤਾਂ ਮਤਲਬ ਇਹੀ ਹੈ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਅੰਦੋਲਨ ਚੱਲਣਾ ਹੈ ਤੇ ਕਿਸਾਨ ਵੀਰ ਉਸ ਦਾ ਸਾਥ ਦੇਣ। ਬਲਕਿ ਇੱਥੇ ਨੌਜਵਾਨੀ ਦੀ ਗੱਲ ਹੋਈ ਸੀ, ਨੌਜਵਾਨ ਕਹਿ ਰਹੇ ਸੀਗੇ, ਸਟੇਜ ਤੋਂ ਵੀ ਦੇਖਿਆ ਗਿਆ ਸੀਗਾ ਕਿ ਇੱਕ ਐਲਾਨ ਜਿਹੜਾ ਕੀਤਾ ਗਿਆ ਸੀਗਾ ਵੀ ਇੱਕ ਟਰੈਕਟਰ ਰੈਲੀ ਪਹਿਲਾਂ ਕੱਢ ਦੇਣੀ ਚਾਹੀਦੀ ਹੈ ਕਿ ਅਸੀਂ ਤਾਂ ਹੀ ਅੱਗਾ ਜਾ ਕੇ ਪਹੁੰਚਾਂਗੇ। ਪਰ ਗੱਲ ਇਹ ਸੀਗੀ ਕਿ ਮਾਰਚ ਜਿਹੜਾ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ, ਕਿਸੇ ਤਰੀਕੇ ਨਾਲ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਜਾਏਗੀ। ਇਹ ਸਭ ਤੋਂ ਵੱਡੀ ਵਧੀਆ ਤੇ ਰਣਨੀਤੀ ਹੈ ਜਿਹੜੀ ਹੈ ਜਥੇਬੰਦੀਆਂ ਦੀ, ਬੜੀ ਵਧੀਆ ਰਣਨੀਤੀ ਹੈ। ਜੀ ਮਨਪ੍ਰੀਤ। ਜਿਹੜਾ ਅੰਦੋਲਨ ਹੈ ਉਸ ਨੂੰ ਸਾਫ਼ ਰੱਖਿਆ ਜਾਏਗਾ ਤੇ ਉਸ ਨੂੰ ਜਿਹੜਾ ਸਪਸ਼ਟ ਤਰੀਕੇ ਦੇ ਨਾਲ ਹੈ ਉਹ ਚਲਾਇਆ ਜਾਏਗਾ, ਉਸ ਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚਲਾਇਆ ਜਾਏਗਾ। ਤਾਂ ਇਸ ਦੇ ਵਿੱਚ ਹੁੱਲੜਬਾਜ਼ੀ ਤੋਂ ਹਟਕੇ ਕਰ ਚੁੱਕੀਆਂ ਨੇ ਜਥੇਬੰਦੀਆਂ ਤੇ ਨੌਜਵਾਨਾਂ ਨੂੰ ਲਗਾਤਾਰ ਅਪੀਲ ਵੀ ਕੀਤੀ ਹੈ। ਨੌਜਵਾਨਾਂ ਦਾ ਜਿੱਥੇ ਵੱਡਾ ਸਹਿਯੋਗ ਹੈ ਤਾਂ ਉੱਥੇ ਅਪੀਲ ਵੀ ਕੀਤੀ ਹੈ ਕਿ ਤੁਸੀਂ ਜਿਹੜਾ ਸ਼ਾਂਤੀ ਆ ਬਣਾ ਕੇ ਰੱਖਣੀ ਹੈ ਇਸ ਅੰਦੋਲਨ ਦੇ ਵਿੱਚ, ਤਾਂ ਇਸ ਨੂੰ ਬੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਚਲਾ ਰਹੀਆਂ ਨੇ ਜਥੇਬੰਦੀਆਂ। ਤਾਂ ਗੁਰਲਾਲ ਜੀ, ਤਾਂ ਜਿੱਥੋਂ ਤੱਕ ਮੈਂ ਜਦੋਂ ਆਖਰ ਦੇ ਵਿੱਚ ਮੇਰੀ ਗੱਲਬਾਤ ਹੁੰਦੀ ਹੈ ਸਰਜੀਤ ਸਿੰਘ ਫੂਲ ਹਰਾਂ ਦੇ ਨਾਲ, ਤਾਂ ਉਹਨਾਂ ਨੇ ਬੜਾ ਸਪਸ਼ਟ ਤੇ ਸਿੱਧੇ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ ਇੰਟਰਵਿਊ ਦੇ ਵਿੱਚ ਕਿ ਜਿਹੜਾ ਸੁਰੱਖਿਆ ਛਤਰੀਆਂ ਦੀ ਗੱਲ ਹੈ ਜਿੱਥੋਂ ਤੱਕ ਗੁਰਲਾਲ ਜੀ, ਕਿਉਂਕਿ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਚੱਲਦੇ ਨੇ, ਤਾਂ ਵਾਟਰ ਕੈਨਨਸ ਦਾ ਵੀ ਇਸਤੇਮਾਲ ਹੁੰਦਾ। ਅਗਰ ਕੋਈ 10-20 ਹਜ਼ਾਰ ਰੁਪਏ ਦੀ ਸੁਰੱਖਿਆ ਛਤਰੀ ਲਾਉਂਦਾ ਤਾਂ ਇਹ ਕੋਈ ਹੁੱਲੜਬਾਜ਼ੀ ਨਹੀਂ।
ਇਹ ਸਿਰਫ ਸਵੈ ਸੁਰੱਖਿਆ ਦੇ ਲਈ ਕੀਤਾ ਇੱਕ ਉਪਰਾਲਾ ਮਾਤਰ ਹੈ। ਤਾਂ ਇਹ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡੇ ਵੱਲੋਂ ਕੋਈ ਐਕਸ਼ਨ ਨਹੀਂ ਹੋਏਗਾ, ਨਾ ਹੀ ਅਸੀਂ ਬਾਅਦ ਚੋਂ ਵੀ ਐਕਸ਼ਨ, ਅਸੀਂ ਸਰਕਾਰ ਤੇ ਕੋਈ ਵੀ ਜਿਹੜਾ ਪ੍ਰੈਸ਼ਰ ਹੈ, ਜਿਹੜਾ ਸ਼ਾਂਤੀ ਤੋਂ ਹਟ ਕੇ ਹੋਏਗਾ, ਅਸ਼ਾਂਤਮਈ ਹੋਏਗਾ ਜਿਹੜਾ, ਤਾਂ ਅਸੀਂ ਉਹ ਨਹੀਂ ਕੰਮ ਕਰਾਂਗੇ। ਪਰ ਜੇ ਸਰਕਾਰ ਰੋਕ ਲਗਾਊਗੀ, ਅਗਰ ਬੈਰੀਕੇਡਸ ਇਸੇ ਤਰੀਕੇ ਦੇ ਨਾਲ ਰਹਿਣਗੇ, ਕੋਈ ਰਸਤਾ ਨਹੀਂ ਦਿੱਤਾ ਜਾਊਗਾ, ਤਾਂ ਉਹਨਾਂ ਰੋਕਾਂ ਨੂੰ ਵੀ ਪਰੇ ਕੀਤਾ ਜਾਊਗਾ। ਤਾਂ ਗੁਰਨਾਮ ਸਿੰਘ ਚੜੂਨੀ ਹਰਾਂ ਦਾ ਵੀ ਤੁਸੀਂ ਬਿਆਨ ਸੁਣਿਆ ਸੀ ਕਿ ਅਗਰ ਟਰੈਕਟਰ ਅਸੀਂ ਇੱਥੇ ਮੰਗਾਏ ਆ ਤਾਂ ਅਸੀਂ ਉਹ ਧੂਫ ਦੇਣ ਨੂੰ ਨਹੀਂ ਮੰਗਾਏ, ਤਾਂ ਉਹ ਰੋਕਾਂ ਪਰੇ ਕਰਨ ਵਾਸਤੇ ਮੰਗਾਏ। ਅਗਰ ਸਰਕਾਰ ਰੋਕ ਲੈਂਦੀ ਹੈ ਤਾਂ ਟਰੈਕਟਰ ਲੈ ਕੇ ਪਿੱਛੇ ਰੁਕਣਾ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਯੂਥ ਵੀ ਨਿਰਾਸ਼ ਹੋਏਗਾ, ਕਿਉਂਕਿ ਇੱਕ ਵੱਡਾ ਜੋਸ਼ ਲੈ ਕੇ ਜਿਹੜਾ ਯੂਥ ਹੈ ਪੰਜਾਬ ਦਾ ਉਹ ਡਟਿਆ ਹੋਇਆ, ਤਾਂ ਉਹ ਰੁਕਣ ਵਾਲਾ ਨਹੀਂ ਹੈ। ਅਗਰ ਉਸ ਨੂੰ ਰੋਕਿਆ ਜਾਏਗਾ ਤਾਂ ਉਹ ਸ਼ਾਂਤਮਈ, ਬਿਲਕੁਲ ਇਹ ਗੱਲ ਸਪਸ਼ਟ ਕੀਤੀ ਸੀ ਫੂਲਹਰਾ ਨੇ, ਸਰਜੀਤ ਸਿੰਘ ਫੂਲਹਰਾ ਨੇ, ਕਿ ਜਿਹੜਾ ਸ਼ਾਂਤੀ ਰੱਖਦੇ ਹੋਏ ਅੱਗੇ ਵਧਿਆ ਜਾਊਗਾ। ਜਿਸ ਤਰ੍ਹਾਂ 26 ਤਰੀਕ ਨੂੰ ਹੈ ਜਿਹੜਾ ਸ਼ੰਭੂ ਬੈਰੀਅਰ ਪਾਸ ਕੀਤਾ ਗਿਆ ਸੀ, ਪੁਲਿਸ ਦੇ ਉੱਪਰ ਕੋਈ ਪੱਥਰ ਨਹੀਂ ਚਲਾਇਆ ਗਿਆ ਸੀ, ਪੁਲਿਸ ਦੇ ਉੱਪਰ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਸੀ, ਤਾਂ ਉਹਨਾਂ ਦੀਆਂ ਵਾਟਰ ਕੈਨਨਸ ਨੂੰ ਸਹਿੰਦੇ ਹੋਏ, ਬੈਰੀਕੇਡਸ ਨੂੰ ਪਾਸੇ ਕਰਦੇ ਹੋਏ ਦਿੱਲੀ ਦੇ ਵੱਲ ਜਿਹੜਾ ਵਧਿਆ ਗਿਆ ਸੀ ਜੀ। ਤਾਂ ਦੇਖ ਸਕਦੇ ਹੋ ਲਗਾਤਾਰ ਮਨਪ੍ਰੀਤ ਸਾਡੇ ਨਾਲ ਜੁੜੇ ਹੋਏ ਹੈ, ਗੱਲਬਾਤ ਕੀਤੀ ਹੈ। ਗੁਰਮੀਤ ਮਹਿਮਾ ਸਾਡੇ ਨਾਲ ਸੀ। ਜਥੇਬੰਦੀ ਨੇ ਅੱਜ ਕੀ ਮੀਟਿੰਗ ਦੇ ਵਿੱਚ ਫੈਸਲੇ ਲਏ ਹੈ, ਕੀ ਲੱਗਦਾ ਹੈ ਕੀ ਬਣੇਗਾ, ਪਰ ਕਿਸਾਨੀ ਸੰਘਰਸ਼ ਇਸੇ ਤਰ੍ਹਾਂ ਅੱਗੇ ਵਧ ਰਿਹਾ। ਅੰਦੋਲਨ ਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਵਾਰ-ਵਾਰ ਕਹਿਣਾ ਪੈ ਰਿਹਾ। ਪਰ ਮਨਪ੍ਰੀਤ ਇੱਕ ਹੋਰ ਆਪਾਂ ਗੱਲ ਕਰ ਲਈਏ ਹਰਪ੍ਰੀਤ ਸਿੰਘ ਦੀ। ਮੈਂ ਕੁਝ ਸਮਾਂ ਪਹਿਲਾਂ ਹੀ ਅਜੇ ਉਹਨਾਂ ਨਾਲ ਇੰਟਰਵਿਊ ਕੀਤਾ ਸੀ, ਕਿਉਂਕਿ ਸਾਡੀ ਗੱਲਬਾਤ ਹੁਣ ਫੇਰ ਵਿੱਚੇ ਰਹਿ ਗਈ ਹੈ। ਜਦੋਂ ਇਹੋ ਜਿਹੇ ਨੌਜਵਾਨ, ਇਹੋ ਜਿਹੇ ਕਿਸਾਨ ਵੀਰ ਸ਼ਿਮਲੇ ਦੇ ਵਿੱਚ ਜਾ ਕੇ, ਇੱਕ ਕੀ ਦੂਸਰਾ ਸੂਬਾ ਹੈ, ਉੱਥੇ ਜਾ ਕੇ ਆਪਦਾ ਜਿਹੜਾ ਰੋਸ ਮਾਰਚ ਕਰ ਰਿਹਾ ਹੈ, ਉੱਥੇ ਦੇ ਲੋਕਾਂ ਨੂੰ ਜਾਣੂ ਕਰਵਾ ਰਿਹਾ ਹੈ ਕਿ ਇਹ ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨਾਂ ਨੂੰ ਮਿਲੀਟੈਂਟ ਨਾ ਕਹੋ, ਕਿਸਾਨਾਂ ਤੇ ਧੱਬਾ ਨਾ ਲਾਓ, ਕਿਸਾਨ ਦੇਸ਼ ਦਾ ਅੰਨਦਾਤਾ ਹੈ। ਤੁਸੀਂ ਅੰਨਦਾਤੇ ਤੇ ਇਹੋ ਜਿਹੇ ਸਵਾਲ ਚੱਕ ਰਹੇ ਹੋ, ਇਹ ਸਭ ਨੂੰ ਕਿਵੇਂ ਦੇਖਦੇ ਹੋ? ਜਦੋਂ ਇਹੋ ਜਿਹੇ ਨੌਜਵਾਨ ਦੂਸਰੇ ਸੂਬਿਆਂ 'ਚ ਜਾਂਦੇ ਆ ਤਾਂ ਸਰਕਾਰਾਂ ਉਹਨਾਂ ਤੇ ਕਾਰਵਾਈ ਕਰਾਉਂਦੀ, 107 151 ਦੇ ਪਰਚੇ ਕਰਾ ਕੇ ਤੇ ਉਹਨਾਂ ਨੂੰ ਸੂਬਿਆਂ ਤੋਂ, ਸਰਹੱਦਾਂ ਤੋਂ ਬਾਹਰ ਕੱਢਿਆ ਜਾ ਰਿਹਾ। ਮਨਪ੍ਰੀਤ ਜੀ ਗਰਲਾਲ, ਬਿਲਕੁਲ, ਕਿਉਂਕਿ ਜਿਵੇਂ ਅੰਦੋਲਨ ਗਰਲਾਲ ਜੀ ਲੰਬਾ ਹੋਇਆ, ਇਸ ਦੇ ਨਾਲ ਇਸ ਦਾ ਕਲਾਵਾ ਵਧਿਆ। ਅੱਜ ਲਗਭਗ ਪੌਣੇ 2 ਮਹੀਨੇ ਦਾ ਵਕਤ ਹੈ, ਜਿਹੜਾ 5 ਤੋਂ 6 ਦਿਨ ਰਹਿ ਗਏ ਨੇ, ਤਾਂ ਇਹ ਜਿਹੜਾ ਅੰਦੋਲਨ ਹੈ 2 ਮਹੀਨਿਆਂ ਦਾ ਹੋਣ ਵਾਲਾ ਹੈ। ਇਸ ਦੀ ਲਗਭਗ 60 ਦਿਨਾਂ ਦਾ ਅੰਦੋਲਨ ਹੋਣ ਵਾਲਾ ਹੈ। ਤਾਂ 60 ਦਿਨਾਂ ਦੇ ਅੰਦੋਲਨ 'ਚ ਸਰਕਾਰ ਨੇ ਬਹੁਤ ਮੀਟਿੰਗਾਂ ਦੇ ਦੌਰ ਰੱਖੇ ਨੇ, ਥਕਾਉਣ ਦੀ ਕੋਸ਼ਿਸ਼ ਹੋਈ ਆ, ਬਹੁਤ ਸਾਰੇ ਇਲਜ਼ਾਮ ਲੱਗੇ ਨੇ ਵੱਖ-ਵੱਖ ਥਾਵਾਂ ਤੋਂ, ਚਾਹੇ ਉਹ ਸਿੱਧੇ ਤੌਰ ਤੇ ਸਰਕਾਰ ਨੇ ਨਹੀਂ ਲਗਾਏ, ਸਰਕਾਰ ਮੀਟਿੰਗਾਂ ਕਰ ਰਹੀ ਹੈ ਹਾਲਾਂਕਿ ਕਿਸਾਨਾਂ ਦੇ ਨਾਲ, ਪਰ ਇਹ ਅੰਦੋਲਨ ਵੱਡਾ ਹੋਇਆ ਤੇ ਹੁਣ ਵੀ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਸਾਡਾ ਜਿਹੜਾ ਪੰਜਾਬ ਦਾ ਜਿਹੜੇ ਗਵਾਂਢੀ ਸੂਬਾ ਹੈ, ਤਾਂ ਉਸ ਦੇ ਵਿੱਚ ਕੁਝ ਨੌਜਵਾਨ ਜਾ ਰਹੇ ਨੇ। ਜੇ ਦੇਖਿਆ ਜਾਵੇ ਤਾਂ ਇੱਕ ਨੌਜਵਾਨ ਆਗਰਾ ਦੇ ਵਿੱਚ, ਯੂਪੀ ਦੇ ਵਿੱਚ ਗਏ ਹੋਏ ਸੀ, ਜਹਾਜ਼ ਦੇ ਵਿੱਚੋਂ ਪ੍ਰਚਾਰ ਹੋ ਰਿਹਾ। ਇਹ ਉਹੀ ਸੀ ਮਨਪ੍ਰੀਤ ਜੀ, ਇਹ ਉਹੀ ਸੀਗੇ ਜਿਨ੍ਹਾਂ ਨਾਲ ਅਸੀਂ ਅੱਜ ਹੁਣੇ ਗੱਲਬਾਤ ਕੀਤੀ ਲਾਈਵ। ਇਹਨਾਂ ਨੇ ਸਾਰੀ ਅਪਡੇਟ ਦਿੱਤੀ ਹੈ। यूपी ਦੇ ਵਿੱਚ ਕਹਿ ਰਿਹਾ ਜਾਂ ਉਧਰ ਸਾਡੇ ਤੇ ਇੱਕ ਇਹਨਾਂ ਨੇ ਕਿਹਾ ਪਰਚਾ ਨਹੀਂ ਕੀਤਾ, ਹਿਮਾਚਲ ਦੇ ਵਿੱਚ ਸਾਡਾ ਪਰਚਾ ਕੀਤਾ ਤੇ ਸਰਹੱਦ ਤੋਂ ਬਾਹਰ ਕੱਢ ਕੇ ਕਿਹਾ ਕਿ ਹੁਣ ਵਾਪਸ ਨਾ ਮੁੜਿਆ ਜੇ, ਇੱਥੇ ਇਸ ਸੂਬੇ ਦੇ ਵਿੱਚ ਵਾਪਸ ਨਾ ਆਇਆ ਜੇ। ਤੁਸੀਂ ਦੇਖੋ ਕਿਸ ਤਰ੍ਹਾਂ ਸਰਕਾਰ ਚਾਲਾਂ ਚੱਲ ਰਹੀ ਹੈ। ਮਨਪ੍ਰੀਤ ਜੀ ਗੁਰਲਾਲ, ਬਿਲਕੁਲ, ਅਸੀਂ ਇਸ ਦਾ ਜਿਹੜਾ ਇਲਜ਼ਾਮ ਹੈ ਉਹ ਕੇਂਦਰ ਦੀ ਸਰਕਾਰ ਦੇ ਉੱਪਰ ਨਹੀਂ ਲਾਵਾਂਗੇ, ਲਾ ਨਹੀਂ ਸਕਦੇ ਸਿੱਧੇ ਤੌਰ ਤੇ, ਬਣਦਾ ਵੀ ਨਹੀਂ ਆ ਕਿ ਕਿਉਂਕਿ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਦਾ ਕੋਈ ਦਖਲ ਨਹੀਂ ਹੈ। ਇਸ ਤਰ੍ਹਾਂ ਜਿਹੜੀ ਹਿਮਾਚਲ ਸਟੇਟ ਹੈ ਤਾਂ ਉਸਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਅਗਰ ਬੀਜੇਪੀ ਦੀ ਹਿਮਾਚਲ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ, ਸਟੇਟ ਗਵਰਨਮੈਂਟ ਹੈ, ਅਗਰ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਤਾਂ ਬਿਲਕੁਲ ਕਿਤੇ ਨਾ ਕਿਤੇ ਹਦਾਇਤਾਂ ਹੋਣਗੀਆਂ। ਪਰ ਮਨਪ੍ਰੀਤ ਰਾਈਟ ਟੂ ਫਰੀडम ਦੀ ਗੱਲ ਕਰਦੇ ਹਾਂ, ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕ ਰਿਹਾ, ਰਾਈਟ ਟੂ ਫਰੀडम ਦੀ ਗੱਲ ਕਰਦੇ ਹਾਂ, ਅਸੀਂ ਬੋਲ ਵੀ ਨਹੀਂ ਸਕਦੇ। ਅਸੀਂ ਆਮ ਇੱਕ ਕਿਸਾਨ ਆ, ਸਾਡੇ ਕੋਲ ਕੋਈ ਹਥਿਆਰ ਨਹੀਂਗਾ, ਸਾਡੇ ਹੱਥ ਦੇ ਵਿੱਚ ਪੰਜਾਲੀ ਹੁੰਦੀ ਹੈ ਜਾਂ ਕਹਿ ਲਈਏ ਸਾਡੇ ਹੱਥ ਦੇ ਵਿੱਚ ਕਹੀ ਹੁੰਦੀ ਹੈ, ਤਾਂ ਜਾਂ ਸਾਡੇ ਹੱਥ ਦੇ ਵਿੱਚ ਟਰੈਕਟਰ ਹੁੰਦੇ ਆ। ਜਦੋਂ ਅਸੀਂ ਖੇਤੀ ਕਰਦੇ ਹਾਂ, ਅਸੀਂ ਕੀ ਆਪਦੀ ਗੱਲ ਨਹੀਂ ਉੱਥੇ ਰੱਖ ਸਕਦੇ? ਕੀ ਉਹਨਾਂ ਨੇ ਕੁਝ ਗਲਤ, ਕੁਝ ਇਹੋ ਜਿਹਾ ਕਹਿ ਦਿੱਤਾ? ਯੂਪੀ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਨਾ, ਹਰ ਸੂਬੇ ਦੇ ਵਿੱਚ ਜਿੱਥੇ ਕੀ ਹੈ ਬੀਜੇਪੀ ਦੀ ਸਰਕਾਰ ਹੈ, ਕਿ ਸਰਕਾਰ ਦੀ ਚਾਲ ਹੀ ਹੈ ਨਾ ਕਿ ਸਰਕਾਰ ਇਹੋ ਜਿਹੇ ਕੰਮ ਕਰਵਾ ਰਹੀ ਹੈ ਕਿ ਕੋਈ ਕਿਸਾਨ ਵੀਰ ਬੋਲੇ ਹੀ ਨਾ, ਉਹ ਉੱਥੋਂ ਦੇ ਲੋਕਾਂ ਤੱਕ ਗੱਲ ਨਹੀਂ ਪਹੁੰਚ ਰਹੀ, ਜਿਹੜੇ ਕਿ ਮੀਡੀਆ ਰਾਹੀਂ ਗੱਲ ਪਹੁੰਚਣੀ ਚਾਹੀਦੀ ਹੈ, ਉਹ ਸਾਡੀ ਗੱਲ ਨਹੀਂ ਪਹੁੰਚ ਰਹੀ, ਤਾਂ ਉਹ ਸਾਡੇ ਕਿਸਾਨ ਵੀਰ ਕਰ ਰਹੇ। ਤਾਂ ਇੱਥੋਂ ਹੋਰ ਆਪਾਂ ਕੀ ਕਹਿ ਸਕਦੇ? ਕਿਹਨਾਂ ਦੀ ਸਾਜ਼ਿਸ਼ ਹੈ ਮਨਪ੍ਰੀਤ ਜੀ? ਇੱਕ ਸੂਬੇ ਦੀ ਸਾਜ਼ਿਸ਼ ਨਹੀਂ ਅਸੀਂ ਨੂੰ ਕਹਿ ਸਕਦੇ, ਬਲਕਿ ਹਰ ਸੂਬੇ ਦੇ ਵਿੱਚ ਕਿਸਾਨ ਵੀਰ ਪਹੁੰਚ ਰਹੇ, ਉੱਥੇ ਸਿੱਧਾ ਕਹਿ ਰਹੇ ਕਿ ਸਰਕਾਰ ਉਹਨਾਂ ਦੀ ਹੈ
ਸੈਂਟਰ ਤੋਂ ਜਿਹੜੀ ਹੈ ਗੱਲਬਾਤ ਹੋ ਰਹੀ ਹੈ। ਇੱਕ ਉਹਨਾਂ ਤੇ 107 151 ਦੇ ਪਰਚੇ ਕਰਨੇ, ਕਿੱਡਾ ਕੋ ਉਹਨਾਂ ਉੱਥੇ ਗਲਤ ਕਰ ਦਿੱਤਾ। ਰਾਈਟ ਟੂ ਫਰੀडम ਦੀ ਟਾਕ ਦੀ ਅਸੀਂ ਗੱਲ ਕਰ ਲਈ, ਅਸੀਂ ਆਜ਼ਾਦੀ ਨਹੀਂ ਹੈ ਸਾਨੂੰ ਬੋਲਣ ਦੀ। ਸੂਬੇ ਦੇ ਵਿੱਚ ਜਾ ਜਾ ਕੇ ਦੱਸ ਰਿਹਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਲੋਕਾਂ ਦਾ ਇੰਨਾ ਹੁੰਗਾਰਾ ਮਿਲਿਆ, ਲੋਕਾਂ ਨੇ ਸਾਡਾ ਇੰਨਾ ਸਾਥ ਦਿੱਤਾ ਹੈ ਕਿ ਤੁਸੀਂ ਬਿਲਕੁਲ ਠੀਕ ਹੋ, ਤੁਸੀਂ ਮਿਲੀਟੈਂਟ ਨਹੀਂ ਹੋ। ਇੱਕ ਮਿਲੀਟੈਂਟ ਸ਼ਬਦ ਬਹੁਤ ਵੱਡਾ ਹੈ ਮਨਪ੍ਰੀਤ ਜੀ, ਮਿਲੀਟੈਂਟ ਸ਼ਬਦ ਬਹੁਤ ਵੱਡਾ। ਕਿਸਾਨਾਂ ਨੂੰ ਕਹਿਣਾ ਜੇ ਸਾਡੀ ਉੱਥੇ ਬਜ਼ੁਰਗ ਮਾਂ ਸੰਘਰਸ਼ ਦੇ ਵਿੱਚ ਬੈਠੀ ਹੈ ਕਿ ਉਹ ਮਿਲੀਟੈਂਟ ਹੈ, ਉਸਦੇ ਬੱਚੇ ਮਿਲੀਟੈਂਟ ਹੈ। ਜੇ ਦੇਸ਼ ਦਾ ਕੋਈ ਸਿਆਸਤਦਾਨ ਦੀ ਮਾਂ ਕਿਤੇ ਲੈਣ ਦੇ ਵਿੱਚ ਲੱਗਦੀ, ਉਹਨੂੰ ਅਸੀਂ ਦੇਸ਼ ਭਗਤੀ ਕਹਿੰਦੇ ਆ। ਅਗਰ ਸਾਡੀ ਮਾਂ ਸੰਘਰਸ਼ 'ਚ ਬੈਠੇ ਤਾਂ ਉਹ ਕੀ ਮਿਲੀਟੈਂਟ ਨੂੰ ਜਨਮ ਦੇਣ ਵਾਲੇ ਉਹ ਐਸੀ ਮੂਵਮੈਂਟ ਉੱਥੇ ਚਲਾ ਰਹੇ ਆ। ਇਹ ਮਨਪ੍ਰੀਤ ਜੀ ਮਾਫ ਕਰਨਾ, ਗੱਲ ਮੈਨੂੰ ਇਸ ਕਰਕੇ ਕਰਨੀ ਪਈ ਕਿ ਇਹ ਜਿਹੜੇ ਮੁੱਦੇ ਆ ਬੜੇ ਵੱਡੇ ਆ, ਆਪਾਂ ਨੂੰ ਇਸ ਚੀਜ਼ ਤੇ ਡਿਸਕਸ ਕਰਨੀ ਚਾਹੀਦੀ ਹੈ। ਜੀ ਮਨਪ੍ਰੀਤ ਜੀ ਗੁਰਲਾਲ, ਬਹੁਤ ਵੱਡੀ ਗੱਲ ਹੈ, ਬਹੁਤ ਵਧੀਆ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਰੱਖੀ ਹੈ। ਅਗਰ ਫਰੀडम ਆਫ ਸਪੀਚ ਦੀ ਗੱਲ ਕਰਦੇ ਆ ਤਾਂ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ, ਫਿਰ ਸਾਨੂੰ ਭੰਡਣਾ ਵੀ ਬਣਦਾ ਕਿਸੇ ਵੀ ਸਟੇਟ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ, ਤਾਂ ਫਰੀडम ਆਫ ਸਪੀਚ ਹੈ ਜੋ ਉਸਨੂੰ ਤਾਂ ਖੋਇਆ ਜਾ ਰਿਹਾ ਸਿੱਧੇ ਤੌਰ ਤੇ। ਅਗਰ ਕਿਸਾਨ ਉੱਥੇ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਆ ਤਾਂ ਉਹ ਉੱਥੇ ਕੋਈ ਆਤੰਕਵਾਦ ਨਹੀਂ ਫੈਲਾ ਰਹੇ, ਉਹ ਮਿਲੀਟੈਂਸੀ ਨਹੀਂ ਕਰ ਰਹੇ, ਉਹ ਸਿਰਫ ਆਪਣਾ ਜਿਹੜੀ ਆਵਾਜ਼ ਰੱਖ ਰਹੇ ਆ ਲੋਕਾਂ ਦੇ ਵਿੱਚ। ਇੱਕੋ ਦੇਸ਼ ਦੇ ਨਾਗਰਿਕ ਅਗਰ ਤੁਸੀਂ ਗੱਲ ਕਰਦੇ ਹੋ, ਬਿਲਕੁਲ ਜਾਂ ਤਾਂ ਨਾਗਰਿਕਤਾ ਸਾਡੇ ਕੋਲ ਹੋਰ ਹੈ ਮਨਪ੍ਰੀਤ ਜੀ। ਬਿਲਕੁਲ, ਅਗਰ ਭਾਰਤ ਦੇ ਨਾਗਰਿਕ ਨੇ ਫਰੀडम ਆਫ ਸਪੀਚ ਦੀ ਗੱਲ ਅਗਰ ਸੰਵਿਧਾਨ ਕਰਦਾ ਹੈ, ਅਗਰ ਉਹਨਾਂ ਨੂੰ ਸੰਵਿਧਾਨ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਹੱਕ ਦਿੰਦਾ ਆਪਣੀ ਗੱਲ ਕਰਨ ਦਾ, ਤਾਂ ਫਿਰ ਇਹ ਹੱਕ ਕਿਉਂ ਖੋਇਆ ਜਾ ਰਿਹਾ? ਇਸ ਦੇ ਪਿੱਛੇ ਸਾਜ਼ਿਸ਼ ਤਾਂ ਹੈ, ਪਰ ਉਹ ਹੈ ਕਿਸ ਤਰੀਕੇ ਨਾਲ, ਕਿਸ ਤਰ੍ਹਾਂ ਜਿਹੜੀ ਰਚੀ ਹੈ, ਉਹ ਉਸਦੇ ਪਿੱਛੇ ਦੀ ਜਿਹੜੀ ਕਹਾਣੀ ਹੈ ਉਸਨੂੰ ਵੀ ਸਮਝਣ ਦੀ ਲੋੜ ਹੈ। ਪਰ ਹਾਂ, ਇਹ ਕਹਿਣਾ ਜ਼ਰੂਰ ਸਹੀ ਹੈ ਕਿ ਜਿਹੜੇ ਲੋਕਲ ਲੋਕ ਨੇ, ਉੱਥੋਂ ਦੇ ਵਸਨੀਕ ਨੇ, ਉੱਥੋਂ ਦੇ ਬਸ਼ਿੰਦੇ ਨੇ, ਉਹਨਾਂ ਦੇ ਵੱਲੋਂ ਜਿਹੜਾ ਇੱਕ ਭਰਵਾਂ ਹੁੰਗਾਰਾ ਮਿਲਿਆ ਇਸ ਗੱਲ ਨੂੰ, ਬਿਲਕੁਲ ਤਾਂ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਆ, ਚਾਹੇ ਉਹ ਨਿੱਜੀ ਤੌਰ ਤੇ ਸ਼ਮੂਲੀਅਤ ਨਹੀਂ ਕਰ ਸਕਦੇ, ਪਰ ਜਿੱਥੇ ਵੀ ਜਦੋਂ ਵੀ ਕਿਸੇ ਨੌਜਵਾਨ ਨੇ ਸਪੀਚ ਦਿੱਤੀ ਹੈ ਜਾਂ ਭਾਸ਼ਣ ਦਿੱਤਾ ਜਾਂ ਆਪਣੇ ਸ਼ਬਦ ਜਾਂ ਆਪਣੀਆਂ ਗੱਲਾਂ ਰੱਖੀਆਂ ਨੇ ਲੋਕਾਂ ਦੇ ਅੱਗੇ, ਤਾਂ ਉੱਥੋਂ ਨੈਗੇਟਿਵ ਪੱਖ ਉੱਭਰ ਕੇ ਨਹੀਂ ਆਇਆ। ਇਹ ਆਪਣੇ ਆਪ ਦੇ ਵਿੱਚ ਕਿਸਾਨ ਅੰਦੋਲਨ ਦੀ ਇੱਕ ਵੱਡੀ ਜਿਹੜੀ ਪ੍ਰਾਪਤੀ ਕਹਿ ਸਕਦੇ ਹਾਂ ਕਿ ਬਹੁਤ ਲੋਕਾਂ ਦੀ ਜਿਹੜੀ ਹਮਦਰਦੀ ਆ ਜੁੜੀ ਹੋਈ ਆ। ਤੇ ਅਗਰ ਕਿਸਾਨ ਯੂਨੀਅਨ ਨੂੰ ਅਗਰ ਸੁਝਾਅ ਦੀ ਗੱਲ ਕਰਾਂਗੇ, ਜਦੋਂ ਅਸੀਂ ਨਿੱਜੀ ਤੌਰ ਤੇ ਮਿਲਾਂਗੇ ਵੀ, ਤਾਂ ਅਸੀਂ ਉਹਨਾਂ ਨੂੰ ਸਵਾਲ ਵੀ ਕਰਾਂਗੇ, ਅਸੀਂ ਉਹਨਾਂ ਤੱਕ ਸੁਝਾਅ ਵੀ ਇਹ ਰੱਖਾਂਗੇ। ਅਗਰ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣਾ ਹੈ, ਹਾਲਾਂਕਿ ਅੰਦੋਲਨ ਦੇਸ਼ ਵਿਆਪੀ ਬਣ ਚੁੱਕਿਆ, ਇਸ ਦਾ ਅਸਰ ਅਸੀਂ ਰਾਜਸਥਾਨ ਦੇ ਵਿੱਚ ਦੇਖ ਸਕਦੇ ਹਾਂ, ਪੰਜਾਬ ਹਰਿਆਣਾ ਤੋਂ ਬਾਹਰ ਅਗਰ ਅਸੀਂ ਗੱਲ ਕਰਾਂਗੇ, ਇਸ ਦਾ ਅਸਰ ਅਸੀਂ ਯੂਪੀ ਦੇ ਵਿੱਚ ਦੇਖ ਸਕਦੇ ਹਾਂ, ਇਸ ਦਾ ਅਸੀਂ ਅਸਰ ਮੱਧ ਪ੍ਰਦੇਸ਼ ਦੇ ਵਿੱਚ ਦੇਖ ਸਕਦੇ ਹਾਂ, ਇਸ ਦਾ ਅਸਰ ਅਸੀਂ ਜਿਹੜਾ ਦੇਖ ਸਕਦੇ ਹਾਂ ਸ਼ਹਿਰਾਂ ਦੇ ਵਿੱਚ ਦੇਖ ਸਕਦੇ ਹਾਂ, ਮਹਾਰਾਸ਼ਟਰ ਤੋਂ ਅਸੀਂ ਇਸ ਦਾ ਅਸਰ ਜਿਹੜਾ ਦੇਖ ਸਕਦੇ ਹਾਂ। ਸਭ ਤੋਂ ਵੱਡੀ ਗੱਲ ਗੁਰਲਾਲ, ਉਹ ਜਿਹੜੇ ਨੌਜਵਾਨ ਪ੍ਰਚਾਰ ਕਰਦੇ ਨੇ ਉਹਨਾਂ ਦੇ ਵੱਲੋਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਵੀ ਜਿਹੜਾ ਪ੍ਰਚਾਰ ਆਰੰਭਿਆ ਗਿਆ, ਤਾਂ ਆਪਣੇ ਲੈਵਲ ਤੇ ਉਹ ਯੋਗਦਾਨ ਦੇ ਰਹੇ ਨੇ, ਆਪਣੇ ਆਪ ਦੇ ਵਿੱਚ ਖੂਬਸੂਰਤੀ ਆ। ਉਸ ਤੋਂ ਜਿਹੜੀ ਵੱਡੀ ਗੱਲ ਇਹ ਆ, ਦੇਸ਼ ਵਿਆਪੀ ਜਿਹੜਾ ਅੰਦੋਲਨ ਹੋਇਆ ਲੋਕਾਂ ਦੀ ਹਮਦਰਦੀ ਜੁੜੀ ਹੋਈ ਹੈ। ਪਰ ਕਿਸਾਨ ਯੂਨੀਅਨਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਦੋਲਨ ਹੈ ਦੇਸ਼ ਦੇ ਲੋਕਾਂ ਦੇ ਵਿੱਚ ਖੁਦ ਜਾ ਕੇ, ਕਿਉਂਕਿ ਉਹ ਲੋਕ ਹੈ ਜੋ ਇੱਕ ਚਾਹੁੰਦੇ ਨੇ ਜਿਹੜੇ ਮੂਵਮੈਂਟ ਦੇ ਵਿੱਚੋਂ ਉੱਠ ਕੇ ਬੰਦੇ ਉਹਨਾਂ ਦੇ ਨਾਲ ਜਿਹੜੇ ਤਜਰਬੇ ਸਾਂਝੇ ਕਰਨ, ਜਿਹੜੇ ਤਜਰਬੇਕਾਰ ਸਾਡੇ ਜਿਹੜੇ ਆਗੂ ਨੇ ਉਹ ਉਹਨਾਂ ਦੇ ਵਿੱਚ ਜਾਣ, ਉਹਨਾਂ ਤੱਕ ਗੱਲ ਲੈ ਕੇ ਜਾਣ, ਤਾਂ ਹੋ ਸਕਦਾ ਇਹ ਅੰਦੋਲਨ ਜਿਹੜਾ ਹੋਰ ਵੀ ਵੱਡਾ ਹੋ ਸਕੇ। ਇਹ ਬਹੁਤ ਵਧੀਆ ਜਿਹੜੇ ਵੱਡੇ ਨਤੀਜੇ ਵੀ ਲੈ ਕੇ ਆ ਸਕਦਾ ਗੁਰਲਾਲ ਜੀ। ਤਾਂ ਮਨਪ੍ਰੀਤ ਜੀ ਇੱਕ ਅਪਡੇਟ ਹੈ, ਸਰਕਾਰ ਵੱਲੋਂ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਤੋਂ ਸਾਫ਼ ਨਾ ਹੈ। ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਇਸ ਵਕਤ ਦੀ ਸਭ ਤੋਂ ਵੱਡੀ ਅਪਡੇਟ ਹੈ, ਮੈਂ ਤੁਹਾਨੂੰ ਦਿਖਾ ਰਿਹਾ ਕਿ ਆ ਜਿਹੜੀ ਕਿ ਕਿਸਾਨਾਂ ਨੂੰ ਟਰੈਕਟਰ ਮਾਰਚ ਦੀ ਜਿਹੜੀ ਹੈ ਇਜਾਜ਼ਤ ਦੇਣ ਦੀ ਸਾਫ਼ ਨਾ ਕੀਤੀ ਹੋਈ ਹੈ। ਲੱਗਦਾ ਫਿਰ ਹੁਣ ਮੈਂ ਮੀਟਿੰਗ ਵੀ ਕੀਤੀ ਹੈ ਕਿਸਾਨਾਂ ਨੇ, ਪਰ ਲੱਗਦਾ ਕਿ ਮਾਰਚ, ਮਨਪ੍ਰੀਤ ਲੱਗਦਾ ਤੁਹਾਨੂੰ ਲੱਗਦਾ ਮਾਰਚ ਕਰਨ ਦੇਗੀ ਸਰਕਾਰ? ਜੇ ਮੈਂ ਇੱਕੋ ਸਵਾਲ ਹੀ ਤੁਹਾਨੂੰ ਇਹ ਕਰਾਂ ਜੀ, ਸਰਕਾਰ ਸਿੱਧੇ ਤੌਰ ਤੇ ਜਿਹੜੀ ਆਗਿਆ ਦੇਣ ਲਈ ਤਾਂ ਤਿਆਰ ਹੀ ਨਹੀਂ ਗੁਰਲਾਲ ਜੀ। ਫਿਰ ਸਰਕਾਰ ਅਗਰ ਸ਼ਕਤੀ ਪ੍ਰਦਰਸ਼ਨ ਕਰਨਾ ਹੈ, ਕਿਸਾਨਾਂ ਨੇ ਇੱਕ ਜਿਹੜਾ ਗਣਤੰਤਰ ਪਰੇਡ ਦੇ ਵਿੱਚ ਹਿੱਸਾ ਬਣਨਾ ਹੈ, ਇੱਕ ਸ਼ਮੂਲੀਅਤ, ਵੱਡੀ ਸ਼ਮੂਲੀਅਤ ਦਰਜ ਹੋਣ ਵਾਲੀ ਹੈ, ਉਹ ਇੱਕ ਵੱਡਾ ਪ੍ਰਭਾਵ ਜਿਹੜਾ ਸਿਰਜੇਗੀ, ਉਹ ਇੱਕ ਵੱਡਾ ਦਬਾਅ ਬਣਾਉਣ ਜਾ ਰਹੀ ਹੈ ਸਰਕਾਰ ਦੇ ਉੱਪਰ। ਤਾਂ ਕੋਈ ਵੀ ਸਰਕਾਰ ਇਹ ਨਹੀਂ ਚਾਹੇਗੀ ਕਿ ਉਸਦੇ ਉੱਪਰ ਜਿਹੜਾ ਇੱਕ ਦਬਾਅ ਉਹਨੂੰ ਬਣਾਉਣ ਲਈ, ਸਰਕਾਰ ਆਪਣੇ ਉੱਪਰ ਹੀ ਦਬਾਅ ਬਣਾਉਣ ਦੇ ਲਈ ਕਿਸੇ ਨੂੰ ਵੀ ਇਹ ਆਗਿਆ ਦੇਵੇਗੀ। ਆਗਿਆ ਨਹੀਂ ਦਿੱਤੀ ਜਾਵੇਗੀ, ਸਿੱਧੇ ਤੌਰ ਤੇ ਕੋਈ ਆਗਿਆ ਨਹੀਂ ਮਿਲੇਗੀ ਸਰਕਾਰ ਦੇ ਵੱਲੋਂ, ਇਹ ਤਾਂ ਸਪਸ਼ਟ ਹੈ।
ਪਰ ਇਹ ਹੈ ਕਿ ਜਿਹੜਾ ਜਥੇਬੰਦੀਆਂ ਨੇ ਆਪਣੇ ਪ੍ਰੋਗਰਾਮ ਦੇ ਲਈ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ, ਤੇ ਜਥੇਬੰਦੀਆਂ ਦੀ ਜਿੱਥੋਂ ਤੱਕ ਸਮਝ ਹੈ, ਜਿੱਥੋਂ ਤੱਕ ਸੋਚ ਹੈ, ਇਹ ਪ੍ਰੋਗਰਾਮ ਹੁਣ ਜਥੇਬੰਦੀਆਂ ਵੀ ਨਹੀਂ ਟਾਲ ਸਕਣਗੀਆਂ, ਕਿਉਂਕਿ ਇਹ ਲੋਕ ਰਾਏ ਬਣ ਚੁੱਕੀ ਹੈ। ਲੋਕਾਂ ਦੇ ਵਿੱਚ ਇਹ ਗੱਲ ਜਾ ਚੁੱਕੀ ਹੈ ਕਿ 26 ਦੀ ਗਣਤੰਤਰ ਪਰੇਡ ਹੋਏਗੀ, ਉਹ ਹਰ ਹਾਲਤ ਦੇ ਵਿੱਚ ਹੋਏਗੀ, ਕੈਸੇ ਵੀ ਉਹ ਹਾਲਾਤ ਹੋਣ, ਚਾਹੇ ਉਹ ਰੋਕਾਂ ਵੀ ਲੱਗਣ, ਉਹ ਰੋਕਾਂ ਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਪਾਸੇ ਕਰਦੇ ਹੋਏ ਗਣਤੰਤਰ ਪਰੇਡ ਦੇ ਲਈ, ਟਰੈਕਟਰ ਗਣਤੰਤਰ ਪਰੇਡ ਹੈ ਜੋ, ਉਸ ਦੇ ਲਈ ਦਿੱਲੀ ਦੀਆਂ ਰਿੰਗ ਰੋਡਸ ਤੇ ਜਾਇਆ ਜਾਏਗਾ, ਹਰ ਹਾਲਤ ਦੇ ਵਿੱਚ ਜਾਇਆ ਜਾਏਗਾ ਜੀ। ਮੈਂ ਇੱਕ ਹੋਰ ਵੱਡੀ ਖਬਰ ਦੇ ਦੇਣੀ ਚਾਹੁੰਦਾ ਆਪਣੇ ਦਰਸ਼ਕਾਂ ਨੂੰ। ਖੇਤੀ ਕਾਨੂੰਨਾਂ ਦੇ ਖਿਲਾਫ ਜੇ ਮੈਂ ਗੱਲ ਕਰਾਂ ਤਾਂ 30 ਜਨਵਰੀ ਨੂੰ ਜਿਹੜਾ ਕਿ ਅੰਨਾ ਹਜ਼ਾਰੇ ਵੱਲੋਂ ਜਿਹੜੀ ਹੈ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਹ ਭੁੱਖ ਹੜਤਾਲ ਕੀ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜੀ ਉਹਨਾਂ 8 ਦਸੰਬਰ ਨੂੰ ਇੱਕ ਦਿਨ ਦਾ ਅਨਸ਼ਨ ਸੀਗਾ, ਤੇ ਹੁਣ ਉਹਨਾਂ ਵੱਲੋਂ ਜਿਹੜੇ ਕਿ ਅੰਨਾ ਹਜ਼ਾਰੇ ਆ ਉਹਨਾਂ ਵੱਲੋਂ ਇੱਕ ਐਲਾਨ ਕੀਤਾ 30 ਜਨਵਰੀ ਨੂੰ ਅਨਸ਼ਨ ਕਰਨਗੇ। ਅਨਸ਼ਨ ਉਹ ਕਿੱਥੇ ਕਰਨਗੇ? ਅਨਸ਼ਨ ਦਾ ਟਿਕਾਣਾ ਦਿੱਲੀ ਜਾਂ ਮੁੰਬਈ ਦੀ ਬਜਾਏ ਮਹਾਰਾਸ਼ਟਰ ਅਹਿਮਦਗੜ੍ਹ ਜਿਹੜਾ ਜ਼ਿਲ੍ਹੇ ਦੇ ਵਿੱਚ ਉਹਨਾਂ ਆਪਣਾ ਪਿੰਡ ਹੈ ਰਾਲੇਗੰਜ ਤੋਂ ਸਿੱਧਾ ਹੋਵੇਗਾ। ਜੀ ਮਨਪ੍ਰੀਤ, ਅੰਨਾ ਹਜ਼ਾਰੇ ਕਾਫੀ ਵੱਡੀ ਲਹਿਰ ਸੀਗੀ ਜਦੋਂ ਨਾ ਅੱਗੇ ਵੀ ਅਨਸ਼ਨ ਕਰਦੇ ਰਹੇ। ਹੁਣ ਉਹਨਾਂ ਦਾ ਹੋਰ ਐਲਾਨ ਹੈ ਕਿ ਉਹ ਅਨਸ਼ਨ ਇੱਕ ਵਾਰ ਫਿਰ ਤੋਂ ਕਰਨਗੇ, ਕਿਸਾਨੀ ਅੰਦੋਲਨ ਦਾ ਸਾਥ ਦੇਣਗੇ। ਮਨਪ੍ਰੀਤ ਜੀ ਗਰਲਾਲ, ਫਿਲਹਾਲ ਅਗਰ ਮੈਂ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਸੋਚਾਂ ਤਾਂ ਜਿਹੜਾ ਹਰ ਇੱਕ ਜੋ ਆਦਮੀ ਇਸ ਵਕਤ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਿਹਾ ਤਾਂ ਉਸਦੀ ਅਹਿਮੀਅਤ ਹੈ, ਤਾਂ ਉਸਦਾ ਸਵਾਗਤ ਕਰਨਾ ਚਾਹੀਦਾ। ਪਰ ਅਗਰ ਇੱਕ ਐਨਾਲਿਟਿਕ ਨਜ਼ਰੀਏ ਦੇ ਨਾਲ ਸੋਚੀਏ ਤਾਂ ਬਹੁਤ ਸਮਾਂ ਪਹਿਲਾਂ ਜਿਹੜੇ ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੇ ਸੀ, ਤਾਂ ਅੰਨਾ ਹਜ਼ਾਰੇ, ਉਹਨਾਂ ਦਾ ਮੈਂ ਬਹੁਤ ਸਾਰਾ ਸਤਿਕਾਰ ਕਰਦਾ, ਵੱਡੀਆਂ ਮੂਵਮੈਂਟਸ ਉਹਨਾਂ ਨੇ ਕੀਤੀਆਂ ਨੇ, ਤਾਂ ਉਹਨਾਂ ਨੂੰ ਅਗਰ ਪਹਿਲਾਂ ਹੀ ਇਸ ਚੀਜ਼ ਦੀ ਜਾਣਕਾਰੀ ਸੀ ਤੇ ਕਾਨੂੰਨ ਲੋਕ ਹਿੱਤ ਦੇ ਵਿੱਚ ਨਹੀਂ, ਤਾਂ ਉਹਨਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਸਮਾਂ ਪਹਿਲਾਂ ਉਹਨਾਂ ਨੂੰ ਇਹਨਾਂ ਕਾਨੂੰਨਾਂ ਦੇ ਪੱਖ ਵਿੱਚ ਆ ਜਾਣਾ ਚਾਹੀਦਾ ਸੀ। ਕਿਉਂ ਉਹ ਇਹਨਾਂ ਕਾਨੂੰਨਾਂ ਤੋਂ ਉਹਨਾਂ ਦੀ ਦੂਰੀ ਕਿਉਂ ਬਣੀ ਹੋਈ ਸੀ ਇਸ ਅੰਦੋਲਨ ਤੋਂ ਇੰਨਾ ਟਾਈਮ? ਇਹ ਵੀ ਇੱਕ ਸਵਾਲ ਬਣਦਾ ਹੈ। ਹਾਲਾਂਕਿ ਅਸੀਂ ਕਿਸੇ ਦੀ ਨੀਅਤ ਔਰ ਨੀਤੀ ਤੇ ਸ਼ੱਕ ਨਹੀਂ ਕਰ ਰਹੇ, ਪਰ ਅਗਰ ਅੱਜ ਕੋਈ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੁੰਦਾ ਤਾਂ ਇਸ ਦਾ ਵੀ ਸਵਾਗਤ ਕਰਨਾ ਬਣਦਾ ਹੈ। ਪਰ ਜੋ ਸਵਾਲ ਨੇ ਉਹ ਸਵਾਲ ਰਹਿਣੇ ਚਾਹੀਦੇ ਨੇ, ਉਹ ਸਵਾਲ ਹੁੰਦੇ ਰਹਿਣੇ ਚਾਹੀਦੇ ਨੇ, ਤਾਂ ਕਿ ਜਿਹੜੀ ਸਪਸ਼ਟਤਾ ਉਹ ਬਰਕਰਾਰ ਰਹੇ ਜੀ ਗਰਲਾਲ। ਤਾਂ ਦੇਖ ਸਕਦੇ ਹੋ ਕਿ ਸਰਕਾਰ ਦਾ ਰਵੱਈਆ ਕਿਸ ਤਰੀਕੇ ਦਾ ਹੈ। ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲ ਫਰੀडम ਤਾਂ ਆ ਗਈ ਹੈ ਸਾਡੇ ਦੇਸ਼ ਦੇ ਵਿੱਚ, ਪਰ ਆਜ਼ਾਦੀ ਜਿਹੜੀ ਆਈ ਹੈ ਸਾਡੇ, ਉਹ ਅੰਗਰੇਜ਼ ਚਲੇ ਗਏ, ਪਰ ਅੰਗਰੇਜ਼ਾਂ ਦੇ ਜਿਹੜਾ ਚੰਮ ਹੈ, ਜਿਹੜਾ ਗੋਰਾ ਸੀਗਾ, ਇਹਨਾਂ ਦਾ ਚੰਮ ਦਾ ਰੰਗ ਦਾ ਫਰਕ ਹੈ, ਸੋਚ ਉਹੀ ਹੈ, ਉਸੇ ਤਰੀਕੇ ਨਾਲ ਚੱਲਦੇ ਹੈ। ਕਿਸ ਤਰੀਕੇ ਨਾਲ ਅਸੀਂ ਅੱਜ ਕਹਿੰਦੇ ਹਾਂ ਸਾਡਾ ਦੇਸ਼ ਬੜਾ ਤਰੱਕੀ ਤੇ, ਇਹ ਭੁੱਲ ਜਾਣਾ ਚਾਹੀਦਾ। ਸਾਡਾ ਦੇਸ਼ ਇਸ ਵਕਤ ਕੋਈ ਤਰੱਕੀ ਤੇ ਨਹੀਂ ਹੈ। ਜਦੋਂ ਕਿ ਕਰੋਨਾ ਵਾਇਰਸ ਦਾ ਕਾਲ ਚੱਲਦਾ ਹੋਵੇ ਉਦੋਂ ਸਰਕਾਰ ਨੂੰ ਇਹ ਯਾਦ ਆਵੇ ਕਿ ਅਸੀਂ ਇੱਕ ਜਿਹੜੇ ਖੇਤੀ ਕਾਨੂੰਨ ਲੈ ਕੇ ਆ ਰਹੇ ਹਾਂ, ਇੱਕ ਪਾਸੇ ਸਾਡੀ ਆਰਥਿਕ ਵਿਵਸਥਾ ਦੇ ਵਿੱਚੋਂ 20 ਲੱਖ ਕਰੋੜ ਰੁਪਇਆ ਦੇ ਕੇ ਸਾਡੇ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੂਸਰੀ ਤਰਫ ਸਾਡੇ ਦੇਸ਼ ਦੇ ਵਿੱਚ ਇੱਕ ਕਿਸਾਨ ਦਾ ਕਹਿ ਲਈਏ ਉਹਦੀ ਗਿੱਚੀ ਕੁੱਟਣ ਵਾਲੀ ਗੱਲ ਹੈ ਕਿਸਾਨ ਦੀ। ਤੇ ਅੱਜ ਜੇ ਕੋਵਾ ਵੈਕਸੀਨ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਾ ਵੈਕਸੀਨ ਦੀ ਜੇ ਗੱਲ ਮੈਂ ਕਰਾਂ ਤਾਂ ਹਰ ਜਾਂ ਕਹਿ ਲਈਏ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ ਬੋਰਿਸ ਜੌਨਸਨ, ਉਹਨਾਂ ਵੱਲੋਂ ਟੀਕਾਕਰਨ ਆਪ ਕਰਾਇਆ ਗਿਆ। ਤਾਂ ਇੱਥੇ ਸਾਡੇ ਦੇਸ਼ ਦੇ ਵਿੱਚ ਟੀਕਾਕਰਨ ਜਿਹੜੇ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਪ ਨਹੀਂ ਕਰਾ ਰਹੇ, ਬਲਕਿ ਆਮ ਜਿਹੜੇ ਡਾਕਟਰ ਹੈ ਉਹਨਾਂ ਕੋਲ ਟੀਕਾਕਰਨ ਕਰਾ ਰਹੇ। ਕਹਿੰਦਾ ਮਤਲਬ ਭਰੋਸਾ ਨਹੀਂ ਹੈ ਡਾਕਟਰਾਂ ਤੇ ਕਿ ਇਹ ਲੱਗਦਾ ਵੈਕਸੀਨ ਨਹੀਂ ਬਣਿਆ। ਮਨਪ੍ਰੀਤ, ਜਿੱਥੇ ਅਸੀਂ ਕਿਸਾਨੀ ਅੰਦੋਲਨ ਦੀ ਏਡੀਆਂ ਗੱਲਾਂ ਕਰਦੇ ਆ, ਕਾਨੂੰਨਾਂ ਦੀਆਂ ਗੱਲਾਂ ਕਰਦੇ ਆ, ਕਿ ਟੀਕਾਕਰਨ ਤੋਂ ਇੰਨਾ ਡਰ ਲੱਗਦਾ ਪਿਆ ਸਾਡੇ ਪ੍ਰਧਾਨ ਮੰਤਰੀ ਜੀ ਨੂੰ। ਮਨਪ੍ਰੀਤ ਜੀ ਗਰਲਾਲ, ਆਪਣੇ ਆਪ ਦੇ ਵਿੱਚ ਇੱਕ ਜਿਹੜਾ ਇਹ ਸਵਾਲ ਹੈ ਇਹ ਇੱਕ ਚਿਹਰੇ ਤੇ ਮੁਸਕਰਾਹਟ ਵੀ ਲੈ ਕੇ ਆਉਂਦਾ। ਬਿਲਕੁਲ, ਇੱਕ ਸੱਚਾਈ ਵੀ ਚਪੇੜ ਵੀ ਹੈ ਮੂੰਹ ਤੇ, ਸੱਚਾਈ ਹੈ ਕਿ ਸੱਚ ਕੌੜਾ ਵੀ ਹੁੰਦਾ ਹੈ। ਇਹ ਕੌੜੀ ਸੱਚਾਈ ਹੈ ਗਰਲਾਲ ਜੀ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਸਾਡੇ ਬਹੁਤ ਉਹਨਾਂ ਦਾ ਅਸੀਂ ਆਦਰ ਕਰਦੇ ਹਾਂ, ਬਹੁਤ ਉਹਨਾਂ ਦੀ ਰਿਸਪੈਕਟ ਹੈ। ਉਹ ਦੇਸ਼ ਦੇ ਸਰਵਉੱਚ ਅਹੁਦੇ ਤੇ ਇਸ ਵਕਤ ਜਿਹੜੇ ਬਿਰਾਜਮਾਨ ਨੇ, ਤੇ ਅਗਰ ਉਹਨਾਂ ਦੀ ਜਿਹੜੀਆਂ ਫੇਸਬੁੱਕ ਤੇ ਫੋਟੋ ਜਿਹੜੀਆਂ ਪਿਕਚਰਸ ਨੇ ਉਹਨਾਂ ਦੀਆਂ ਟਰੋਲ ਹੁੰਦੀਆਂ ਰਹਿੰਦੀਆਂ ਨੇ ਲਗਾਤਾਰ। ਉਹ ਮੋਹਰਾਂ ਦੇ ਨਾਲ ਉਹ ਬਹੁਤ ਸੋਹਣੀਆਂ ਫੋਟੋਆਂ ਕਰਵਾ ਲੈਂਦੇ ਨੇ, ਬਹੁਤ ਸਾਰੀਆਂ ਫੋਟੋਆਂ ਕਰਵਾਉਣ ਦਾ ਉਹਨਾਂ ਨੂੰ ਜਿਹੜਾ ਸ਼ੌਂਕ ਹੈ। ਤਾਂ ਕੈਮਰਾ ਜਿਹੜਾ ਉਹਨਾਂ ਨੂੰ ਕਿਸ ਤਰ੍ਹਾਂ ਪਕੜਦਾ ਹੈ ਇਹ ਵੀ ਆਪਣੇ ਆਪ ਦੀ ਇੱਕ ਵੱਡੀ ਗੱਲ ਹੈ। ਤਾਂ ਮੀਡੀਆ ਦੇ ਤਮਾਮ ਕੈਮਰਿਆਂ ਦੀਆਂ ਨਿਗਾਹਾਂ ਉਹਨਾਂ ਤੇ ਰਹਿੰਦੀਆਂ ਨੇ। ਤਾਂ ਇੱਕ ਫੋਟੋ ਦਾ ਜਿਹੜਾ ਕਰੇਜ਼ ਬਹੁਤ ਹੈ, ਇਹ ਮੇਰਾ ਨਹੀਂ ਕਹਿਣਾ, ਇਹ ਬਹੁਤ ਸਾਰੇ ਲੋਕਾਂ ਦਾ ਕਹਿਣਾ ਜੋ ਸੋਸ਼ਲ ਮੀਡੀਆ ਤੇ ਐਕਟਿਵ ਨੇ, ਬਹੁਤ ਸਾਰੇ ਐਕਟਿਵਿਸਟ ਨੇ
ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਸਾਹਿਬ ਫੋਟੋ ਕਰਾਉਣ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ। ਅਗਰ ਇਹ ਹਾਂ ਬਿਲਕੁਲ ਇੱਕ ਅਮਰੀਕਾ ਦੀ ਵੀਡੀਓ ਹੈ ਸ਼ਾਇਦ ਜਿਹਦੇ ਚ ਮਾਰਕ ਜ਼ੁਕਰਬਰਗ ਨੂੰ ਜਿਹੜੇ ਅੱਗੇ ਆ ਜਾਂਦੇ ਆ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਿਆਰ ਇੰਨਾ ਹੈ ਕੈਮਰੇ ਦੇ ਨਾਲ, ਉਹਨੂੰ ਮੋਢੇ ਤੋਂ ਫੜ ਕੇ ਜਿਹੜਾ ਇੱਧਰ ਕਰ ਦਿੰਦੇ ਆ। ਬਲਕਿ ਵੀ ਪ੍ਰਧਾਨ ਮੰਤਰੀ ਸਾਹਿਬ ਵਾਕਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੈਮਰੇ ਅੱਗੇ ਮੇਰੀ ਫੋਟੋ ਲਗਾਤਾਰ ਆਈ ਜਾਵੇ, ਪਰ ਉਹ ਜਿਹੜੇ ਮਾਰਕ ਜ਼ੁਕਰਬਰਗ ਦੀ ਗੱਲ ਕਰੀਏ, ਫੇਸਬੁੱਕ ਦੀ ਅਸੀਂ ਗੱਲ ਕਰਦੇ, ਕੁਛ ਉਹਨਾਂ ਨੂੰ ਸਮਝਾ ਰਹੇ ਸੀ, ਉਹ ਵੀ ਉਦੋਂ ਵੀਡੀਓ ਬਹੁਤ ਟ੍ਰੋਲ ਹੋਇਆ ਸੀਗਾ ਕਿ ਪਿਆਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕੈਮਰਾ ਹੈ। ਮਨਪ੍ਰੀਤ ਜੀ ਬਿਲਕੁਲ, ਬਹੁਤ ਜ਼ਿਆਦਾ ਅਗਰ ਹੋਣਾ ਵੀ ਚਾਹੀਦਾ, ਯੂਥ ਨੂੰ ਅਟਰੈਕਟ ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਨੇ। ਅਗਰ ਯੂਥ ਨੂੰ ਜੋੜਨਾ ਤਾਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਵੀ ਕਰਨੀਆਂ ਪੈਣਗੀਆਂ। ਜਿੰਨੀ ਕਿ ਸਾਡੀ ਸਮਝ ਹੈ ਤਾਂ ਇੱਕ ਬਾਬਾ ਜੀ ਸਨ, ਉਹ ਵੀ ਯੂਥ ਦਾ ਬੜਾ ਜ਼ਿਕਰ ਕਰਦੇ ਹੁੰਦੇ ਸਨ, ਯੂਥ ਦੇ ਮੁਤਾਬਕ ਚੱਲਦੇ ਹੁੰਦੇ ਸਨ। ਤਾਂ ਹੁਣ ਉਸ ਮੁੱਦੇ ਵੱਲ ਨਹੀਂ ਜਾਊਂਗਾ ਮੈਂ, ਇੱਧਰ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰੂੰਗਾ। ਤਾਂ ਪ੍ਰਧਾਨ ਮੰਤਰੀ ਸਾਹਿਬ ਯੂਥ ਨੂੰ ਅਗਰ ਜੋੜ ਕੇ ਰੱਖਣਾ ਚਾਹੁੰਦੇ ਆ, ਹੁਣ ਅੱਜ ਕੱਲ ਬੰਗਾਲ ਦੇ ਇਲੈਕਸ਼ਨਸ ਨੇ ਤਾਂ ਉਹਨਾਂ ਨੂੰ ਟਰੋਲ ਇਸ ਤਰੀਕੇ ਨਾਲ ਵੀ ਕੀਤਾ ਜਾ ਰਿਹਾ ਕਿ ਰਵਿੰਦਰਨਾਥ ਟੈਗੋਰ ਨੇ, ਜੋ ਬਹੁਤ ਰਿਸਪੈਕਟਡ ਜਿਹੜੇ ਪੋਇਟ ਵੀ ਹੋਏ ਨੇ ਤੇ ਜਿਹੜੇ ਬੁੱਧੀਜੀਵੀ ਸਨ, ਰਵਿੰਦਰਨਾਥ ਟੈਗੋਰ ਜੀ, ਜਿਨ੍ਹਾਂ ਦੇ ਇਹਨਾਂ ਤੋਂ ਅਸੀਂ ਸਕੂਲ ਦੀ ਪਰੇਡ ਵੀ ਜਿਹੜੀ ਸ਼ੁਰੂ ਕਰਦੇ ਆ, ਤੁਸੀਂ ਦੇਖਦੇ ਹੋਵੋਗੇ ਜਿਹੜੀ ਸਕੂਲ ਦੇ ਵਿੱਚ ਸੁਬਹ ਪੀਟੀ ਹੁੰਦੀ ਸੀ ਤਾਂ ਬਿਲਕੁਲ ਉਹ ਸਾਰਾ ਕੀ ਵਰਤਾਰਾ, ਜਨ ਗਨ ਮਨ ਤੋਂ ਲੈ ਕੇ ਇੱਕ ਵੱਡਾ ਸਫ਼ਰ ਰਿਹਾ ਉਹਨਾਂ ਦਾ। ਤਾਂ ਲੋਕ ਕਹਿ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਕਾਪੀ ਮਾਰ ਰਹੇ ਨੇ, ਸਿੱਧੀ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਆਪਣੀ ਗੱਲ ਰੱਖਣ ਦਾ, ਤਾਂ ਉਹ ਸਿੱਧੀ ਕਹਿ ਰਹੇ ਨੇ, ਸਿੱਧਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੀ ਆਲੋਚਨਾ ਕਰ ਰਹੇ ਨੇ। ਆਲੋਚਨਾ ਕਰ ਸਕਦਾ ਕੋਈ ਵੀ ਨਾਗਰਿਕ ਹੈ, ਤਾਂ ਉਹ ਕਹਿ ਰਹੇ ਨੇ ਕਿ ਜਿਹੜੇ ਬੰਗਾਲ ਦੇ ਇਲੈਕਸ਼ਨਸ, ਵੱਡੇ ਇਲੈਕਸ਼ਨਸ ਆਉਣ ਵਾਲੇ ਨੇ, 3 ਸਟੇਟਾਂ ਹੋਰ ਨੇ ਨਾਲ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਹੋਣੇ ਨੇ, ਤਾਂ ਪ੍ਰਧਾਨ ਮੰਤਰੀ ਸਾਹਿਬ ਕਾਪੀ ਮਾਰ ਰਹੇ ਨੇ। ਤੇ ਇਸ ਤਰ੍ਹਾਂ ਜਿਹੜਾ ਮੋਰਾਂ ਦੇ ਨਾਲ ਕਦੇ ਫੋਟੋਆਂ ਆਉਂਦੀਆਂ ਨੇ, ਵੱਖ-ਵੱਖ ਹੋਰ ਬਹੁਤ ਸਾਰੀਆਂ ਫੋਟੋਆਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਸਕਦੇ ਹਾਂ। ਤਾਂ ਹੁਣ ਜਦੋਂ ਕਰੋਨਾ ਵੈਕਸੀਨ ਵੱਲ ਮੈਂ ਆਉਣਾ ਤਾਂ ਅਗਰ ਜੇ ਫੋਟੋਆਂ ਵਾਇਰਲ ਹੋਈਆਂ ਨੇ, ਵਿਸ਼ਵ ਵਿਆਪੀ ਜਿਹੜੇ ਲੀਡਰ ਨੇ, ਵਿਸ਼ਵ ਵਿਆਪੀ ਜਿਹੜੇ ਨੇਤਾ ਨੇ, ਉਹਨਾਂ ਦੀਆਂ ਅਗਰ ਫੋਟੋਆਂ ਆਈਆਂ ਨੇ ਸਾਡੇ ਸਾਹਮਣੇ ਨਿਕਲ ਕੇ, ਉਹਨਾਂ ਦੀਆਂ ਪਿਕਚਰਸ ਆਈਆਂ ਨੇ ਕਰੋਨਾ ਵੈਕਸੀਨ ਲਗਵਾਉਂਦਿਆਂ ਨਹੀਂ, ਤਾਂ ਅਗਰ ਪ੍ਰਧਾਨ ਮੰਤਰੀ ਸਾਹਿਬ ਇਹ ਮੈਸੇਜ ਦੇਣਾ ਚਾਹੁੰਦੇ ਸਨ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਉਂ ਨਹੀਂ ਖੁਦ ਵੈਕਸੀਨ ਲਗਵਾਈ? ਲਗਵਾਉਣਾ ਚਾਹੀਦਾ ਸੀਗਾ, ਜ਼ਰੂਰ ਲਗਵਾ ਕੇ ਇੱਕ ਫੋਟੋ ਦੇਣੀ ਚਾਹੀਦੀ, ਇੱਕ ਮੈਸੇਜ ਦੇਣਾ ਚਾਹੀਦਾ ਸੀ। ਦੇਸ਼ ਦੇ ਉਹ ਵੱਡੇ ਆਗੂ ਨੇ, ਜਾਂ ਤਾਂ ਫਿਰ ਉਹਨਾਂ ਨੂੰ ਵੈਕਸੀਨ ਤੇ ਵਿਸ਼ਵਾਸ ਨਹੀਂ, ਜਾਂ ਉਹਨਾਂ ਨੂੰ ਫੋਟੋਆਂ ਤੇ ਵਿਸ਼ਵਾਸ ਨਹੀਂ। ਅਗਰ ਉਹਨਾਂ ਨੂੰ ਫੋਟੋਆਂ ਤੇ ਵਿਸ਼ਵਾਸ ਨਹੀਂ ਤਾਂ ਪਹਿਲਾਂ ਉਹਨਾਂ ਦੀਆਂ ਫੋਟੋਆਂ ਆਉਂਦੀਆਂ ਨੇ, ਫਿਰ ਉਹਨਾਂ ਦੀਆਂ ਉਹ ਵੀ ਨਹੀਂ ਆਉਣੀਆਂ ਚਾਹੀਦੀਆਂ ਸੀ, ਉਹ ਵੀ ਨਾ ਜਿਹੜਾ ਆਈਆਂ ਹੁੰਦੀਆਂ। ਮਨਪ੍ਰੀਤ ਜੀ ਮੇਰੇ ਖਿਆਲ ਨਾਲ ਜੇ ਵਿਸ਼ਵਾਸ ਹੀ ਦਿਵਾਉਣਾ ਸੀਗਾ ਤਾਂ ਉਹ ਟੈਟਨਸ ਦਾ ਟੀਕਾ ਵੀ ਲਵਾ ਹੀ ਸਕਦੇ ਸੀ, ਉਹਨੂੰ ਵੀ ਕਹਿ ਦਿੰਦੇ ਕੋਵਾ ਵੈਕਸੀਨ ਹੈ, ਟੈਟਨਸ ਦਾ ਟੀਕਾ ਹੀ ਲਵਾ ਲੈਂਦੇ। ਜੀ ਬਿਲਕੁਲ, ਲੋਕਾਂ ਨੂੰ ਕਹਿਣਾ ਹੀ ਹੁੰਦਾ ਜੀ। ਖੇਤੀ ਕਾਨੂੰਨਾਂ ਦੇ ਬਾਰੇ ਵੀ ਤਾਂ ਲਗਾਤਾਰ ਪ੍ਰਧਾਨ ਮੰਤਰੀ ਸਾਹਿਬ ਇਹ ਜ਼ਿਕਰ ਕਰ ਰਹੇ ਨੇ ਵੀ ਬਹੁਤ ਵਧੀਆ ਹੈ, ਹਾਂ, ਬਹੁਤ ਕਿਸਾਨੋਂ ਕੇ ਫਾਇਦੇ ਕੇ ਭਲੇ ਕੇ ਲਈ ਜਦ ਉਹ ਆਉਂਦੇ ਆ ਤਾਂ ਜੀ ਦਰਅਸਲ ਫਿਰ ਇਹ ਕੌਣ ਕਿਸਾਨ ਨੇ? ਫਿਰ ਇਹ ਤੁਸੀਂ ਮੰਨ ਰਹੇ ਹੋ ਫਿਰ ਇਹ ਕਿਸਾਨ ਨਹੀਂ ਜਿਹੜੇ ਦਿੱਲੀ ਦੀਆਂ ਸੜਕਾਂ ਤੇ ਡਟੇ ਹੋਏ ਨੇ? ਅਸੀਂ ਉਹਨਾਂ ਦਾ ਦਰਦ ਦੇਖਿਆ, ਅਸੀਂ ਉਹਨਾਂ ਦਾ ਦੁੱਖ ਦੇਖਿਆ, ਅਸੀਂ ਖੁਦ ਪੰਜਾਬ ਦੇ ਨਾਲ ਜੁੜੇ ਹੋਏ ਹਾਂ, ਅਸੀਂ ਖੁਦ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ। ਅੱਜ ਅਗਰ ਅਸੀਂ ਉਹਦੀ ਗੱਲ ਨਹੀਂ ਕਰਾਂਗੇ ਤਾਂ ਅਸੀਂ ਕਦੋਂ ਗੱਲ ਕਰਾਂਗੇ? ਤਾਂ ਸਾਡੇ ਕਿਸਾਨ ਨੇ ਉਹ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ, ਵਾਜਿਬ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ। ਤਾਂ ਤੁਹਾਨੂੰ ਡਰ ਕਾਹਦਾ? ਤੁਹਾਡਾ ਘਾਟਾ ਕਾਹਦਾ? ਤੁਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਕਿਉਂ ਨਹੀਂ ਲੈਂਦੇ? ਤਾਂ ਤੁਸੀਂ ਫਾਇਦੇ ਕਾਨੂੰਨ ਬਣਾਉਣ ਸਾਹਮਣੇ ਆਉਣੇ ਹੋ। ਤੇ ਵੈਕਸੀਨ ਦੇ ਵੀ ਲਗਾਤਾਰ ਜਿਹੜਾ ਪ੍ਰਚਾਰਿਆ ਜਾ ਰਿਹਾ, ਵੈਕਸੀਨ ਦਾ ਪ੍ਰਚਾਰ ਕੀਤਾ ਜਾ ਰਿਹਾ, ਪਰ ਪ੍ਰਧਾਨ ਮੰਤਰੀ ਸਾਹਿਬ ਖੁਦ ਵੈਕਸੀਨ ਦੇ ਪ੍ਰਚਾਰ ਦੇ ਲਈ ਅੱਗੇ ਨਹੀਂ ਆਏ ਜੀ। ਗਰਲਾਲ ਜੀ ਮਨਪ੍ਰੀਤ ਜੀ, ਸਵਾਲ ਬੜਾ ਵੱਡਾ ਹੈ, ਕੱਲ ਦੀ ਮੀਟਿੰਗ ਕੀ ਲੱਗਦਾ ਕੀ ਬਣੇਗਾ? ਕੋਈ ਲੱਗਦਾ ਹੈ ਸਾਰਥਕ ਨਤੀਜੇ ਨਿਕਲਣ ਦੀ ਆਸ ਹੈਗੀ ਹੈ? ਕਿਉਂਕਿ ਆਪਾਂ ਦਿੱਲੀ ਦੀ ਜ਼ਮੀਨੀ ਹਕੀਕਤ ਤੇ ਇਕੱਠੇ ਰਹੇ ਹਾਂ, ਵੀ ਟੇਬਲ ਟਾਕ ਚੱਲ ਰਿਹਾ, ਆਖਿਰਕਾਰ ਕਿੰਨਾ ਸਮਾਂ ਹੋ ਗਿਆ ਟੇਬਲ ਟਾਕ ਨੂੰ, ਪਰ ਸਭ ਤੋਂ ਵੱਡੀ ਗੱਲ ਹੈ ਸਬਰ ਹੈ ਕਿਸਾਨ ਜਥੇਬੰਦੀਆਂ ਦਾ, ਕਿੱਡਾ ਸਬਰ ਹੈ, ਹਰ ਮੀਟਿੰਗ ਦੇ ਵਿੱਚ ਪਹੁੰਚ ਰਿਹਾ, ਗੱਲਬਾਤ ਕਰ ਰਿਹਾ, ਪਰ ਸਰਕਾਰ ਉਹਨਾਂ ਨੂੰ ਜਿਹੜਾ ਸਾਰਥਕ ਨਤੀਜੇ ਦੇ ਤੌਰ ਤੇ ਇੱਕ ਜਵਾਬ ਨਹੀਂ ਦਿੰਦੀ। ਮਨਪ੍ਰੀਤ ਜਿਗਰ ਲਾਲ, ਕੱਲ ਵਾਲੀ ਮੀਟਿੰਗ ਦੀ ਅਗਰ ਗੱਲ ਕਰ ਲਈ ਜਾਵੇ, ਅਹਿਮ ਜ਼ਰੂਰ ਰਹੇਗੀ ਕਿਉਂਕਿ 26 ਦੀ ਟਰੈਕਟਰ ਪਰੇਡ ਹੈ, ਉਸਨੂੰ ਟਾਲਣ ਦੇ ਲਈ ਕੋਈ ਵੱਡਾ ਪ੍ਰਸਤਾਵ ਵੀ ਲੈ ਕੇ ਆਇਆ ਜਾ ਸਕਦਾ ਸਰਕਾਰ ਦੇ ਵੱਲੋਂ। ਤੇ ਜਥੇਬੰਦੀਆਂ ਨੇ ਖੁਦ ਇੱਕ ਮੀਟਿੰਗ ਕੀਤੀ ਹੈ, ਜਿਸ ਤਰ੍ਹਾਂ ਮਹਿਮਦ ਸਾਹਿਬ ਸਾਡੇ ਨਾਲ ਜ਼ਿਕਰ ਕਰ ਰਹੇ ਸਨ, ਅਸੀਂ ਗੁਪਤ ਰੱਖਿਆ ਗਿਆ ਫੈਸਲਿਆਂ ਨੂੰ ਜੋ ਲਏ ਗਏ ਨੇ ਇਸ ਮੀਟਿੰਗ ਦੇ ਵਿੱਚ।
ਪਰ ਕੀ ਫੈਸਲੇ ਵੱਡੇ ਲਏ ਗਏ ਨੇ, ਕਿਸ ਤਰ੍ਹਾਂ ਲਏ ਗਏ ਨੇ? ਕਿਉਂਕਿ ਪਹਿਲਾਂ ਤਾਂ ਜਥੇਬੰਦੀਆਂ ਲਗਾਤਾਰ ਇਹ ਗੱਲ ਕਰ ਰਹੀਆਂ ਨੇ ਕਿ ਕਾਨੂੰਨ ਰੱਦ ਕਰਵਾਉਣੇ ਨੇ, ਤਾਂ ਹੁਣ ਕਿਸ ਤਰ੍ਹਾਂ ਦਾ ਪ੍ਰਸਤਾਵ ਲੈ ਕੇ ਜਾਣੀਆਂ? ਅਗਰ ਜਿਹੜਾ ਕੇਂਦਰ ਦੀ ਸਰਕਾਰ ਪ੍ਰਸਤਾਵ ਲੈ ਕੇ ਆਈ ਹੈ ਵੀ 1.5 ਸਾਲਾਂ ਲਈ ਹੋਲਡ ਕਰ ਦਿੰਦੇ ਆ, ਤਾਂ ਇਸ ਦਾ ਮਤਲਬ ਇਹ ਹੈ ਕਿ ਸਿੱਧੇ ਸਪਸ਼ਟ ਤੌਰ ਤੇ ਅਗਰ ਸਰਕਾਰ ਅੱਜ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ, ਤਾਂ ਆਉਣ ਵਾਲੇ 1.5-2 ਸਾਲਾਂ ਦੇ ਵਿੱਚ ਵੀ ਉਹ 3 ਕਾਨੂੰਨ ਵਾਪਸ ਨਹੀਂ ਲਏਗੀ। ਇੱਕ ਵਾਰ ਇਸ ਪ੍ਰਦਰਸ਼ਨ ਨੂੰ ਖਤਮ ਹੁੰਦਿਆਂ ਸਾਰ 1.5 ਸਾਲ ਦਾ ਵਕਤ ਵੀ ਬੀਤ ਜਾਏਗਾ, 2 ਮਹੀਨਿਆਂ ਦਾ ਤਾਂ ਬੀਤ ਹੀ ਚੁੱਕਿਆ, ਤਾਂ ਉਸ ਤੋਂ ਬਾਅਦ ਲਾਗੂ ਕਰ ਦਿੱਤੇ ਜਾਣਗੇ ਬੜਾ ਆਸਾਨ ਤਰੀਕੇ ਦੇ ਨਾਲ ਆ ਜਿਹੜੀ, ਕਿਉਂਕਿ ਇਹ ਜਿਹੜੀਆਂ ਲਹਿਰਾਂ ਨੇ, ਇਹ ਜਿਹੜੀ ਮੂਵਮੈਂਟ ਹੈ, ਇਤਿਹਾਸ ਦੀ ਵੱਡੀ ਮੂਵਮੈਂਟ ਹੈ, ਇਹ ਮੂਵਮੈਂਟ ਦੁਬਾਰਾ ਖੜੀ ਨਹੀਂ ਹੋਏਗੀ। ਤੇ ਅਗਰ ਪ੍ਰਸਤਾਵ ਜਥੇਬੰਦੀਆਂ ਲੈ ਕੇ, ਪਹਿਲੀ ਗੱਲ ਤਾਂ ਜਥੇਬੰਦੀਆਂ ਤੋਂ ਜਿੱਥੋਂ ਤੱਕ ਅਸੀਂ ਭਰੋਸਾ ਕਰਦੇ ਹਾਂ ਜਾਂ ਜਿੱਥੋਂ ਤੱਕ ਅਸੀਂ ਸਮਝਦੇ ਹਾਂ, ਜਥੇਬੰਦੀਆਂ ਏਡੇ ਪ੍ਰਸਤਾਵ ਤੇ ਜਿਹੜਾ ਕੋਈ ਫੈਸਲਾ ਨਹੀਂ ਰਹਿਣਗੀਆਂ। ਇਸ ਨੂੰ ਜਿਸ ਤਰ੍ਹਾਂ ਸਟੇਟਮੈਂਟਸ ਨੇ ਵੱਖ-ਵੱਖ ਜਥੇਬੰਦੀਆਂ ਦੀਆਂ, ਰਕੇਸ਼ ਡਕੈਤ ਹਰਾਂ ਦੀ ਜਿਹੜੀ ਸਟੇਟਮੈਂਟ ਹੈ, ਜਿਹੜੀ ਕਿਰਤੀ ਕਿਸਾਨ ਯੂਨੀਅਨ ਤੋਂ ਰਜਿੰਦਰ ਸਿੰਘ ਹਰਾਂ ਦੀ ਇਹ ਸਟੇਟਮੈਂਟ ਰਹੀ ਹੈ ਕਿ ਨਕਾਰਿਆ ਉਹਨਾਂ ਨੇ ਇਸ ਫੈਸਲੇ ਨੂੰ, ਇਸ ਪ੍ਰਸਤਾਵ ਨੂੰ ਨਕਾਰਿਆ, ਸਿੱਧੇ ਤੌਰ ਤੇ ਨਕਾਰਿਆ। ਤਾਂ ਕੱਲ ਵਾਲੀ ਮੀਟਿੰਗ ਦੇ ਵਿੱਚ ਵੀ ਨਕਾਰ ਦਿੱਤਾ ਜਾਵੇਗਾ। ਕੇਂਦਰ ਦੀ ਤਰਫ ਤੋਂ ਕੀ ਪ੍ਰਸਤਾਵ ਆਉਂਦਾ ਇਹ ਦੇਖਣ ਵਾਲਾ ਹੋਵੇਗਾ, ਪਰ ਕੋਈ ਬਹੁਤਾ ਸਾਰਥਕ ਨਤੀਜਾ ਨਿਕਲੂਗਾ ਕੱਲ ਵਾਲੀ ਮੀਟਿੰਗ ਦੇ ਵਿੱਚ ਇਹ ਪੋਸੀਬਲ ਨਹੀਂ ਹੈ ਗੁਰਲਾਲ ਜੀ। ਇਹ ਕੋਈ ਆਸ ਨਹੀਂ ਹੈ, ਇਹ ਅਸੰਭਵ ਹੈ ਜੀ, ਬਿਲਕੁਲ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਸਾਡੇ ਨੌਜਵਾਨ ਬਜ਼ੁਰਗ, ਮਾਤਾਵਾਂ ਤੇ ਵੱਡੇ ਬਜ਼ੁਰਗ ਜਿਨ੍ਹਾਂ ਨੇ ਏਡਾ ਵੱਡਾ ਹਿੱਸਾ ਪਾਇਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਸਰਕਾਰ ਨੂੰ ਕਹਿ ਲਈਏ ਜਾਗਰੂਕ ਨਹੀਂ, ਸਰਕਾਰ ਦੀ ਕਹਿ ਲਈਏ ਕਾਨੀ ਏਡੇ ਬੋਲੇ ਕਿ ਸਾਡੀ ਆਵਾਜ਼ ਹੀ ਨਹੀਂ ਉਹਨਾਂ ਤੱਕ ਪਹੁੰਚਦੀ। ਸਾਡੇ ਕਿਸਾਨ ਕਿੰਨੇ ਸ਼ਹੀਦ ਹੋ ਗਏ ਆ ਉੱਥੇ, ਪਰ ਸਰਕਾਰ ਤਾਂ ਸਿਹਤ ਉੱਤੇ ਕੋਈ ਅਸਰ ਨਹੀਂਗਾ ਕਿ ਇਹ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਮਨਪ੍ਰੀਤ, ਕਿਵੇਂ ਲੱਗਦਾ ਹੈ ਕਿ ਇੰਨੇ ਸਾਡੇ ਕਿਸਾਨ ਸ਼ਹੀਦ ਹੋਣੇ, ਸਰਕਾਰ ਨੇ ਕੋਈ ਸੋਚਣਾ ਨਾ? ਤੇ ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਅਮਰੀਕਾ ਦੀ ਇੱਕ ਟਵੀਟ ਕਰਦੇ ਆ ਉੱਥੋਂ ਦੀ ਕਿ ਉੱਥੇ ਜਿਹੜੇ ਕੁਝ ਦਿਨ ਪਹਿਲਾਂ ਜਿਹੜੇ ਕੁਝ ਕਹਿ ਲਈਏ ਉੱਥੇ ਹਮਲਾ ਜਾਂ ਕਹਿ ਲਈਏ ਜਾਂ ਟਰੰਪ ਦੇ ਸਮਰਥਕ ਸੀਗੇ, ਕੁਝ ਇਹੋ ਜਿਹਾ ਅੰਦੋਲਨ ਕੈਪੀਟਲ ਦੇ ਵਿੱਚ ਹੋਇਆ ਸੀਗਾ, ਤਾਂ ਉੱਥੇ ਇੱਕ ਔਰਤ ਦੀ ਮੌਤ ਹੋਣੀ, ਉਹਦੇ ਤੇ ਦੁੱਖ ਪ੍ਰਗਟਾਵਾ ਕਰਨਾ। ਪਰ ਜਿਹੜੇ ਸਾਡੇ ਇੰਨੇ ਕਿਸਾਨ ਸ਼ਹੀਦ ਹੋ ਗਏ ਹੈ, ਜਿਹੜੇ ਅੰਦੋਲਨ ਦੇ ਵਿੱਚ ਬੈਠੇ, ਜਿਹੜੇ ਹੈ ਆਪਦੇ ਘਰ ਵਾਪਸ ਜਾਣਾ ਚਾਹੁੰਦੇ ਸੀਗੇ, ਵਿਚਾਰੇ ਘਰ ਵਾਪਸ ਨਹੀਂ ਗਏ, ਆਪਦੇ ਇੱਕ ਵਾਰੀ ਜਿਹੜਾ ਮੂੰਹ ਖਾ ਕੇ ਆਏ ਆ, ਉਹ ਉੱਥੋਂ ਦੇ ਉੱਥੇ ਜਿਹੜੇ ਸਿੱਧਾ ਇੱਕ ਕਹਿ ਲਈਏ ਕਿਸਾਨੀ ਅੰਦੋਲਨ ਨੂੰ ਕੁਰਬਾਨ ਹੋ ਗਏ ਹੈ। ਤਾਂ ਉੱਥੇ ਟਵੀਟ ਕਿਉਂ ਨਹੀਂ ਕਰਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ, ਕਿ ਉਹਨਾਂ ਨੂੰ ਦਿਸਦਾ ਹੀ ਨਹੀਂ ਕੁਝ? ਜੀ, ਇਹ ਪ੍ਰਧਾਨ ਮੰਤਰੀ ਸਾਹਿਬ ਦੀ ਆਪਦੀ ਜਿਹੜੀ ਰਣਨੀਤੀ ਹੋ ਸਕਦੀ ਹੈ, ਉਹਨਾਂ ਦੀ ਪਾਰਟੀ ਦੀ ਰਣਨੀਤੀ ਹੋ ਸਕਦੀ ਹੈ, ਕਿਉਂਕਿ ਅਗਰ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਟਵੀਟ ਦੇਣਗੇ, ਹੱਕ ਨੂੰ ਵੀ ਅਸੀਂ ਨਹੀਂ ਕਹਿ ਸਕਦੇ, ਅਗਰ ਉਹ ਹਮਦਰਦੀ ਜਤਾ ਵੀ ਦਿੰਦੇ ਤਾਂ ਇਹ ਹਮਦਰਦੀ ਕੋਈ ਖਾਸ ਮਹੱਤਤਾ ਨਹੀਂ ਰੱਖਦੀ ਸੀ, ਪਰ ਕਿਸਾਨਾਂ ਲਈ ਕੋਈ ਮਹੱਤਤਾ ਨਹੀਂ ਰੱਖਦੀ ਸੀ। ਪਰ ਪ੍ਰਧਾਨ ਮੰਤਰੀ ਸਾਹਿਬ ਦੇ ਲਈ ਇੱਕ ਮਹੱਤਵਪੂਰਨ ਗੱਲ ਹੈ, ਉਹ ਇੱਕ ਜ਼ਿੰਮੇਵਾਰ ਜਿਹੜੇ ਅਹੁਦੇ ਦੇ ਉੱਪਰ ਬੈਠੇ ਹੋਏ ਨੇ, ਉਹਨਾਂ ਦੀ ਕਿੰਨੀ ਕੁ ਹਮਦਰਦੀ ਹੈ ਦੇਸ਼ ਦੇ ਨਾਗਰਿਕਾਂ ਨਾਲ, ਅਸੀਂ ਦੇਖ ਸਕਦੇ ਹਾਂ। ਜਿਹੜੀਆਂ ਘੱਟ ਗਿਣਤੀਆਂ ਨੇ, ਘੱਟ ਗਿਣਤੀਆਂ ਚੋਂ ਹੀ ਉਹ ਕਿਸਾਨਾਂ ਨੂੰ ਦੇਖ ਰਹੇ ਨੇ। ਇਹ ਨਜ਼ਰੀਆ ਉਹਨਾਂ ਦਾ ਜਿਹੜਾ ਬਣਿਆ ਹੋਇਆ, ਤਾਂ ਇਸ ਦੀ ਆਲੋਚਨਾ, ਸਖਤ ਆਲੋਚਨਾ ਕਰਦਾ ਮੈਂ, ਨਿੱਜੀ ਤੌਰ ਤੇ ਵੀ ਆਲੋਚਨਾ ਇਸ ਦੀ ਕਰਦਾ ਮੈਂ। ਆਪਣੇ ਜਿਹੜੇ ਸੋਸ਼ਲ ਅਕਾਊਂਟਸ ਨੇ ਉਹਨਾਂ ਦੇ ਉੱਪਰ ਵੀ ਲਗਾਤਾਰ ਇਸ ਨੂੰ ਜਿਹੜਾ ਕੰਡੈਮ ਕਰਦਾ ਕਿ ਉਹਨਾਂ ਨੂੰ ਇੱਕ ਹਮਦਰਦੀ ਜ਼ਰੂਰ ਜਤਾਉਣੀ ਚਾਹੀਦੀ ਸੀ ਦੇਸ਼ ਦੇ ਨਾਗਰਿਕਾਂ ਦੇ ਨਾਲ। ਇਹ ਆਪਣੇ ਆਪ ਦੇ ਵਿੱਚ ਇੱਕ ਨਿਰਾਸ਼ਾਜਨਕ ਹੈ, ਇਹ ਬਹੁਤ ਜਿਹੜਾ ਹੈ ਉਹ ਨੈਗੇਟਿਵ ਇਸ ਨੂੰ ਮੰਨਾਂਗੇ ਅਸੀਂ, ਜਿਹੜਾ ਉਹਨਾਂ ਦਾ ਇੱਕ ਵੀ ਟਵੀਟ ਨਾ ਆਉਣਾ। ਕਿਉਂਕਿ ਅਗਰ ਉਹ ਅਮਰੀਕਾ ਦੇ ਵਿੱਚ ਕੀ ਵਾਪਰ ਰਿਹਾ, ਕੀ ਘਟਨਾਵਾਂ ਹੋ ਰਹੀਆਂ ਨੇ, ਇੰਟਰਨੈਸ਼ਨਲ ਪੋਲਿਟਿਕਸ ਦੇ ਲਈ ਅਗਰ ਉਹ ਚਿੰਤਤ ਨੇ, ਅਗਰ ਉਹ ਡੈਮੋਕ੍ਰੇਸੀ ਦਾ ਜਿਹੜਾ ਡੈਮੋਕ੍ਰੇਸੀ ਦੀ ਜਿਹੜੀ ਬੁਨਿਆਦ ਹੈ ਉਸਦੇ ਲਈ ਚਿੰਤਤ ਨੇ, ਤਾਂ ਜਿਹੜੀ ਆਪਣੇ ਦੇਸ਼ ਦੇ ਵਿੱਚ, ਜਿਹੜੀ ਭਾਰਤ ਦੇ ਵਿੱਚ ਡੈਮੋਕ੍ਰੇਸੀ ਦੀ ਬੁਨਿਆਦ ਹੈ, ਉਸਦੇ ਲਈ ਕਿੰਨਾ ਕੁ ਚਿੰਤਤ ਨੇ? ਕਿਉਂਕਿ ਫਿਰ ਉਹਨਾਂ ਨੇ ਜਾਂ ਤਾਂ ਸਵੀਕਾਰਿਆ ਹੀ ਨਹੀਂ, ਕਿਸਾਨਾਂ ਦੀ ਜਿਹੜੀ ਡਿਮਾਂਡਸ ਹੈ ਉਹ ਅਲੱਗ ਰਹਿ ਜਾਂਦੀਆਂ, ਉਹਨਾਂ ਨੇ ਕਿਸਾਨ ਅੰਦੋਲਨ ਨੂੰ ਵੀ ਨਹੀਂ ਸਵੀਕਾਰਿਆ। ਉਹਨਾਂ ਦੇ ਲਈ ਆਪਾਂ ਇੱਕ ਗੱਲ, ਇੱਕ ਜਿਹੜੇ ਦੇਖਦੇ ਹੁੰਦੇ ਆਮ ਤੌਰ ਤੇ ਲੋਕ ਇੱਕ ਨੋਟ ਲਿਖ ਕੇ ਪਾਉਂਦੇ ਨੇ ਕਿਸੇ ਜਾਣਕਾਰੀ ਦੇ ਲਈ, ਇਟ ਇਜ਼ ਅਥੈਂਟਿਕ, ਇਟ ਇਜ਼ ਆਫੀਸ਼ੀਅਲ। ਇਸ ਲਈ ਉਹਨਾਂ ਨੇ ਇਸ ਨੂੰ ਅਥੈਂਟਿਕ ਹੀ ਨਹੀਂ ਮੰਨਿਆ, ਇਸ ਦੀ ਜਿਹੜੀ ਮਹੱਤਤਾ ਨੂੰ ਨਹੀਂ ਪਹਿਚਾਣਿਆ। ਇਸ ਨੂੰ ਲਗਾਤਾਰ ਅਸੀਂ ਕੰਡੈਮ ਕਰਦੇ ਰਵਾਂਗੇ, ਇਸ ਦੀ ਆਲੋਚਨਾ ਅਸੀਂ ਕਰਦੇ ਰਵਾਂਗੇ। ਉਹਨਾਂ ਨੂੰ ਚਾਹੀਦਾ ਸੀ ਹਮਦਰਦੀ ਜਤਾਉਣੀ, ਉਹਨਾਂ ਨੂੰ ਚਾਹੀਦੀ ਸੀ, ਦੇਸ਼ ਦੇ ਨਾਗਰਿਕ ਨੇ, ਉਹਨਾਂ ਇੱਕ ਵੱਡੇ ਅਹੁਦੇ ਤੋਂ, ਸਨਮਾਨਜਨਕ ਅਹੁਦੇ ਦੇ ਉੱਪਰ ਉਹ ਬੈਠੇ ਹੋਏ ਨੇ, ਉਹਨਾਂ ਨੂੰ ਇਸ ਦੀ ਮਰਿਆਦਾ ਹੈ, ਤਾਂ ਉਹਨਾਂ ਨੂੰ ਸਮਝਣ ਦੀ ਲੋੜ ਹੈ। ਹਰ ਇੱਕ ਨਾਗਰਿਕ ਇੰਪੋਰਟੈਂਟ ਹੈ, ਚਾਹੇ ਉਹ ਬਹੁ ਗਿਣਤੀ ਤੋਂ ਆਉਂਦਾ, ਚਾਹੇ ਉਹ ਘੱਟ ਗਿਣਤੀ ਤੋਂ ਆਉਂਦਾ। ਜੀ ਗੁਰਲਾਲ।
ਮਨਪ੍ਰੀਤ ਜੀ, ਅੱਜ ਕਾਫੀ ਜਿਹੜੀ ਹੈ ਖਾਸ ਚਰਚਾ ਅਸੀਂ ਕੀਤੀ ਹੈ ਕਿਸਾਨੀ ਅੰਦੋਲਨ ਤੇ। ਅੱਜ ਸਭ ਤੋਂ ਵੱਡੀ ਗੱਲ ਇਹੀ ਹੈ, ਅਪੀਲ ਅਸੀਂ ਇਹੀ ਕਰਦੇ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਗ੍ਰਹਿ ਮੰਤਰੀ ਜੀ ਨੂੰ, ਦੇਸ਼ ਦੀ ਸਰਕਾਰ ਨੂੰ। ਅਸੀਂ ਵੀ ਇਹੀ ਬੇਨਤੀ ਕਰਾਂਗੇ ਕਿ ਉਹ ਜਿਹੜਾ ਰਾਜਾ ਹੈ ਦੇਸ਼ ਦਾ ਜਾਂ ਪ੍ਰਜਾ, ਜਿਸ ਦੀ ਪ੍ਰਜਾ ਹੀ ਨਹੀਂ ਸੌਖੀ ਤਾਂ ਰਾਜਾ ਕੀ ਕਰੇਗਾ। ਤਾਂ ਉਹੀ ਉਹਨੂੰ ਇਹ ਵੀ ਸੋਚਣਾ ਚਾਹੀਦਾ, ਜਿਸ ਦੇ ਘਰੋਂ ਰੋਟੀ ਖਾਂਦੇ ਹੈ ਕਦੀ ਉਸ ਦੇ ਖਿਲਾਫ ਨਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ ਪ੍ਰਧਾਨ ਮੰਤਰੀ ਸਾਹਿਬ, ਸਾਡੇ ਛੋਟੇ ਛੋਟੇ ਬੱਚੇ, ਦੇਸ਼ ਦੇ ਜਿਹੜਾ ਭਵਿੱਖ ਹੈ ਉਹ ਸੜਕਾਂ ਉੱਤੇ ਹੈ, ਸਾਡੀਆਂ ਮਾਤਾਵਾਂ ਉੱਥੇ ਹੈ। ਸਾਡੇ ਕਿਸਾਨਾਂ ਨੇ ਸੜਕਾਂ ਦਾ ਸਰਾਣਾ ਲਾਇਆ ਹੋਇਆ, ਡਿਵਾਈਡਰਾਂ ਦਾ ਸਰਾਣਾ ਲਾਇਆ ਹੋਇਆ, ਜਿੱਥੇ ਕਿ ਸਾਡੇ ਅਸੀਂ ਖੁਦ ਜਾਣਦੇ ਕਿ ਏਡੇ ਏਡੇ ਵੱਡੇ ਸਿਆਸਤਦਾਨ ਬਰਬਰੀ ਦੀਆਂ ਚਾਦਰਾਂ ਉੱਤੇ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਹੀਟਰਾਂ ਅੱਗੇ ਬੈਠੇ ਆ, ਪਰ ਜਿਹੜਾ ਸਾਡਾ ਕਿਸਾਨ ਹੈ ਖੁੱਲੀ ਹਵਾ ਦੇ ਵਿੱਚ ਪਿਆ ਹੈ। ਚਾਹੇ ਉਹ ਜੇਠ ਹਾੜ ਦੀਆਂ ਗੱਲਾਂ ਕਰ ਲਈਏ ਜਾਂ ਪੋਹ ਦੇ ਮਹੀਨੇ ਦੀ ਗੱਲ ਕਰ ਲਈਏ, ਕਿਸਾਨ ਲਈ ਕਹਿ ਲਈਏ 365 ਦੇ 365 ਦਿਨ ਜਿਹੜੇ ਹੁੰਦੇ ਆ, ਕਹਿ ਲਈਏ ਉਹਦੇ ਚਿੰਤਕ ਪੂਰਕ ਨੇ, ਖੇਤੀ ਦੇ ਵਿੱਚ ਸਮਰਪਿਤ ਹੈ ਤੇ ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਇਹੀ ਅਖੀਰ ਦੇ ਵਿੱਚ। ਤਾਂ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡੇ ਵਾਸਤੇ ਕੀਮਤੀ ਸਮਾਂ ਕੱਢਦੇ ਆ। ਕੋਸ਼ਿਸ਼ ਕੀਤੀ ਹੈ ਇੱਕ ਨਵਾਂ ਪ੍ਰੋਗਰਾਮ ਜਿਹੜਾ ਕੀਤਾ ਜਾਵੇ, ਕੋਈ ਖਾਸ ਚਰਚਾ ਕੀਤੀ ਜਾਵੇ ਜੋ ਸਾਨੂੰ ਜਿੱਥੋਂ ਜਿੱਥੋਂ ਤੱਕ ਠੀਕ ਲੱਗਦਾ। ਤੁਸੀਂ ਵੀ ਆਪਦੇ ਵਿਚਾਰ ਦੇ ਸਕਦੇ ਹੋ, ਸਾਡੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ, ਆਪਦੀ ਜਿਹੜੀ ਹੈ ਕਾਲ ਸਾਡੇ ਤੱਕ ਪਹੁੰਚਾ ਸਕਦੇ ਹੋ, ਕਮੈਂਟ ਸੈਕਸ਼ਨ ਰਾਹੀਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਤਾਂ ਮਨਪ੍ਰੀਤ ਜੀ, ਤੁਸੀਂ ਸਾਡੇ ਪ੍ਰੋਗਰਾਮ ਵਾਸਤੇ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਗਰਲਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਜੀ। ਲਗਾਤਾਰ ਗਰਲਾਲ ਜੀ, ਜਦੋਂ ਤੁਸੀਂ ਯਾਦ ਕਰੋਗੇ, ਜਦੋਂ ਵੀ ਤੁਸੀਂ ਮੇਰੀ ਜ਼ਿੰਮੇਵਾਰੀ ਲਗਾਓਗੇ, ਮੇਰੀ ਡਿਊਟੀ ਲਗਾਓਗੇ ਤਾਂ ਮੈਂ ਹਾਜ਼ਰ ਹੁੰਦਾ ਰਵਾਂਗਾ। ਤਾਂ ਵੱਧ ਤੋਂ ਵੱਧ ਲੋਕਾਂ ਨੂੰ ਹੈ ਜੋ ਜੋੜਨ ਦੀ ਕੋਸ਼ਿਸ਼ ਕਰੋ ਇਸ ਪ੍ਰੋਗਰਾਮ ਦੇ ਨਾਲ, ਕਿਉਂਕਿ ਸਭ ਲੋਕਾਂ ਦਾ ਪ੍ਰੋਗਰਾਮ ਹੈ। ਲੋਕਾਂ ਦੀ ਅਸੀਂ ਗੱਲ ਕਰਾਂਗੇ, ਯੂਥ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ, ਯੂਥ ਦੀ ਰਾਏ ਲਈ ਜਾਵੇ, ਚਾਹੇ ਉਹ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਮੈਂਟ ਸੈਕਸ਼ਨ ਦੇ ਵਿੱਚ ਲਈ ਜਾਵੇ ਜਾਂ ਫੋਨ ਕਾਲ ਦੇ ਰਾਹੀਂ ਲਿਆ ਜਾਵੇ। ਯੂਥ ਨੂੰ ਜੋੜਿਆ ਜਾਵੇ, ਬਹੁਤ ਸਾਰੇ ਜਿਹੜੇ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਐਕਟਿਵ ਲੋਕ ਨੇ ਉਹਨਾਂ ਨੂੰ ਜੋੜਿਆ ਜਾਵੇ। ਤੇ ਮੈਂ ਮਨਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।